सरनियां जे आए जनाब। हाँ जी हाँ जी हाँ जी। टुडे मॉर्निंग सर। मॉर्निंग। गुड मॉर्निंग। गुड मॉर्निंग। As per schedule, we will discuss paper number 3 today. Punjab Tenancy Act 1887 from section 51. अपने अपने बुक्स खोलो जी। पंजाब टेनेंसी एक्ट 1887 पेपर नंबर 3 फ्रॉम सेक्शन 51। हाँ जी, ਸੈਕਸ਼ਨ 51। ਵਾਟ ਇਜ਼ ਸੈਕਸ਼ਨ 51? ਦੇਖੋ, ਸਭ ਤੋਂ ਪਹਿਲਾਂ ਤਾਂ ਟੈਨੈਂਸੀ ਐਕਟ ਦੀ ਗੱਲ ਕਰ ਲਈਏ। ਟੈਨੈਂਸੀ ਐਕਟ ਇਜ਼ ਵੈਰੀ ਇੰਪੋਰਟੈਂਟ ਐਕਟ। ਜਿੰਨੇ ਵੀ ਮੁਜ਼ਾਹਰਿਆਂ ਦੇ ਕੇਸ ਚੱਲਦੇ ਨੇ, ਕਿਰਾਏਦਾਰਾਂ ਦੇ, ਮਾਲਕਾਂ ਦੇ ਕੇਸ ਚੱਲਦੇ ਨੇ, ਦੇ ਆਰ ਡਿਸਾਈਡਡ ਅੰਡਰ ਦਾ ਟੈਨੈਂਸੀ ਐਕਟ ਮੈਕਸਿਮਮ। ਠੀਕ ਹੈ, ਅੱਜ ਵੀ ਬਹੁਤ ਸਾਰੇ ਜਿਹੜੇ ਕੇਸ ਹੈਗੇ ਕਿਰਾਏਦਾਰਾਂ ਦੇ, ਮਾਲਕਾਂ ਦੇ, ਠੀਕ ਹੈ, ਉਹ ਵੀ ਇਸੇ ਐਕਟ ਦੇ ਤਹਿਤ ਜਿਹੜੇ ਹੈਗੇ ਨੇ ਕੰਸੀਡਰ ਹੁੰਦੇ ਆ। ਤੇ ਸੈਕਸ਼ਨ 51 ਕੀ ਹੈਗਾ? ਬਾਰ ਆਫ ਲੀਫ ਬਾਈ ਦਾ ਸੂਟ ਅੰਡਰ ਸੈਕਸ਼ਨ 9 ਆਫ ਦਾ ਐਕਟ ਆਫ 1887। ਸਾਡੇ ਪਾਸ ਇੱਕ ਜਿਹੜਾ ਐਕਟ ਹੈਗਾ ਸਪੈਸੀਫਿਕ ਰਿਲੀਫ ਐਕਟ 1887। ਸਪੈਸੀਫਿਕ ਰਿਲੀਫ ਐਕਟ, ਇਸ ਐਕਟ ਦੇ ਤਹਿਤ ਜਦੋਂ ਵੀ ਅਸੀਂ ਕੋਈ ਰਿਲੀਫ ਲੈਣੀ ਹੁੰਦੀ ਹੈ ਤਾਂ ਅਸੀਂ ਇਸ ਐਕਟ ਦਾ ਸਹਾਰਾ ਲੈ ਕੇ ਕੋਰਟ ਦੇ ਵਿੱਚ ਜਾਂਦੇ ਹਾਂ। ਸਪੈਸੀਫਿਕ ਰਿਲੀਫ ਐਕਟ ਸੈਕਸ਼ਨ 9। ਠੀਕ ਹੈ, ਜਦੋਂ ਵੀ ਕੋਈ ਰਿਲੀਫ ਕਿਸੇ ਦੇ ਸੰਬੰਧ ਵਿੱਚ ਅਸੀਂ ਜਾਂਦੇ ਹਾਂ ਤਾਂ ਮੈਕਸਿਮਮ ਜ਼ਿਆਦਾ ਹੈਗਾ ਇਹਦਾ ਐਕਟ ਦਾ ਸਹਾਰਾ ਲਿਆ ਜਾਂਦਾ ਹੈ। ਪੋਜੈਸ਼ਨ ਆਫ ਟੈਨੈਂਸੀ ਔਰ ਐਨੀ ਲੈਂਡ ਕੰਪਰਾਈਜ਼ਡ ਇਨ ਅ ਟੈਨੈਂਸੀ, ਜਦੋਂ ਕਿਸੇ ਪੋਜੈਸ਼ਨ ਦੀ ਗੱਲ ਹੁੰਦੀ ਹੈ ਕਿਸੇ ਟੈਨੈਂਸੀ ਦੀ, ਠੀਕ ਹੈ, ਟੈਨੈਂਸੀ ਐਕਟ ਦੇ ਅਧੀਨ ਸ਼ੈਲ ਨਾਟ ਬੀ ਰਿਕਵਰੇਬਲ ਅੰਡਰ ਸੈਕਸ਼ਨ 9। ਉੱਥੇ ਜਿਹੜਾ ਟੈਨੈਂਸੀ, ਉੱਥੇ ਜਿਹੜਾ ਇਹ ਸਪੈਸੀਫਿਕ ਰਿਲੀਫ ਐਕਟ ਦਾ ਸੈਕਸ਼ਨ 9 ਹੈਗਾ, ਇਟ ਇਜ਼ ਨਾਟ ਐਪਲੀਕੇਬਲ ਇਨ ਦਿਸ ਐਕਟ। ਜਿੱਥੇ ਪੰਜਾਬ ਟੈਨੈਂਸੀ ਐਕਟ ਦੀ ਗੱਲ ਕਰਦੇ ਹਾਂ, ਉੱਥੇ ਅਸੀਂ ਰਿਲੀਫ ਐਕਟ ਦਾ ਜਿਹੜਾ ਹੈਗਾ ਸਪੈਸੀਫਿਕ ਰਿਲੀਫ ਐਕਟ ਦਾ ਜਿਹੜਾ ਸਹਾਰਾ ਨਹੀਂ ਲੈ ਸਕਦੇ। ਅਸੀਂ ਟੈਨੈਂਸੀ ਐਕਟ ਦੇ ਅੰਦਰ ਜਿਹੜੀਆਂ ਪ੍ਰੋਵੀਜ਼ਨਸ ਹੈਗੀਆਂ ਨੇ ਉਹਦੇ ਅਗੇਂਸਟ ਹੀ ਅਸੀਂ ਜਿਹੜੇ ਹੈਗੇ ਸੂਟ ਫਾਈਲ ਕਰ ਸਕਦੇ ਹਾਂ। ਚਾਹੇ ਉਹ ਇਨਹਾਂਸਮੈਂਟ ਦਾ ਸੂਟ ਹੈ, ਚਾਹੇ ਉਹ ਐਜੈਕਟਮੈਂਟ ਦਾ ਸੂਟ ਹੈ, ਚਾਹੇ ਉਹ ਕੰਪਨਸੇਸ਼ਨ ਦਾ ਸੂਟ ਹੈ, ਠੀਕ ਹੈ, ਚਾਹੇ ਉਹ ਰਿਡਕਸ਼ਨ ਦਾ ਸੂਟ ਹੈ, ਚਾਹੇ ਲੈਂਡ ਰੈਵਨਿਊ ਨੂੰ ਘਟਾਉਣ ਦਾ ਸੂਟ ਹੈ, ਚਾਹੇ ਲੈਂਡ ਰੈਵਨਿਊ ਵਧਾਉਣ ਦਾ ਸੂਟ ਹੈ, ਚਾਹੇ ਰੈਂਟ ਘਟਾਉਣ ਦਾ ਸੂਟ ਹੈ, ਚਾਹੇ ਰੈਂਟ ਵਧਾਉਣ ਦਾ ਸੂਟ ਹੈ। we will file a suit under the provisions of Tenancy Act, not under the provisions of Specific Relief Act 1877. By a tenant dispossessed, ਜਦੋਂ ਵੀ ਕਿਸੇ ਟੈਨੈਂਟ ਨੂੰ ਡਿਸਪੋਸੈਸ ਕੀਤਾ ਜਾਂਦਾ ਹੈ ਤਾਂ ਉਹ ਇਹ ਟੈਨੈਂਸੀ ਐਕਟ ਦੇ ਵਿੱਚ ਹੀ ਉਹਨੂੰ 1 ਸਾਲ ਦਾ ਸਮਾਂ ਹੋਰ ਦਿੱਤਾ ਗਿਆ ਹੈ। 1 ਸਾਲ ਦੇ ਅੰਦਰ ਅੰਦਰ ਜੇ ਉਸਨੇ ਜਦੋਂ ਉਹਦੇ ਅਗੇਂਸਟ ਕੋਈ ਸੂਟ ਫਾਈਲ ਹੋਇਆ ਸੀਗਾ ਉਹਨੂੰ ਮੌਕਾ ਦਿੱਤਾ ਜਾਂਦਾ ਹੈ, ਓਪਰਚੁਨਿਟੀ ਦਿੱਤੀ ਜਾਂਦੀ ਹੈ ਵੀ ਤੁਸੀਂ ਆਪਣੇ ਕਲੇਮ ਨੇ ਜਿਹੜੇ, ਜੇ ਤੁਸੀਂ ਰਿਜੈਕਟ ਕਿਉਂ ਨਹੀਂ ਹੋ ਸਕਦੇ, ਤੁਸੀਂ ਆਪਣਾ ਜੇ ਕੋਈ ਕਲੇਮ ਕਰਨਾ ਹੈ ਤਾਂ ਤੁਸੀਂ 2 ਮਹੀਨੇ ਦੇ ਅੰਦਰ ਅੰਦਰ ਤੁਸੀਂ ਆ ਕੇ ਆਪਦਾ ਕੰਪੀਟੈਂਟ ਕੋਰਟ ਦੇ ਵਿੱਚ ਆਪਦਾ ਕਲੇਮ ਫਾਈਲ ਕਰ ਸਕਦੇ ਹੋ। ਜੇ ਤੁਸੀਂ ਕੋਈ ਇੰਪਰੂਵਮੈਂਟ ਕੀਤੀ ਹੋਈ ਹੈ ਕਿਸੇ ਟੈਨੈਂਸੀ ਦੇ ਉੱਪਰ, ਆਪਣੀ ਲੈਂਡ ਦੇ ਉੱਪਰ ਕੋਈ ਇੰਪਰੂਵਮੈਂਟ ਕੀਤੀ ਹੈ, ਜੇ ਤੁਸੀਂ ਇੰਪਰੂਵਮੈਂਟ ਦੇ ਸੰਬੰਧ ਵਿੱਚ ਕੋਈ ਕੰਪਨਸੇਸ਼ਨ ਚਾਹੁੰਦੇ ਹੋ ਤਾਂ ਵੀ ਤੁਸੀਂ 2 ਮਹੀਨੇ ਦੇ ਅੰਦਰ ਅੰਦਰ ਆ ਕੇ ਆਪਣਾ ਜਿਹੜਾ ਹੈਗਾ ਕੰਪਨਸੇਸ਼ਨ ਦੀ ਡਿਮਾਂਡ ਕਰ ਸਕਦੇ ਹੋ। ਦੈਟ ਵਿਲ ਬੀ ਡਿਟਰਮਾਈਨਡ ਬਾਈ ਦਾ ਰੈਵਨਿਊ ਆਫਿਸਰ। ਪਰ ਜੇਕਰ ਤੁਸੀਂ ਕੁਝ ਵੀ ਨਹੀਂ ਕਰ ਸਕੇ, ਨਾ ਤੁਸੀਂ ਸੂਟ ਫਾਈਲ, ਨਾ ਤੁਸੀਂ ਕਲੇਮ ਫਾਈਲ ਕੀਤਾ ਤੇ ਨਾ ਹੀ ਤੁਸੀਂ ਆਪਣਾ ਕੰਪਨਸੇਸ਼ਨ ਲੈਣ ਦੇ ਲਈ ਕੋਈ ਕੰਪੀਟੈਂਟ ਕੋਰਟ ਦੇ ਵਿੱਚ ਸੂਟ ਫਾਈਲ ਕੀਤਾ, ਦੈਨ ਤੁਹਾਡੀ ਰਿਜੈਕਟਮੈਂਟ ਹੋ ਗਈ। ਫਿਰ ਵੀ ਤੁਹਾਡੇ ਕੋਲੇ ਜਿਹੜਾ ਇੱਕ ਚਾਂਸ ਹੈਗਾ, ਇਸੇ ਐਕਟ ਦੇ ਵਿੱਚ ਇੱਕ ਚਾਂਸ ਹੈਗਾ, ਤੁਸੀਂ ਫਿਰ ਵੀ 1 ਸਾਲ ਦੇ ਅੰਦਰ ਅੰਦਰ ਆਪਦਾ ਜਿਹੜਾ ਸੂਟ ਫਾਈਲ ਕਰਕੇ ਤੁਸੀਂ ਜਿਹੜੀ ਹੈਗੀ ਆ ਆਪਦੀ ਜਿਹੜੀ ਕਲੇਮ ਹੈ ਉਹ ਕਰ ਸਕਦੇ ਹੋ। ਪਰ ਤੁਸੀਂ ਰਿਲੀਫ ਐਕਟ ਦੇ ਅੰਦਰ ਨਹੀਂ ਜਾ ਸਕਦੇ ਹੈਗੇ। ਠੀਕ ਹੈ ਜੀ। ਪਾਵਰ ਟੂ ਵੇਰੀ ਡੇਟਸ ਪ੍ਰਸਕ੍ਰਾਈਬਡ ਬਾਈ ਦਾ ਦਿਸ ਚੈਪਟਰ। ਇਹ ਜਿਹੜਾ ਚੈਪਟਰ ਹੈਗਾ, ਇਸ ਚੈਪਟਰ ਦੇ ਵਿੱਚ ਵੱਖ-ਵੱਖ ਜਿਹੜੀਆਂ ਪ੍ਰੋਵੀਜ਼ਨਸ ਹੈਗੀਆਂ ਨੇ, ਸਮਾਂ ਦਿੱਤੇ ਗਏ ਨੇ, ਟਾਈਮ ਦਿੱਤੇ ਗਏ ਨੇ, ਕਦੋਂ ਕਿਸੇ ਨੂੰ ਰਿਜੈਕਟ ਕੀਤਾ ਜਾ ਸਕਦਾ ਹੈ, ਕਦੋਂ ਕਿਸੇ ਤੋਂ ਪੋਜੈਸ਼ਨ ਲਿਆ ਜਾ ਸਕਦਾ ਹੈ, ਕਿਹੜੀਆਂ ਡੇਟਸ ਹੁੰਦੀਆਂ ਨੇ, ਉਹ ਜਿਹੜੀਆਂ ਡੇਟਸ ਹੈਗੀਆਂ ਨੇ ਅੰਡਰ ਦਾ ਰੂਲਸ ਜਿਹੜੀਆਂ ਹੈਗੀਆਂ ਐਪਲੀਕੇਬਲ ਹੁੰਦੀਆਂ ਨੇ। ਪਰ ਇੱਥੇ ਆ ਕੇ ਫਿਰ ਵੀ ਸੈਕਸ਼ਨ 52 ਦੱਸਿਆ ਗਿਆ। 52 ਦੇ ਵਿੱਚ ਕਿਹਾ ਗਿਆ ਪਾਵਰ ਆਫ ਦਾ ਸਟੇਟ ਗਵਰਨਮੈਂਟ ਟੂ ਫਿਕਸ ਡੇਟਸ ਫਾਰ ਦਾ ਸਰਟਨ ਪਰਪਸ। ਕਿਸੇ ਕੰਮ ਦੇ ਨੂੰ ਲੈ ਕੇ ਕਿਸ ਵਿਅਕਤੀ ਨੂੰ ਕਦੋਂ ਰਿਜੈਕਟ ਕੀਤਾ ਜਾ ਸਕਦਾ ਹੈ, ਕਿਸ ਨੂੰ ਨੋਟਿਸ ਕਿੰਨੇ ਦਿਨ ਦਾ ਦਿੱਤਾ ਜਾ ਸਕਦਾ ਹੈ, ਇਹ ਜਿਹੜੀਆਂ ਡੇਟਸ ਹੈਗੀਆਂ ਨੇ ਆਪਣੇ ਕੋਲ ਪ੍ਰਸਕ੍ਰਾਈਬ ਨੇ, ਆਪਾਂ ਪਿੱਛੇ ਪੜ੍ਹ ਕੇ ਹਟੇ ਹਾਂ। ਪਰ ਇੱਥੇ ਆ ਕੇ ਫਿਰ ਸਟੇਟ ਗਵਰਨਮੈਂਟ ਨੂੰ ਇੱਕ ਪਾਵਰ ਹੈਗੀ ਹੈ। ਸਟੇਟ ਗਵਰਨਮੈਂਟ ਬਾਈ ਨੋਟੀਫਿਕੇਸ਼ਨ ਆਲਟਰ ਦਾ ਡੇਟਸ ਫਿਕਸ, ਜਿਹੜੀਆਂ ਵੀ ਡੇਟਸ ਉਹਨਾਂ ਨੇ ਫਿਕਸ ਕੀਤੀਆਂ ਹੋਈਆਂ ਨੇ ਪਹਿਲਾਂ, ਜਿਵੇਂ ਕਿ ਸੈਕਸ਼ਨ 36 ਦੇ ਵਿੱਚ ਹੈ, 45 ਦੇ ਵਿੱਚ ਹੈ, 47 ਦੇ ਵਿੱਚ ਹੈ, ਜਿਹੜੇ ਸੈਕਸ਼ਨਸ ਹੈਗੇ ਆ ਉਹਦੇ 'ਚ ਡੇਟਸ ਫਿਕਸ ਕੀਤੀਆਂ ਗਈਆਂ ਨੇ, ਪ੍ਰੋਵਾਈਡ ਕੀਤੀਆਂ ਗਈਆਂ ਨੇ ਵੀ ਇਸ ਡੇਟ ਦੇ ਅੰਦਰ ਅੰਦਰ ਤੁਸੀਂ ਕਿਸੇ ਨੂੰ ਰਿਜੈਕਟ ਕਰ ਸਕਦੇ ਹੋ, ਇਸ ਡੇਟ ਦੇ ਅੰਦਰ ਅੰਦਰ ਤੁਸੀਂ ਨੋਟਿਸ ਦੇ ਸਕਦੇ ਹੋ।
ठीक है। इस डेट ਦੇ ਅੰਦਰ ਅੰਦਰ ਤੁਸੀਂ ਦੁਬਾਰਾ ਰਿਕਵਰੀ ਦੇ ਲਈ ਸੂਟ ਫਾਈਲ ਕਰ ਸਕਦੇ ਹੋ, ਕੰਪਨਸੇਸ਼ਨ ਮੰਗ ਸਕਦੇ ਹੋ। ਪਰ ਇੱਥੇ ਆ ਕੇ ਸੈਕਸ਼ਨ 52 ਕਹਿੰਦਾ ਵੀ ਜਿਹੜੀ ਗਵਰਨਮੈਂਟ ਹੈਗੀ ਹੈ, ਗਵਰਨਮੈਂਟ ਇਹਨਾਂ ਡੇਟਸ ਨੂੰ ਆਲਟਰ ਕਰ ਸਕਦੀ ਹੈ, ਚੇਂਜ ਕਰ ਸਕਦੀ ਹੈ ਸਮੇਂ-ਸਮੇਂ ਤੇ ਲੋੜ ਦੇ ਮੁਤਾਬਕ ਬਾਈ ਦਾ ਨੋਟੀਫਿਕੇਸ਼ਨ। ਇੱਥੇ ਆ ਕੇ ਗੱਲ ਕਰੀਏ ਵੀ ਜਿਹੜਾ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਜਾਏਗਾ, ਆ ਨੋਟੀਫਿਕੇਸ਼ਨ ਅੰਡਰ ਦਿਸ ਸੈਕਸ਼ਨ ਕੋਈ ਡੇਟਸ ਨੂੰ ਆਲਟਰ ਕਰਨ ਦੀ ਖਾਤਰ ਸ਼ੈਲ ਨਾਟ ਟੇਕ ਇਫੈਕਟ आफ्टर द एक्सपायरेशन ऑफ 6 मंथ। ਜਿਹੜਾ ਕੋਈ ਸਪੈਸ਼ਲ ਡੇਟਸ ਗਵਰਨਮੈਂਟ ਨੇ ਕੋਈ ਚੇਂਜ ਕੀਤੀਆਂ ਨੇ ਉੱਪਰ 52 ਦੇ 1 ਸਬ ਸੈਕਸ਼ਨ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰਕੇ ਜਿਹੜੀਆਂ ਕੋਈ ਡੇਟਸ ਅਮੈਂਡਮੈਂਟ ਕੀਤੀਆਂ ਨੇ, ਚੇਂਜ ਕੀਤੀਆਂ ਨੇ, ਠੀਕ ਹੈ, ਡੇਟਸ ਚੇਂਜ ਕੀਤੀਆਂ ਨੇ, ਪਰ ਇਹ ਜਿਹੜੀਆਂ ਡੇਟਸ ਚੇਂਜ ਕੀਤੀਆਂ ਹੋਈਆਂ ਹੈਗੀਆਂ ਨੇ 6 ਮਹੀਨੇ ਤੱਕ ਹੀ ਲਾਗੂ ਰਹਿਣਗੀਆਂ। ਉਸ ਤੋਂ ਬਾਅਦ ਫਿਰ ਉਹੀ ਐਕਟ ਦੇ ਮੁਤਾਬਕ ਜਿਹੜੀ ਕਾਰਵਾਈ ਹੈਗੀ ਹੈ, ਉਹ ਜਿਹੜੀਆਂ ਡੇਟਸ ਹੈਗੀਆਂ ਨੇ ਐਕਟ ਦੇ ਮੁਤਾਬਕ ਹੀ ਰੈਗੂਲਰ ਰਹਿਣਗੀਆਂ। ਸ਼ੈਲ ਨਾਟ ਟੇਕ ਇਫੈਕਟ ਆਫਟਰ ਦ ਐਕਸਪਾਇਰੇਸ਼ਨ ਆਫ 6 ਮੰਥ, 6 ਮਹੀਨੇ ਤੱਕ ਹੀ ਜਿਹੜੀ ਹੈਗੀ ਜਦੋਂ ਪਬਲਿਕੇਸ਼ਨ ਹੋ ਜਾਂਦੀ ਹੈ ਕੋਈ ਡੇਟਸ ਗਵਰਨਮੈਂਟ ਨੇ ਚੇਂਜ ਕੀਤੀਆਂ ਨੇ, ਦੈਟ ਵਿਲ ਇਨਫੋਰਸ ਅਪ ਟੂ 6 ਮੰਥ। 6 ਮੰਥ ਤੋਂ ਬਾਅਦ ਦੁਬਾਰਾ ਫਿਰ ਜਿਹੜਾ ਨੋਟੀਫਿਕੇਸ਼ਨ ਹੈ ਉਹ ਆਪਣੇ ਆਪ ਹੀ ਰਿਜ਼ਿਊਮ ਹੋ ਜਾਂਦਾ ਹੈ ਤੇ ਜਿਹੜੀਆਂ ਡੇਟਸ ਹੈਗੀਆਂ ਨੇ ਉਹ ਐਜ਼ ਪਰ ਦਾ ਜਿਹੜਾ ਐਕਟ ਹੈਗਾ, ਸਾਡੇ ਐਕਟ ਦੇ ਜੋ ਦਰਸਾਈਆਂ ਗਈਆਂ ਹੈ ਉਹ ਜਿਹੜੀਆਂ ਡੇਟਸ ਨੇ ਫਿਰ ਲਾਗੂ ਹੁੰਦੀਆਂ ਨੇ ਉਸੇ ਮੁਤਾਬਕ। ਨੈਕਸਟ ਹੈ ਚੈਪਟਰ 5। ਚੈਪਟਰ 5 ਕੀ ਕਹਿੰਦਾ ਹੈ? ਅਲਾਈਨੇਸ਼ਨ ਆਫ ਸਕਸੈਸ਼ਨ, ਰਾਈਟ ਆਫ ਆਕੂਪੈਂਸੀ। ਜਿੱਥੇ ਰਾਈਟ ਆਫ ਆਕੂਪੈਂਸੀ ਹੁੰਦੇ ਨੇ ਟੈਨੈਂਟਸ ਨੂੰ, ਰਾਈਟ ਆਫ ਆਕੂਪੈਂਸੀ, ਟੈਨੈਂਟਸ ਹੈਵਿੰਗ ਅ ਰਾਈਟ ਆਫ ਆਕੂਪੈਂਸੀ, ਜਿਵੇਂ ਕਿ ਆਪਾਂ ਆਕੂਪੈਂਸੀ ਦੇ ਸੰਬੰਧ ਪੜ੍ਹ ਕੇ ਹਟੇ ਆਪਾਂ, ਸੈਕਸ਼ਨ 5 ਪੜ੍ਹਿਆ ਸੀਗਾ, ਹੂ ਆਰ ਦਾ ਆਕੂਪੈਂਸੀ ਟੈਨੈਂਟਸ। 3 ਡਿਗਰੀ ਜਿਹੜੀ ਹੈਗੀ ਪੈਡੀਗਰੀ, 3 ਡਿਗਰੀ ਦਾਦੇ ਤੋਂ ਜਾਂ ਦਾਦੇ ਦੇ ਭਾਈ ਤੋਂ ਕਬਜ਼ਾ ਚੱਲਿਆ ਰਿਹਾ ਹੋਵੇ, ਠੀਕ ਹੈ। ਇੱਦਾਂ ਦੇ ਆਪਾਂ ਸੈਕਸ਼ਨ 5 ਦੇ ਵਿੱਚ ਜਿਹੜੀਆਂ ਕੰਡੀਸ਼ਨ ਸੀਗੀਆਂ ਉਹ ਪੜ੍ਹੀਆਂ ਸੀਗੀਆਂ ਤੇ ਉਹਦੇ ਅਕੋਰਡਿੰਗ ਜਦੋਂ ਕੋਈ ਆਕੂਪੈਂਸੀ ਟੈਨੈਂਟ ਹੈਗਾ ਤਾਂ ਉਹ ਅਲਾਈਨੇਟ ਕਰ ਸਕਦਾ ਪ੍ਰੋਪਰਟੀ ਨੂੰ, ਕਿਵੇਂ ਕਰ ਸਕਦਾ, ਜੇ ਉਹਦਾ ਸਕਸੈਸ਼ਨ ਕਰਨਾ ਹੈ, ਉਹਦੀ ਡੈਥ ਹੋ ਜਾਂਦੀ ਹੈ ਤਾਂ ਉਹਦਾ ਸਕਸੈਸ਼ਨ ਕਿਵੇਂ ਹੋਏਗਾ, ਠੀਕ ਹੈ। ਉਹਦੇ ਰਿਗਾਰਡਿੰਗ ਹੁਣ ਜਿਹੜਾ ਹੈ ਅਗਲਾ ਚੈਪਟਰ ਹੈਗਾ 5 ਨੰਬਰ, ਉਹਦੇ ਰਿਗਾਰਡਿੰਗ ਹੈ ਸਕਸੈਸ਼ਨ ਕਿਵੇਂ ਹੋਣਾ ਹੈ, ਪ੍ਰੋਪਰਟੀ ਨੂੰ ਅਲਾਈਨੇਟ ਕਿਵੇਂ ਕਰਨਾ ਹੈ, ਫਰਦਰ ਟ੍ਰਾਂਸਫਰ ਕਿਵੇਂ ਕਰਨਾ ਹੈ ਆਕੂਪੈਂਸੀ ਟੈਨੈਂਟ ਨੇ, ਕੀ ਉਹਦੇ ਕੋਲੇ ਪਾਵਰਸ ਹੈਗੀਆਂ ਨੇ, ਕੀ ਉਹ ਕਰ ਸਕਦਾ ਹੈਗਾ। ਸੈਕਸ਼ਨ 52A ਅਮਿਟ ਹੋਇਆ ਹੈ। ਸੈਕਸ਼ਨ 53 ਪ੍ਰਾਈਵੇਟ ਟ੍ਰਾਂਸਫਰ ਆਫ ਰਾਈਟ ਆਫ ਆਕੂਪੈਂਸੀ ਅੰਡਰ ਸੈਕਸ਼ਨ 5 ਬਾਈ ਦਾ ਟੈਨੈਂਟ। ਜਿਹੜਾ ਅੰਡਰ ਸੈਕਸ਼ਨ 5 ਦੇ ਵਿੱਚ ਜਿਹੜਾ ਆਕੂਪੈਂਸੀ ਟੈਨੈਂਟ ਹੈਗਾ, ਜਿਹਦੇ ਕੋਲ ਅੰਡਰ ਸੈਕਸ਼ਨ 5 ਦੇ ਵਿੱਚ ਪਾਵਰਸ ਹੈਗੀਆਂ ਨੇ ਐਜ਼ ਅ ਆਕੂਪੈਂਸੀ ਟੈਨੈਂਟ, a tenant having right of occupancy under section 5 may transfer that right by sale, gift or mortgage। ਆਪਣੇ ਜਿਹੜੇ ਉਹਦੇ ਕੋਲ ਰਾਈਟਸ ਹੈਗੇ ਨੇ ਆਕੂਪੈਂਸੀ ਰਾਈਟਸ, he can transfer by way of sale, gift or mortgage। ਆਪਣੇ ਰਾਈਟਸ ਨੂੰ, ਆਕੂਪੈਂਸੀ ਰਾਈਟਸ ਨੂੰ ਉਹ ਸੇਲ ਵੀ ਕਰ ਸਕਦਾ ਹੈ, ਯਾਨੀ ਕਿ ਉਹਦੇ ਬਿਹਾਫ ਤੇ ਜਿਹੜਾ ਬੰਦਾ ਆਏਗਾ ਉਹ ਆਕੂਪੈਂਸੀ ਟੈਨੈਂਟ ਹੋਏਗਾ, ਉਹਨੂੰ ਸੇਲ ਵੀ ਕਰ ਸਕਦਾ ਹੈ ਪੇਮੈਂਟ ਲੈ ਕੇ, ਉਹਨੂੰ ਗਿਫਟ ਵੀ ਕਰ ਸਕਦਾ ਹੈ, ਉਹਨੂੰ ਮੌਰਗੇਜ ਵੀ ਕਰ ਸਕਦਾ ਹੈ ਆਪਣੇ ਰਾਈਟਸ, ਆਕੂਪੈਂਸੀ ਰਾਈਟਸ ਨੂੰ। ਦੈਨ ਸਬਜੈਕਟ ਟੂ ਦਾ ਕੰਡੀਸ਼ਨਸ ਮੈਂਸ਼ਨਡ ਇਨ ਦਿਸ ਸੈਕਸ਼ਨ, ਪਰ ਇਹ ਜਿਹੜੀਆਂ ਕੰਡੀਸ਼ਨਸ ਹੋਣਗੀਆਂ ਉਹ ਇਸ ਸੈਕਸ਼ਨ 'ਚ ਜਿਹੜੀਆਂ ਅੱਗੇ ਜਾ ਕੇ ਦਰਸਾਈਆਂ ਗਈਆਂ ਨੇ ਉਹ ਲਾਗੂ ਹੋਣਗੀਆਂ, ਪਰ ਉਹ ਆਪਣੇ ਜਿਹੜੇ ਰਾਈਟ ਨੇ ਉਸ ਨੂੰ ਸੇਲ ਵੀ ਕਰ ਸਕਦਾ ਹੈ, ਗਿਫਟ ਵੀ ਕਰ ਸਕਦਾ ਹੈ, ਮੌਰਗੇਜ ਵੀ ਕਰ ਸਕਦਾ ਹੈ। ਸਬ ਸੈਕਸ਼ਨ 2 ਕੀ ਕਹਿੰਦਾ ਹੈ? ਇਫ ਦਾ ਟੈਨੈਂਟ ਇੰਟੈਂਡਸ ਟੂ ਰਾਈਟ ਟ੍ਰਾਂਸਫਰ ਦਾ ਰਾਈਟ, ਜੇਕਰ ਟੈਨੈਂਟ ਕੋਈ ਆਪਣੇ ਰਾਈਟਸ ਨੂੰ ਟ੍ਰਾਂਸਫਰ ਕਰਨਾ ਚਾਹੁੰਦਾ ਹੋਵੇ ਬਾਈ ਵੇ ਆਫ ਸੇਲ, ਗਿਫਟ, ਮੌਰਗੇਜ, ਬਾਈ ਕੰਡੀਸ਼ਨਲ ਸੇਲ ਜਾਂ ਕੋਈ ਕੰਡੀਸ਼ਨਲ ਸੇਲ ਹੋਵੇ, ਨਹੀਂ ਸੌਰੀ ਬਾਈ ਸੇਲ ਹੋਵੇ ਜਾਂ ਬਾਈ ਗਿਫਟ ਹੋਵੇ ਜਾਂ ਮੌਰਗੇਜ ਐਂਡ ਕੰਡੀਸ਼ਨਲ ਸੇਲ ਹੋਵੇ, ਮੌਰਗੇਜ ਕਰਦਾ ਹੋਵੇ ਵੀ 2 ਸਾਲ ਤੱਕ ਮੌਰਗੇਜ ਰਹੇਗੀ ਤਾਂ ਤੀਜੇ ਸਾਲ ਜਾ ਕੇ ਜੇ ਤੁਸੀਂ ਫੱਕ ਨਹੀਂ ਕਰਾਓਗੇ ਤਾਂ ਉਹ ਸੇਲ ਸਮਝੀ ਪ੍ਰਜ਼ੂਮ ਹੋ ਜਾਏਗੀ, ਠੀਕ ਹੈ। ਇਫ ਏ ਟੈਨੈਂਟ ਇੰਟੈਂਡਸ ਟੂ ਟ੍ਰਾਂਸਫਰ ਦਾ ਰਾਈਟ ਬਾਈ ਸੇਲ, ਬਾਈ ਗਿਫਟ ਔਰ ਬਾਈ ਮੌਰਗੇਜ ਬਾਈ ਕੰਡੀਸ਼ਨਲ ਸੇਲ, ਯਾਨੀ ਕਿ ਮੌਰਗੇਜ ਦੇ ਵਿੱਚ ਨਾਲ ਹੀ ਸ਼ਰਤ ਲੱਗੀ ਹੋਵੇ ਸੇਲ ਦੀ, ਠੀਕ ਹੈ, ਔਰ ਯੂਜ਼ੂਫੈਕਟਰੀ ਮੌਰਗੇਜ, he will send notice to the landlord through the ਤਹਿਸੀਲਦਾਰ। ਜਦੋਂ ਕੋਈ ਇਦਾਂ ਦਾ ਟੈਨੈਂਟ ਹੈਗਾ, ਆਕੂਪੈਂਸੀ ਟੈਨੈਂਟ ਹੈਗਾ, ਆਪਣੇ ਰਾਈਟਸ ਨੂੰ ਉਹ ਟ੍ਰਾਂਸਫਰ ਕਰਨਾ ਚਾਹੁੰਦਾ ਹੈ ਬਾਈ ਵੇ ਆਫ, ਜੋ ਆਪਾਂ ਪੜ੍ਹਿਆ ਹੈਗਾ ਕਿਸੇ ਵੀ ਕਾਰਨ ਦੇ ਨਾਲ, ਤਾਂ ਉਹ ਲੈਂਡਲੌਰਡ ਨੂੰ ਨੋਟਿਸ ਭੇਜੇਗਾ ਵੀ ਮੈਂ ਆਪਣੇ ਰਾਈਟਸ ਨੇ ਟ੍ਰਾਂਸਫਰ ਕਰਨਾ ਚਾਹੁੰਦਾ। ਜਿਹੜਾ ਨੋਟਿਸ ਹੈਗਾ ਉਹ ਭੇਜਿਆ ਜਾਏਗਾ ਤਹਿਸੀਲਦਾਰ ਦੇ ਥਰੂ। ਉਹਦਾ ਮਕਸਦ ਕੀ ਹੋਏਗਾ ਨੋਟਿਸ ਭੇਜਣ ਦਾ? ਵੀ ਜੇਕਰ ਤੈਨੂੰ ਜ਼ਰੂਰਤ ਹੈਗੀ ਹੈ ਤਾਂ ਮੈਂ ਇਹ ਰਾਈਟ ਸੇਲ ਕਰਨਾ ਚਾਹੁੰਦਾ, ਤੇ ਜੇ ਪਹਿਲਾਂ ਤੇਰਾ ਪ੍ਰੈਫਰੈਂਸ ਤੈਨੂੰ ਦਿੱਤੀ ਜਾਂਦੀ ਹੈ, ਜੇ ਤੂੰ ਇਹ ਖਰੀਦਣਾ ਚਾਹੁੰਦਾ ਤਾਂ ਪਹਿਲ ਤੇਰੀ ਹੈਗੀ, ਨਹੀਂ ਤਾਂ ਫਿਰ ਮੈਂ ਇਹ ਟ੍ਰਾਂਸਫਰ ਕਰ ਦੇਵਾਂਗਾ, ਠੀਕ ਹੈ। he will send notice to the landlord through ਤਹਿਸੀਲਦਾਰ, defer proceeding of transfer for 1 month from the notice। ਜਦੋਂ ਕੋਈ ਪ੍ਰੋਸੀਡਿੰਗ ਚੱਲ ਰਹੀਆਂ ਹੁੰਦੀਆਂ ਨੇ ਕਿਸੇ ਤਰ੍ਹਾਂ ਦੀਆਂ ਕੋਰਟ ਦੇ ਵਿੱਚ, ਚਾਹੇ ਉਹ ਮਤਲਬ ਕਿ ਲੈਂਡਲੌਰਡ ਨੇ ਫਾਈਲ ਕੀਤੀ ਹੋਵੇ ਸੂਟ ਕੋਈ ਟੈਨੈਂਟ ਦੇ ਖਿਲਾਫ,
ਉਸ ਇਨ ਬਿਟਵੀਨ ਟੀਨੈਟ ਕਹਿੰਦਾ ਹੋਵੇ ਮੈਂ ਆਪਦੇ ਰਾਈਟਸ ਟ੍ਰਾਂਸਫਰ ਕਰਨੇ ਆ, ਤਾਂ ਫਿਰ 1 ਮਹੀਨੇ ਦੇ ਲਈ ਜਿਹੜੀਆਂ ਪ੍ਰੋਸੀਡਿੰਗ ਹੁੰਦੀਆਂ ਨੇ ਉਹ ਡੈਫਰ ਕਰ ਦਿੱਤੀਆਂ ਜਾਂਦੀਆਂ ਨੇ, ਰੋਕ ਦਿੱਤੀਆਂ ਜਾਂਦੀਆਂ ਨੇ, ਬੰਦ ਕਰ ਦਿੱਤੀਆਂ ਜਾਂਦੀਆਂ, ਤਾਂ ਕਿ ਜਿਹੜੀ ਇਹ ਕਾਰਵਾਈ ਹੈਗੀ ਹੈ ਟ੍ਰਾਂਸਫਰ ਦੀ, ਇਹ ਜੇਕਰ ਪੂਰੀ ਹੁੰਦੀ ਹੈ ਤਾਂ ਹੋ ਲਵੇ। ਠੀਕ ਹੈ, ਉਹ ਕਾਰਵਾਈ ਨੂੰ ਰੋਕ ਕੇ ਜਿਹੜਾ ਨੋਟਿਸ ਹੈਗਾ ਉਹ ਲੈਂਡਲॉर्ड ਨੂੰ ਭੇਜ ਦਿੱਤਾ ਜਾਂਦਾ ਹੈ ਤਹਿਸੀਲਦਾਰ ਵੱਲੋਂ ਔਨ ਦਾ ਐਪਲੀਕੇਸ਼ਨ ਆਫ ਦਾ ਟੇਨੈਂਟ। ਟੇਨੈਂਟ ਐਪਲੀਕੇਸ਼ਨ ਦੇਗਾ ਤਹਿਸੀਲਦਾਰ ਨੂੰ, ਤੇ ਤਹਿਸੀਲਦਾਰ ਜਿਹੜਾ ਨੋਟਿਸ ਹੈਗਾ ਉਹ ਲੈਂਡਲॉर्ड ਨੂੰ ਭੇਜੇਗਾ। ਉਹਦੇ ਵਿੱਚ ਸਪੈਸੀਫਾਈ ਕਰੇਗਾ ਵੀ ਜਿਹੜਾ ਟੇਨੈਂਟ ਹੈਗਾ ਆਪਣੇ ਇਹ ਰਾਈਟਸ ਸੇਲ ਕਰਨਾ ਚਾਹੁੰਦਾ ਹੈ ਜਾਂ ਗਿਫਟ ਕਰਨਾ ਚਾਹੁੰਦਾ ਹੈ, ਜਾਂ ਫਿਰ ਇਹ ਆਪਣੇ ਜਿਹੜੇ ਰਾਈਟਸ ਹੈਗੇ ਨੇ ਇਹਨੂੰ ਕੰਡੀਸ਼ਨਲ ਸੇਲ ਕਰਨਾ ਚਾਹੁੰਦਾ, ਮੌਰਗੇਜ ਕਰਨਾ ਚਾਹੁੰਦਾ ਵਿਦ ਕੰਡੀਸ਼ਨਲ ਸੇਲ ਕਰਨਾ ਚਾਹੁੰਦਾ ਹੈ। ਜੇਕਰ ਤੂੰ ਇਹਨਾਂ ਰਾਈਟਸ ਨੂੰ ਲੈਣਾ ਪਰਚੇਜ ਕਰਨਾ ਚਾਹੁੰਦਾ ਹੈ ਤਾਂ ਤੈਨੂੰ ਇਹ ਮੌਕਾ ਦਿੱਤਾ ਜਾਂਦਾ ਹੈ, ਤੁਸੀਂ ਪਰਚੇਜ ਕਰ ਸਕਦੇ ਹੋ। ਫਿਰ ਕੀ ਹੈ ਸਬਸੈਕਸ਼ਨ 3 ਕੀ ਕਹਿੰਦਾ ਹੈ, ਵਿਦਿਨ ਦੈਟ 1 month ਲੈਂਡਲॉर्ड ਮੇ ਕਲੇਮ ਟੂ ਪਰਚੇਜ ਦਾ ਰਾਈਟ। 1 ਮਹੀਨਾ ਦਾ ਸਮਾਂ ਦਿੱਤਾ ਜਾਂਦਾ ਹੈ ਲੈਂਡਲॉर्ड ਨੂੰ, ਉਹ 1 ਮਿੰਟ ਦੇ ਸਮੇਂ ਦੇ ਅੰਦਰ ਅੰਦਰ ਕਲੇਮ ਕਰ ਸਕਦਾ ਹੈ ਉਹ ਰਾਈਟਸ ਨੂੰ ਜਿਹੜੇ ਇਹ ਪਰਚੇਜ ਕਰਨ ਦੇ ਲਈ ਜਿਹੜਾ ਹੈਗਾ 1 ਮਹੀਨੇ ਦੇ ਸਮੇਂ ਦੇ ਅੰਦਰ ਅੰਦਰ ਐਟ ਸੱਚ ਵੈਲਿਊ ਐਜ਼ ਰੈਵਨਿਊ ਆਫਿਸਰ ਮੇ ਫਿਕਸ ਔਨ ਦਾ ਐਪਲੀਕੇਸ਼ਨ। ਉਹ ਅਰਜੀ ਦੇਗਾ ਰੈਵਨਿਊ ਆਫਿਸਰ ਨੂੰ, ਰੈਵਨਿਊ ਆਫਿਸਰ ਵਿਲ ਡਿਸਾਈਡ ਦਾ ਅਮਾਉਂਟ, ਰੈਵਨਿਊ ਆਫਿਸਰ ਵੱਲੋਂ ਡਿਟਰਮਿਨ ਕੀਤੀ ਜਾਵੇਗੀ ਜਿਹੜੀ ਅਮਾਉਂਟ ਹੈਗੀ ਵੀ ਕਿੰਨੀ ਅਮਾਉਂਟ ਦੇ ਵਿੱਚ ਇਹ ਸੇਲ ਹੋਣੀ ਚਾਹੀਦੀ ਹੈ। ਠੀਕ ਹੈ, ਫਿਰ ਸਬਸੈਕਸ਼ਨ 4 ਕੀ ਕਹਿੰਦਾ ਹੈਗਾ, ਇਫ ਲੈਂਡ ਆਲਰੇਡੀ ਮੌਰਗੇਜਡ, ਜੇਕਰ ਲੈਂਡ ਜਿਹੜੀ ਪਹਿਲਾਂ ਹੀ ਮੌਰਗੇਜ ਕੀਤੀ ਗਈ ਹੈ ਟੇਨੈਂਟ ਵੱਲੋਂ, ਰੈਵਨਿਊ ਆਫਿਸਰ ਫਿਕਸ ਦਾ ਵੈਲਿਊ ਆਫ ਦਾ ਰਾਈਟ। ਤਾਂ ਜਿਹੜਾ ਰੈਵਨਿਊ ਆਫਿਸਰ ਹੈਗਾ ਉਹਦੇ ਆਕੂਪੈਂਸੀ ਜਿਹੜੇ ਰਾਈਟਸ ਹੈਗੇ ਉਹਦੀ ਵੈਲਿਊ ਫਿਕਸ ਕਰ ਦੇਗਾ। ਠੀਕ ਹੈ, ਐਜ਼ ਇਫ ਇਟ ਵਰ ਨਾਟ ਮੌਰਗੇਜ, ਮਤਲਬ ਇਹ ਸਮਝਦੇ ਹੋਏ ਫਿਕਸ ਕਰੇਗਾ ਵੀ ਜਿਹੜੇ ਇਹ ਰਾਈਟਸ ਨੇ ਜਿਹੜੀ ਇਹਨੇ ਮੌਰਗੇਜ ਕੀਤੀ ਹੋਈ ਹੈ ਉਹ ਫਰਦਰ ਟਾਈਮਿੰਗ ਨਹੀਂ ਕੀਤੀ ਗਈ, ਕਿਉਂਕਿ ਉਹਦੀ ਜਿਹੜੀ ਪੇਮੈਂਟ ਹੈ ਉਹਦੀ ਵੱਖਰੀ ਤੌਰ ਤੇ ਐਡਜਸਟਮੈਂਟ ਹੋ ਜਾਏਗੀ। ਇਹ ਸਮਝਦੇ ਹੋਏ ਉਸਦੀ ਜਿਹੜੇ ਵੈਲਿਊ ਹੈਗੀ ਹੈ ਆਕੂਪੈਂਸੀ ਟੈਨੈਂਸੀ ਦੀ ਜਿਹੜੀ ਵੈਲਿਊ ਹੈ ਉਹ ਫਿਕਸ ਕੀਤੀ ਜਾਵੇਗੀ ਰੈਵਨਿਊ ਆਫਿਸਰ ਵੱਲੋਂ। ਫਿਰ ਇਫ ਹੀ ਪੇਜ਼ ਦਾ ਵੈਲਿਊ ਟੂ ਦਾ ਰੈਵਨਿਊ ਆਫਿਸਰ, ਸੌਰੀ ਸਬਸੈਕਸ਼ਨ 5 ਦੇ ਵਿੱਚ ਕੀ ਹੈ, ਲੈਂਡਲॉर्ड ਸ਼ੈਲ ਬੀ ਡੀਮਡ ਟੂ ਹੈਵ ਦਾ ਪਰਚੇਜ਼ ਰਾਈਟ। Landlord shall be deemed to have purchased the right if he pays the value to the revenue officer। ਜੇ ਰੈਵਨਿਊ ਆਫਿਸਰ ਨੇ ਇੱਕ ਅਮਾਉਂਟ ਫਿਕਸ ਕਰ ਦਿੱਤੀ, ਉਹ ਵਾਲੀ ਅਮਾਉਂਟ ਜਿਹੜੀ ਲੈਂਡਲॉर्ड ਰੈਵਨਿਊ ਆਫਿਸਰ ਕੋਲ ਜਮ੍ਹਾਂ ਕਰਵਾ ਦਿੰਦਾ ਹੈ, ਤਾਂ ਇਹ ਪ੍ਰਜ਼ੂਮ ਕੀਤਾ ਜਾਵੇਗਾ ਵੀ ਜਿਹੜੇ ਲੈਂਡਲॉर्ड ਹੈਗਾ ਉਸਨੇ ਜਿਹੜੇ ਰਾਈਟਸ ਹੈਗੇ ਨੇ ਆਕੂਪੈਂਸੀ ਰਾਈਟਸ ਪਰਚੇਜ ਕਰ ਲਏ ਟੇਨੈਂਟ ਤੋਂ। ਠੀਕ ਹੈ, ਰੈਵਨਿਊ ਆਫਿਸਰ ਸ਼ੈਲ ਔਨ ਦਾ ਐਪਲੀਕੇਸ਼ਨ ਆਫ ਲੈਂਡਲॉर्ड ਪੁੱਟ ਦਾ ਲੈਂਡਲॉर्ड ਇਨ ਪੋਜੈਸ਼ਨ ਆਫ ਦਾ ਟੈਨੈਂਸੀ। ਪੇਮੈਂਟ ਦੇਣ ਤੋਂ ਬਾਅਦ ਲੈਂਡਲॉर्ड ਕਹੇਗਾ ਵੀ ਮੈਨੂੰ ਕਬਜ਼ਾ ਦਿੱਤਾ ਜਾਵੇ, ਪੋਜੈਸ਼ਨ ਦਿੱਤਾ ਜਾਵੇ, ਕਿਉਂਕਿ ਜਿਹੜੇ ਰਾਈਟਸ ਨੇ ਮੈਨੇ ਪਰਚੇਜ ਕਰ ਲਏ ਨੇ, ਮੈਂ ਤੁਹਾਡੇ ਕੋਲ ਪੇਮੈਂਟ ਜਮ੍ਹਾਂ ਕਰਾ ਦਿੱਤੀ ਹੈ, ਹੁਣ ਮੈਨੂੰ ਜਿਹੜਾ ਹੈਗਾ ਉਸ ਟੈਨੈਂਟ ਦਾ ਕਬਜ਼ਾ ਦਿੱਤਾ ਜਾਵੇ। Within such time, landlord shall be deemed to be purchase the right if he pays the value of the revenue officer with the such time as revenue officer appoints। revenue officer ने ਜਿਹੜਾ ਸਮਾਂ ਦਿੱਤਾ ਸੀ ਉਸ ਸਮੇਂ ਦੇ ਅੰਦਰ ਤੈਨੂੰ ਪੇਮੈਂਟ ਜਮ੍ਹਾਂ ਕਰਵਾ ਦੇਵੇ। ਫਿਰ ਸਬਸੈਕਸ਼ਨ 6 ਕੀ ਕਹਿੰਦਾ ਹੈ, on the value being so paid, ਜਦੋਂ ਉਸਨੇ ਵੈਲਿਊ ਪੇ ਕਰ ਦਿੱਤੀ ਲੈਂਡਲॉर्ड ਨੇ ਕੋਰਟ ਦੇ ਵਿੱਚ ਰੈਵਨਿਊ ਆਫਿਸਰ ਦੇ ਕੋਲੇ, the right of occupancy shall be extinct। ਜਿਹੜੇ ਆਕੂਪੈਂਸੀ ਦੇ ਜਿਹੜੇ ਰਾਈਟਸ ਹੁੰਦੇ ਨੇ ਟੈਨੈਂਟ ਦੇ ਉਹ ਖਤਮ ਹੋ ਜਾਂਦੇ ਨੇ ਉਸੇ ਦਿਨ ਤੋਂ। ਰੈਵਨਿਊ ਆਫਿਸਰ ਸ਼ੈਲ ਔਨ ਦਾ ਐਪਲੀਕੇਸ਼ਨ ਆਫ ਦਾ ਲੈਂਡਲॉर्ड ਪੁੱਟ ਦਾ ਲੈਂਡਲॉर्ड ਇਨ ਪੋਜੈਸ਼ਨ ਆਫ ਦਾ ਟੈਨੈਂਸੀ। ਟੈਨੈਂਟ ਦੇ ਜਿਹੜੇ ਰਾਈਟਸ ਨੇ ਉਹ ਖਤਮ ਹੋ ਜਾਂਦੇ ਨੇ ਪੇਮੈਂਟ ਜਮ੍ਹਾਂ ਹੋਣ ਤੋਂ ਬਾਅਦ, ਤੇ ਜਦੋਂ ਐਪਲੀਕੇਸ਼ਨ ਦਿੰਦਾ ਲੈਂਡਲॉर्ड ਰੈਵਨਿਊ ਆਫਿਸਰ ਨੂੰ ਕਬਜ਼ਾ ਦਿਵਾਉਣ ਦੀ ਖਾਤਰ, ਤਾਂ ਰੈਵਨਿਊ ਆਫਿਸਰ ਜਿਹੜਾ ਹੈਗਾ ਉਹਨੂੰ ਪੋਜੈਸ਼ਨ ਦੇ ਦਿੰਦਾ ਹੈ। ਇਫ ਦਾ ਸਬਸੈਕਸ਼ਨ 7 ਇਫ ਦਾ ਰਾਈਟ ਆਫ ਆਕੂਪੈਂਸੀ ਆਲਰੇਡੀ ਮੌਰਗੇਜਡ, ਜੇ ਉਹ ਰਾਈਟ ਨੇ ਜਿਹੜੇ ਟੈਨੈਂਟ ਕੋਲੇ ਹੈਗੇ ਸੀ ਆਕੂਪੈਂਸੀ ਦੇ ਉਹਨੇ ਆਲਰੇਡੀ ਮੌਰਗੇਜ ਕੀਤੇ ਹੋਏ ਨੇ, ਤਾਂ ਟੈਨੈਂਸੀ ਸ਼ੈਲ ਪਾਸ ਟੂ ਦਾ ਲੈਂਡਲॉर्ड ਅਨਇਨਕੰਬਰਡ ਬਾय ਦਾ ਮੌਰਗੇਜ। ਜਿਹੜੀ ਟੈਨੈਂਸੀ ਹੈ ਉਹ ਮੌਰਗੇਜ ਜਿਹੜੀ ਟੈਨੈਂਸੀ ਹੈਗੀ ਹੈ ਉਹ ਮਾਲਕ ਨੂੰ ਟ੍ਰਾਂਸਫਰ ਹੋ ਜਾਏਗੀ ਐਜ਼ ਇਟ ਇਜ਼ ਅਨਇਨਕੰਬਰਡ, ਵੀ ਇਹਦੇ ਤੇ ਕੋਈ ਭਾਰ ਨਹੀਂ ਹੈਗਾ, ਭਾਰ ਮੁਕਤ ਜਿਹੜੀ ਹੈਗੀ ਟੈਨੈਂਸੀ ਹੈ ਉਹ ਟ੍ਰਾਂਸਫਰ ਹੋਏਗੀ। ਜਿਹੜਾ ਭਾਰ ਹੈਗਾ ਉਹ ਦੇ ਵਿਲ ਬੀਅਰ ਦਾ ਬਾय ਦਾ ਟੈਨੈਂਟ, ਜਿਹੜੀ ਅਮਾਉਂਟ ਹੈਗੀ ਹੈ ਜਿਹੜੀ ਪੇ ਕੀਤੀ ਗਈ ਹੈ ਲੈਂਡਲॉर्ड ਨੇ ਉਹਨੂੰ ਆਕੂਪੈਂਸੀ ਰਾਈਟਸ ਪਰਚੇਜ ਕਰਨ ਦੀ ਖਾਤਰ ਜਿਹੜੀ ਅਮਾਉਂਟ ਪੇ ਕੀਤੀ ਗਈ ਹੈ, ਠੀਕ ਹੈ, ਉਹ ਜਿਹੜੀ ਪੇਮੈਂਟ ਹੈਗੀ ਹੈ ਉਹਦੇ ਵਿੱਚੋਂ ਜਿਹੜੀ ਮੌਰਗੇਜ ਮਨੀ ਹੈਗੀ ਹੈ ਉਹ ਐਡਜਸਟ ਕੀਤੀ ਜਾਵੇਗੀ। ਬਟ ਦਾ ਮੌਰਗੇਜੀ ਡੈਟ ਸ਼ੈਲ ਬੀ ਚਾਰਜ ਔਨ ਦਾ ਪਰਚੇਜ ਮਨੀ। ਜਿਹੜੀ ਪਰਚੇਜ ਮਨੀ ਹੈਗੀ ਹੈ ਟੈਨੈਂਟ ਨੂੰ ਪੇ ਕੀਤੀ ਜਾਣੀ ਹੈ, ਜਿਹੜੀ ਕਿ ਲੈਂਡਲॉर्ड ਨੇ ਕੋਰਟ ਦੇ ਜਮ੍ਹਾਂ ਕਰਾਈ ਹੈ, ਰੈਵਨਿਊ ਆਫਿਸਰ ਕੋਲ ਜਮ੍ਹਾਂ ਕਰਾਈ ਹੈ, ਉਹ ਟੈਨੈਂਟ ਨੂੰ ਪੇ ਕੀਤੀ ਜਾਣੀ ਹੈ। ਪਰ ਉਹਦੇ ਵਿੱਚੋਂ ਜਿਹੜਾ ਹੈਗਾ ਡੈਟ ਹੈਗਾ, ਜਿਹੜਾ ਕਰਜ਼ਾ ਹੈਗਾ ਮੌਰਗੇਜ ਦਾ, ਠੀਕ ਹੈ, ਗਹਿਣੇ ਦਾ, ਉਹ ਕਰਜ਼ਾ ਮਤਲਬ ਕਿ ਡਿਡਕਟ ਕਰਕੇ
ਤਾਂ ਕਿ ਜਿਹੜੀ ਜ਼ਮੀਨ ਹੈਗੀ ਆ ਉਹ ਲੈਂਡਲॉर्ड ਨੂੰ ਭਾਰ ਮੁਕਤ ਜਾਵੇ, ਉਹ ਪੇਮੈਂਟ ਜਿਹੜੀ ਹੈਗੀ ਆ ਮੌਰਗੇਜੀ ਨੂੰ ਦਿੱਤੀ ਜਾਵੇ ਵੱਖਰੇ ਤੌਰ ਤੇ ਉਹਦੇ ਵਿੱਚੋਂ ਘਟਾ ਕੇ। सबसेक्शन 8 ਕੀ ਕਹਿੰਦਾ ਹੈ, ਇਫ देयर इज नो सच चार्ज एज अफोरसेड, ਜੇ ਕੋਈ ਚਾਰਜ ਨਹੀਂ ਹੈਗਾ, ਕੋਈ ਮੌਰਗੇਜ ਨਹੀਂ ਹੈਗਾ ਉਸ ਲੈਂਡ ਦੇ ਉੱਪਰ, ਠੀਕ ਹੈ, ਰੈਵਨਿਊ ਆਫੀਸਰ ਸ਼ੈਲ ਪੇ ਦਾ ਪਰਚੇਜ ਮਨੀ ਟੂ ਦਾ ਟੈਨੈਂਟ, ਤਾਂ ਜਿਹੜੀ ਪਰਚੇਜ ਮਨੀ ਹੈਗੀ ਆ ਉਹ ਪੂਰੀ ਦੀ ਪੂਰੀ, ਉਹਦੇ 'ਚ ਫਿਰ ਕੋਈ ਰਿਡਕਸ਼ਨ ਨਹੀਂ ਹੋਏਗੀ, ਠੀਕ ਹੈ, ਪੂਰੀ ਦੀ ਪੂਰੀ ਜਿਹੜੀ ਅਮਾਊਂਟ ਹੈਗੀ ਹੈ ਜਿਹੜੀ ਰੈਵਨਿਊ ਆਫੀਸਰ ਕੋਲ ਜਮ੍ਹਾਂ ਕਰਾਈ ਹੈ ਲੈਂਡਲॉर्ड ਨੇ, ਜਿਹੜਾ ਰੈਵਨਿਊ ਆਫੀਸਰ ਹੈ ਉਹ ਪੇ ਕਰ ਦੇਗਾ ਟੈਨੈਂਟ ਨੂੰ। ਜੇ ਕਿਤੇ ਕੋਰਟ ਵੱਲੋਂ ਕੋਈ ਹੋਰ ਡਾਇਰੈਕਸ਼ਨ ਜਾਰੀ ਹੋਈ ਵੀ ਹੈ ਤਾਂ ਐਜ਼ ਪਰ ਦਾ ਡਾਇਰੈਕਸ਼ਨ, ਅਦਰਵਾਈਜ਼ ਵਿਦਆਊਟ ਐਨੀ ਡਿਡਕਸ਼ਨ ਜਿਹੜੀ ਪੇਮੈਂਟ ਹੈਗੀ ਹੈ ਉਹ ਰੈਵਨਿਊ ਆਫੀਸਰ ਵੱਲੋਂ ਟੈਨੈਂਟ ਨੂੰ ਪੇ ਕਰ ਦਿੱਤੀ ਜਾਵੇਗੀ। ਕਾਹਦੀ ਪੇਮੈਂਟ ਕੀਤੀ? ਆਕੂਪੈਂਸੀ ਟੈਨੈਂਸੀ ਦੀ ਸੇਲ ਪਰਚੇਜ ਦੀ ਪੇਮੈਂਟ ਹੈ। ਸੈਕਸ਼ਨ ਸਬਸੈਕਸ਼ਨ 9 ਹੈਗਾ, ਇਫ देयर इज सच ए चार्ज, ਜੇ ਕੋਈ ਚਾਰਜ ਹੈਗਾ ਉਸ ਲੈਂਡ ਦੇ ਉੱਪਰ, ਦ ਰੈਵਨਿਊ ਆਫੀਸਰ ਸ਼ੈਲ ਆਈਦਰ ਅਪਲਾਈ ਇਨ ਡਿਸਚਾਰਜ ਆਫ ਮੌਰਗੇਜ ਡੈਟ, ਜਾਂ ਤਾਂ ਫਿਰ ਉਸ ਚਾਰਜ ਨੂੰ ਜਿਹੜਾ ਹੈਗਾ ਮੌਰਗੇਜ ਡੈਟ ਦੇ ਵਿੱਚ ਐਡਜਸਟ ਕਰੇਗੀ। ਜੇ ਕੋਈ ਚਾਰਜ ਹੈਗਾ, ਜਿਹੜੀ ਪਰਚੇਜ ਮਨੀ ਹੈ ਉਸ ਪਰਚੇਜ ਮਨੀ ਨੂੰ ਮੌਰਗੇਜ ਚਾਰਜ ਦੇ ਵਿੱਚ ਐਡਜਸਟ ਕਰੇਗੀ, ਠੀਕ ਹੈ। ਸੋ ਮਚ ਆਫ ਦਾ ਮਨੀ ਐਜ਼ ਇਜ਼ ਰਿਕੁਆਇਰਡ, ਜਿਹਨੇ ਮੰਨ ਲਓ ਜਿਹੜੀ ਆਕੂਪੈਂਸੀ ਰਾਈਟਸ ਜਿਹੜੇ ਵੇਚੇ ਹੈਗੇ ਨੇ 5000 ਰੁਪਏ ਦੇ ਵੇਚੇ ਨੇ, 2000 ਰੁਪਏ ਦਾ ਉਹਦੇ ਉੱਪਰ ਰੈਂਟ ਖੜਾ ਹੈ, ਠੀਕ ਹੈ, ਪਹਿਲਾਂ ਉਹ 2000 ਰੁਪਏ ਵਿੱਚੋਂ ਡਿਡਕਟ ਹੋਏਗਾ, ਪੇ ਦਾ ਦੈਨ ਪੇ ਦਾ ਬੈਲੈਂਸ ਇਫ ਐਨੀ ਟੂ ਦਾ ਟੈਨੈਂਟ, ਤਾਂ ਜੇ ਜਿਹੜਾ 3000 ਰੁਪਏ ਬਚ ਗਿਆ ਉਹ ਟੈਨੈਂਟ ਨੂੰ ਪੇ ਕੀਤਾ ਜਾਵੇਗਾ। ਜੇ ਡੈਟ ਹੀ ਪੂਰਾ ਹੈਗਾ ਤਾਂ ਸਾਰੀ ਅਮਾਊਂਟ ਡੈਟ ਦੇ ਵਿੱਚ ਚਲੀ ਜਾਏਗੀ, ਉਹਨੂੰ ਪਰਚੇਜ ਮਨੀ ਦੀ ਅਮਾਊਂਟ ਜਿਹੜੀ ਹੈਗਾ ਟੈਨੈਂਟ ਨੂੰ ਨਹੀਂ ਮਿਲੇਗੀ। ਔਰ ਰਿਟੇਨ ਪਰਚੇਜ ਮਨੀ, ਰੈਵਨਿਊ ਆਫਿਸਰ ਜਿਹੜੀ ਪਰਚੇਜ ਮਨੀ ਹੈ ਉਹਨੂੰ ਆਪਦੇ ਕੋਲ ਰਿਟੇਨ ਕਰਕੇ ਵੀ ਰੱਖ ਸਕਦਾ ਹੈ। ਕਿਉਂ? ਮੰਨ ਲਓ ਕੋਈ ਕੋਰਟ ਕੇਸ ਪੈਂਡਿੰਗ ਪਿਆ ਹੈ, ਠੀਕ ਹੈ, ਜੋ ਕੋਰਟ ਆਰਡਰ ਕਰੇਗੀ ਪੈਂਡਿੰਗ ਦਾ ਡਿਸੀਜਨ ਆਫ ਦਾ ਕੋਰਟ ਟੂ ਹੋਮ ਇਟ ਹੈਜ਼ ਟੂ ਬੀ ਪੇਡ, ਕਿਹਨੂੰ ਦਿੱਤੀ ਜਾਣੀ ਹੈ ਅਮਾਊਂਟ? ਮੰਨ ਲਓ ਕੋਈ ਲੈਂਡਲॉर्ड ਦਾ ਝਗੜਾ ਪਿਆ ਹੋਇਆ ਹੈਗਾ, ਠੀਕ ਹੈ, ਟੈਨੈਂਟ ਦਾ ਆਪਸੀ ਕੋਈ ਡਿਸਪਿਊਟ ਕੋਰਟ ਦੇ ਵਿੱਚ ਚੱਲਦਾ ਹੈਗਾ, ਐਜ਼ ਪਰ ਦਾ ਡਾਇਰੈਕਸ਼ਨ ਆਫ ਦਾ ਕੋਰਟ ਜਿਹੜੀ ਪਰਚੇਜ ਮਨੀ ਹੈ ਉਹ ਉਸ ਵਿਅਕਤੀ ਨੂੰ ਦਿੱਤੀ ਜਾਵੇ ਜਿਹੜਾ ਕੋਈ ਕੋਰਟ ਜਿਹਨੂੰ ਵੀ ਇੰਟਾਈਟਲ ਸਮਝੇਗੀ। सबसेक्शन 10 ਦੇ ਵਿੱਚ ਕੀ ਹੈ, ਵੇਅਰ देयर आर ਸੈਵਰਲ ਲੈਂਡਲॉर्ड्स, ਜੇ ਉਸ ਟੈਨੈਂਸੀ ਦੇ ਰਿਗਾਰਡਿੰਗ ਜਿਹੜੇ ਮਾਲਕ ਨੇ ਉਹ ਜ਼ਿਆਦਾ ਨੇ, ਕਿਸੇ ਅਸਲ ਮਾਲਕ ਦੀ ਡੈਥ ਹੋਣ ਤੋਂ ਬਾਅਦ ਉਹਦੇ ਮਾਲਕ ਜ਼ਿਆਦਾ ਬਣ ਗਏ, ਵਿਰਾਸਤ ਹੋ ਗਈ, ਸਕਸੈਸ਼ਨ ਹੋ ਗਿਆ, ਠੀਕ ਹੈ, ਐਨੀ ਵਨ ਆਫ them may be deemed to the landlord, ਤਾਂ ਕਿਸੇ ਨੂੰ ਵੀ ਕੋਈ ਵੀ ਪਰਚੇਜ ਉਹਦੇ ਚੋਂ ਕਰ ਸਕਦਾ, ਇਹ ਨਹੀਂ ਹੈਗਾ ਵੀ ਸਾਰੀ ਪਰਚੇਜ ਕਰਨ। ਆਕੂਪੈਂਸੀ ਟੈਨੈਂਟਸ ਨੂੰ ਨੋਟਿਸ ਦੇਣ ਤੋਂ ਬਾਅਦ ਕੋਈ ਵੀ ਟੈਨੈਂਟ ਆ ਕੇ ਪਰਚੇਜ, ਕੋਈ ਵੀ ਲੈਂਡਲॉर्ड ਹੈਗਾ ਉਹ ਪਰਚੇਜ ਕਰ ਸਕਦਾ, ਉਹਨੂੰ ਵੀ ਹੀ ਮਾਲਕ ਸਮਝਣਾ ਪ੍ਰਜੂਮ ਕੀਤਾ ਜਾਵੇਗਾ। ਫॉर दिस सेक्शन सबसेक्शन 11 नो सूट और अदर प्रोसीडिंग शैल बी इंस्टीट्यूटेड अगेंस्ट गवर्नमेंट ऑफिसर, तहसीलदार है ਜਿਹੜਾ ਕਾਰਵਾਈ ਕਰ ਰਿਹਾ ਹੈਗਾ ਉਹਦੇ ਖਿਲਾਫ ਕੋਈ ਵੀ ਕਾਰਵਾਈ, ਕੋਈ ਵੀ ਐਕਸ਼ਨ, ਕੋਈ ਵੀ ਸੂਟ ਇਨ ਰਿਸਪੈਕਟ ਆਫ ਸੈਕਸ਼ਨ, ਇਹਦੇ ਸੈਕਸ਼ਨ ਦੇ ਵਿੱਚ ਜਦੋਂ ਕੋਈ ਉਹਦੀ ਜਿਹੜੀ ਪੇਮੈਂਟ ਡਿਟਰਮਿਨ ਕੀਤੀ ਜਾਂਦੀ ਹੈ ਜਾਂ ਕਬਜ਼ਾ ਕਾਰਵਾਈ ਕੀਤੀ ਜਾਂਦੀ ਹੈ ਜਾਂ ਮਾਲਕ ਨੂੰ ਕਬਜ਼ਾ ਦਵਾ ਦਿੱਤਾ ਜਾਂਦਾ ਹੈ, ਠੀਕ ਹੈ, ਇਹਨਾਂ ਕੇਸਾਂ ਦੇ ਵਿੱਚ ਜਾਂ ਪੇਮੈਂਟ ਦਿੱਤੀ ਜਾਂਦੀ ਹੈ ਟੈਨੈਂਟ ਨੂੰ, ਇਸ ਦੇ ਰਿਗਾਰਡਿੰਗ ਕੋਈ ਵੀ ਜਿਹੜਾ ਪਾਰਟੀ ਹੈਗੀ ਹੈ, ਕੋਈ ਵੀ ਟੈਨੈਂਟ ਹੈਗਾ ਤਹਿਸੀਲਦਾਰ ਦੇ ਖਿਲਾਫ, ਗਵਰਨਮੈਂਟ ਦੇ ਖਿਲਾਫ, ਰੈਵਨਿਊ ਆਫਿਸਰ ਦੇ ਖਿਲਾਫ ਕੋਈ ਵੀ ਸੂਟ ਫਾਈਲ ਨਹੀਂ ਕੀਤਾ ਜਾ ਸਕਦਾ। ਜਿਹੜੇ ਇਹ ਵਾਲੇ ਸਬ ਸੈਕਸ਼ਨ ਹੈਗੇ ਨੇ 10-11 ਆਪਾਂ ਪੜ੍ਹ ਕੇ ਹਟੇ ਹਾਂ, 9-10-11, ਪਰ ਫਿਰ ਵੀ ਜੇਕਰ ਰੈਵਨਿਊ ਆਫਿਸਰ ਵੱਲੋਂ ਕਿਸੇ ਵਿਅਕਤੀ ਨੂੰ ਪੇਮੈਂਟ ਕੀਤੀ ਗਈ ਹੈ, ਠੀਕ ਹੈ, ਤਾਂ ਕੋਈ ਟੈਨੈਂਟ ਜਾਂ ਕੋਈ ਟੈਨੈਂਟ ਕਹਿੰਦਾ ਵੀ ਇਹ ਟੈਨੈਂਟ ਜਿਹੜੀ ਪੇਮੈਂਟ ਇਹਨੂੰ ਕੀਤੀ ਹੈ ਗਲਤ ਕੀਤੀ ਗਈ ਹੈ, ਤਾਂ ਕਿਸੇ ਵਿਅਕਤੀ ਦੇ ਖਿਲਾਫ ਤਾਂ ਜਿਹੜਾ ਟੈਨੈਂਟ ਹੈਗਾ ਜਾ ਕੇ ਸੂਟ ਫਾਈਲ ਕਰ ਸਕਦਾ ਹੈ ਆਪਦੀ ਜਿਹੜੀ ਰਿਕਵਰੀ ਵਾਸਤੇ, ਵੀ ਨਹੀਂ, ਜਾਂ ਕੋਈ ਮਾਲਕ ਹੈ, ਕਿਸੇ ਮਾਲਕ ਨੂੰ ਪੇਮੈਂਟ ਹੋ ਗਈ, ਦੂਜਾ ਮਾਲਕ ਕਹਿੰਦਾ ਵੀ ਪੇਮੈਂਟ ਤਾਂ ਮੈਨੂੰ ਹੋਣੀ ਸੀਗੀ, ਠੀਕ ਹੈ, ਉਹ ਕੋਈ ਵਿਅਕਤੀ ਇੱਕ ਦੂਜੇ ਦੇ ਖਿਲਾਫ ਜਾ ਕੇ ਸੂਟ ਫਾਈਲ ਕੀਤਾ ਜਾ ਸਕਦਾ ਪ੍ਰਾਈਵੇਟ ਵਿਅਕਤੀ ਦੇ ਖਿਲਾਫ, ਪਰ ਜਿਹੜਾ ਹੈਗਾ ਰੈਵਨਿਊ ਆਫਿਸਰ ਦੇ ਖਿਲਾਫ ਜਾਂ ਸਰਕਾਰ ਦੇ ਖਿਲਾਫ ਕੋਈ ਦਾਅਵਾ ਜਿਹੜਾ ਹੈਗਾ ਇਸ ਕੇਸ ਦੇ ਵਿੱਚ ਨਹੀਂ ਕੀਤਾ ਜਾ ਸਕਦਾ। ਨੈਕਸਟ ਹੈ ਸਰ ਜੀ, ਇਹਦੇ ਵਿੱਚ ਕੋਈ ਟਾਈਮ ਫਿਕਸ ਨਹੀਂ ਕੀਤਾ ਕਿੰਨਾ ਚਿਰ ਕੇਸ ਚੱਲਦੇ ਰਹਿੰਦੇ? ਕਾਹਦੇ ਕੇਸ? ਇਦਾਂ ਦੇ ਉਹਨੇ ਟ੍ਰਾਂਸਫਰ ਕਰਨੀ ਆ, ਉਹਨੇ ਜਿੱਦਾਂ ਪ੍ਰੋਸੈਸ ਦੱਸਿਆ ਸਾਰਾ ਰੈਵਨਿਊ ਦੂਸਰੇ ਦੇ ਕੋਲ ਜਾਊਗਾ, ਰੈਵਨਿਊ ਕੋਰਟ ਦੇ ਵਿੱਚ ਰੈਵਨਿਊ ਆਫਿਸਰ ਦੇ ਕੋਲ, ਤੇ ਕਿੰਨਾ ਟਾਈਮ ਲੱਗਦਾ ਇਹਨੂੰ ਇਸ ਚੀਜ਼ ਨੂੰ ਟ੍ਰਾਂਸਫਰ ਕਰਨ ਲਈ? ਤਾਂ ਉਹਦਾ ਪਰਪਸ ਹੀ ਖਤਮ ਹੋ ਜਾਊਗਾ ਜੇ ਇੰਨਾ ਲੌਂਗ ਟਾਈਮ ਲੱਗ ਜਾਂਦਾ, ਇਹਦੇ ਟਾਈਮ ਨਹੀਂ ਕੋਈ ਫਿਕਸ? ਇਹ ਤਾਂ ਪਰਪਸ ਹੁਣ ਵੀ ਖਤਮ ਹੁੰਦੇ ਆ, ਆਪਾਂ ਇਹਨਾਂ ਕੋਲ ਪਾਰਟੀਸ਼ਨ ਦੇ ਕੇਸਿਸ ਹੁੰਦੇ ਆ, ਆਪਣੇ ਕੋਲ 10-10 ਸਾਲ ਚੱਲਦੇ ਰਹਿੰਦੇ ਨੇ, 15-15 ਸਾਲ ਚੱਲਦੇ ਰਹਿੰਦੇ ਨੇ, 20-20 ਸਾਲ ਚੱਲਦੇ ਰਹਿੰਦੇ ਨੇ, ਚੱਲਦੇ ਰਹਿੰਦੇ ਸੀ ਕੇਸ ਹੈ। ਇਹ ਇਦਾਂ ਦੇ ਕੇਸ ਵੀ 15-20 ਸਾਲ ਚੱਲਦੇ ਨਹੀਂ, ਇਹ ਰੈਵਨਿਊ ਕੋਰਟਾਂ ਦੇ ਜਿਹੜੇ ਕੇਸ ਨੇ ਇਦਾਂ ਦੇ ਜ਼ਿਆਦਾ ਲੰਮੇ ਸਮੇਂ ਨਹੀਂ ਚੱਲਦੇ ਹੈਗੇ। ਇਹ ਤਾਂ ਕੀ ਕੇਸ ਹੁੰਦੇ ਨੇ, ਜ਼ਿਆਦਾ ਤੋਂ ਜ਼ਿਆਦਾ ਇਹ ਹੁੰਦਾ ਐਜੈਕਟਮੈਂਟ ਦਾ ਕੇਸ ਹੁੰਦਾ, ਜ਼ਿਆਦਾ ਤੋਂ ਜ਼ਿਆਦਾ ਇੰਪਰੂਵਮੈਂਟ ਦਾ ਕੇਸ ਹੁੰਦਾ,
ਜਾਂ ਰੈਂਟ ਦੇ ਘਟਾਉਣ ਵਧਾਉਣ ਦਾ ਕੇਸ ਹੁੰਦਾ, ਰਿਡਕਸ਼ਨ ਦਾ ਕੇਸ ਹੁੰਦਾ, ਇਨਹਾਂਸਮੈਂਟ ਦਾ ਕੇਸ ਹੁੰਦਾ। ਹਾਂਜੀ ਠੀਕ ਹੈ, ਉਹ ਤਾਂ ਬੜੇ ਸ਼ਾਰਟ ਕੇਸ ਹੁੰਦੇ ਆ ਜਿਹੜੇ ਡਿਸਾਈਡ ਕਰ ਦਿੰਦੇ ਨੇ, ਰੈਵਨਿਊ ਆਫੀਸਰ ਨੇ ਡਿਸਾਈਡ ਕਰਨੇ ਹੁੰਦੇ ਆ, ਰੈਵਨਿਊ ਕੋਰਟ ਨੇ ਡਿਸਾਈਡ ਕਰਨੇ ਹੁੰਦੇ ਆ, ਇਹ ਜ਼ਿਆਦਾ ਲੰਮਾ ਸਮਾਂ ਨਹੀਂ ਚੱਲਦੇ। ਦੂਜੇ ਆਪਾਂ ਪੜ੍ਹ ਕੇ ਹਟੇ ਵੀ ਜਦੋਂ ਕਿਤੇ ਇਹ ਗੱਲ ਆਪਾਂ ਜਿਹੜਾ ਸੈਕਸ਼ਨ ਪੜ੍ਹਿਆ ਇਹ ਹੈਗਾ ਸੈਕਸ਼ਨ ਟ੍ਰਾਂਸਫਰ ਆਫ ਆਕੂਪੈਂਸੀ ਰਾਈਟਸ, ਵੀ ਕਦੋਂ ਕੋਈ ਟੈਨੈਂਟ ਆਪਣੇ ਜਿਹੜੇ ਰਾਈਟਸ ਨੂੰ ਟ੍ਰਾਂਸਫਰ ਕਰ ਸਕਦਾ ਹੈ, ਕਿਵੇਂ ਕਿਵੇਂ ਕਰ ਸਕਦਾ ਹੈ। ਟਾਈਮ ਠੀਕ ਹੈ। ਫਿਕਸ ਨਹੀਂ ਕੀਤਾ, ਉਹ ਤਾਂ ਡਿਸੀਜਨ ਦਾ ਨਾ ਜੀ ਬਸ। ਹਾਂ ਨਹੀਂ ਟਾਈਮ ਫਿਕਸ ਕੋਈ ਨਹੀਂ ਹੈ, ਇਹ ਕੋਰਟ ਅਪੀਲੇਬਲ ਦੇ ਸਾਰੇ ਇਹ ਆਰਡਰ ਕੇਸ ਤਾਂ ਸਾਰੇ ਅਪੀਲੇਬਲ ਹੁੰਦੇ ਆ, ਕੇਸ ਸਾਰੇ ਅਪੀਲੇਬਲ ਹੁੰਦੇ ਆ। ਥੈਂਕ ਯੂ। ਇਹਦੇ ਵਿੱਚ ਤਾਂ ਸਿੰਪਲ ਇਹੀ ਕਿਹਾ ਹੈਗਾ ਵੀ ਜਦੋਂ ਵੀ ਜਿਹੜੀ ਅਮਾਊਂਟ ਫਿਕਸ ਹੋ ਗਈ, ਜਦੋਂ ਅਮਾਊਂਟ ਫਿਕਸ ਹੋ ਗਈ ਟ੍ਰਾਂਸਫਰ ਦੀ, ਸੇਲ ਦੀ ਜਾਂ ਮੌਰਗੇਜ ਦੀ, ਜਦੋਂ ਅਮਾਊਂਟ ਫਿਕਸ ਹੋ ਗਈ, ਠੀਕ ਹੈ, ਸਭ ਤੋਂ ਪਹਿਲ ਦਿੱਤੀ ਜਾਂਦੀ ਹੈ ਲੈਂਡਲੋਰਡ ਨੂੰ। ਉਹ ਥਰਡ ਪਰਸਨ ਨੂੰ ਸੇਲ ਕਰਨ ਤੋਂ ਪਹਿਲਾਂ ਨੋਟਿਸ ਦੇਵੇਗਾ ਲੈਂਡਲੋਰਡ ਨੂੰ। ਜੇ ਲੈਂਡਲੋਰਡ ਪਰਚੇਜ ਕਰਨਾ ਚਾਹੁੰਦਾ ਹੈ ਆਪਣੇ ਰਾਈਟਸ ਇਹ, ਤਾਂ ਲੈਂਡਲੋਰਡ ਇਜ਼ ਆਪਸ਼ਨ, ਉਹਨੂੰ ਪ੍ਰੈਫਰ ਕੀਤਾ ਜਾਂਦਾ ਹੈ। ਜੇ ਲੈਂਡਲੋਰਡ ਪੇਮੈਂਟ ਜਮ੍ਹਾਂ ਕਰਵਾ ਦਿੰਦਾ ਹੈ ਰੈਵਨਿਊ ਕੋਰਟ ਦੇ ਵਿੱਚ ਆ ਕੇ, ਤਾਂ ਜਿਹੜੇ ਰਾਈਟਸ ਨੇ ਉਹ ਉਸੇ ਵੇਲੇ ਟ੍ਰਾਂਸਫਰ ਹੋ ਜਾਂਦੇ ਨੇ, ਕਿਉਂਕਿ ਜਿਹੜਾ ਟੈਨੈਂਟ ਹੈ ਖੁਦ ਹੀ ਟ੍ਰਾਂਸਫਰ ਕਰਨਾ ਚਾਹੁੰਦਾ ਨਾ, ਟੈਨੈਂਟ ਖੁਦ ਹੀ ਆਪਣੇ ਰਾਈਟਸ ਟ੍ਰਾਂਸਫਰ ਕਰਨਾ ਚਾਹੁੰਦਾ ਹੈ। ਇਸ ਕਰਕੇ ਇਹ ਕਿਉਂ ਕਰਨਾ ਚਾਹੁੰਦਾ ਹੈ? ਇਹ ਜਦੋਂ ਕਿਸੇ ਡਿਸਪਿਊਟ ਨੂੰ ਨਿਬੇੜਨਾ ਹੁੰਦਾ ਹੈ, ਜਦੋਂ ਕਿਸੇ ਕੋਰਟ ਦੇ ਵਿੱਚ ਕੋਈ ਡਿਸਪਿਊਟ ਚੱਲ ਰਿਹਾ ਹੈ, ਉੱਥੇ ਆ ਕੇ ਆਲਾ ਕਹਿੰਦਾ ਯਾਰ ਮੈਂ ਤਾਂ ਇਹ ਸੇਲ ਹੀ ਕਰ ਦਵਾਂ, ਮਾਲਕ ਨੂੰ ਦਵਾ ਦਿਓ ਜੀ, ਮੈਨੂੰ ਪੈਸੇ ਦਵਾ ਦਿਓ, ਠੀਕ ਹੈ। ਭਾਵੇਂ ਉਹਨੇ ਆਪਣੇ ਬੱਚਿਆਂ ਨੂੰ ਵੇਚਣੀ ਹੋਵੇ ਤਾਂ ਵੀ ਇੰਨਾ ਪ੍ਰੋਸੈਸ ਕਰਨਾ। ਹਾਂ, ਬੱਚਿਆਂ ਨੂੰ ਥੋੜਾ ਵੇਚਣੀ ਹੈ, ਬੱਚਿਆਂ ਨੂੰ ਤਾਂ ਟ੍ਰਾਂਸਫਰ ਆਪਣੇ ਆਪ ਚਲੇ ਜਾਂਦੇ ਆ, ਰਾਈਟਸ ਚਲੇ ਜਾਂਦੇ ਨੇ, ਬੱਚਿਆਂ ਨੂੰ ਤਾਂ ਇਨਹੈਰੀਟੈਂਸ ਹੁੰਦੀ ਹੈ, ਸਕਸੈਸ਼ਨ ਹੁੰਦੀ ਹੈ। ਵੇਚ ਤਾਂ ਸਕਦਾ ਨਾ। ਚਲੋ ਵੇਚ ਤਾਂ ਸੇਲ ਕਿਸੇ ਨੂੰ ਵੀ ਕਰ ਸਕਦਾ, ਪਰ ਉਂਝ ਬੱਚਿਆਂ ਨੂੰ ਤਾਂ ਵੇਚਣ ਦੀ ਲੋੜ ਨਹੀਂ ਹੁੰਦੀ, ਸਕਸੈਸ਼ਨ ਹੋ ਜਾਂਦਾ, ਇਨਹੈਰੀਟੈਂਸ ਹੋ ਜਾਂਦੀ ਹੈ, ਵਿਲ ਹੋ ਜਾਂਦੀ ਹੈ। ਠੀਕ ਹੈ ਸਰ, ਥੈਂਕ ਯੂ। ਠੀਕ ਹੈ। ਨੈਕਸਟ ਪੜਾਂਗੇ ਆਪਾਂ ਸੈਕਸ਼ਨ 54। ਇਹ ਜਿਹੜਾ ਸੈਕਸ਼ਨ 53 ਹੈ ਇਹ ਬਹੁਤ ਇੰਪੋਰਟੈਂਟ ਹੈਗਾ, ਔਰ ਲੰਮਾ ਚੌੜਾ ਵੀ ਹੈਗਾ। ਤੁਹਾਡੇ ਕੋਲ ਇਹਦੇ ਵਿੱਚ ਜਿਵੇਂ ਤੁਹਾਡੇ ਕੋਲ 11 ਪੁਆਇੰਟਸ ਹੈਗੇ ਨੇ, 11 ਪੁਆਇੰਟਸ ਕੱਲੇ ਪੁਆਇੰਟਸ ਤੇ ਵੀ ਕੁਐਸਚਨ ਆ ਸਕਦਾ ਹੈ, ਸਿੰਗਲ ਪੁਆਇੰਟ ਤੇ ਵੀ। ਹਰ ਜਿਹੜਾ ਪੁਆਇੰਟ ਹੈਗਾ ਸੈਪਰੇਟ ਹੈਗਾ, ਹਰ ਪੁਆਇੰਟ ਦੇ ਵਿੱਚ ਵੱਖਰਾ ਹੈਗਾ ਜਿਹੜੀ ਪ੍ਰੋਵੀਜ਼ਨ ਦਿੱਤੀ ਗਈ ਹੈ। ਠੀਕ ਹੈ ਜੀ। ਸੈਕਸ਼ਨ 54 ਪ੍ਰੋਸੀਜਰ ਔਨ foreclosure of mortgage occupancy tenants under section 5। ਆਕੂਪੈਂਸੀ ਟੈਨੈਂਟ ਜਿਹੜੀ ਸੈਕਸ਼ਨ 5 ਦੇ ਵਿੱਚ ਜਿਹੜੇ ਟੈਨੈਂਟ ਹੈਗੇ, ਆਕੂਪੈਂਸੀ ਟੈਨੈਂਟ ਹੈਗੇ ਆ, ਇਹ ਦੇਖੋ ਤੁਹਾਨੂੰ ਸੈਕਸ਼ਨ 5 ਦੇ ਉੱਪਰ ਕੁਐਸਚਨ ਮੋਸਟਲੀ ਆਉਂਦਾ ਹੈਗਾ। ਠੀਕ ਹੈ, ਸੈਕਸ਼ਨ 5 ਦੇ ਉੱਪਰ ਮੋਸਟਲੀ ਕੁਐਸਚਨ ਆ ਜਾਂਦਾ ਹੈਗਾ। ਜੇ ਕੋਈ ਮੌਰਗੇਜ ਕਿਸੇ ਕੋਲ ਪ੍ਰਾਪਰਟੀ ਹੈਗੀ ਹੈ, ਉਹਨੂੰ ਬੰਦ ਕਰਨਾ ਚਾਹੁੰਦਾ, ਖਤਮ ਕਰਨਾ ਚਾਹੁੰਦਾ ਹੈ, ਫੋਰਕਲੋਜ਼ ਕਰਨਾ ਚਾਹੁੰਦਾ ਹੈ, ਪਹਿਲਾਂ ਹੀ ਬੰਦ ਕਰਨਾ ਚਾਹੁੰਦਾ ਹੈ, ਆਪਣੀ ਜਿਹੜੀ ਮੌਰਗੇਜ ਹੈ ਉਹਨੂੰ ਖਤਮ ਕਰਨਾ ਚਾਹੁੰਦਾ ਹੈ, ਵੇਅਰ ਇਹ ਮੌਰਗੇਜੀ ਇਹ ਰਾਈਟ ਆਫ ਆਕੂਪੈਂਸੀ, ਕੋਈ ਮੌਰਗੇਜੀ ਹੈਗਾ ਉਹਦੇ ਕੋਲ ਰਾਈਟ ਨੇ ਆਕੂਪੈਂਸੀ ਦੇ ਅੰਡਰ ਸੈਕਸ਼ਨ 5, ਪ੍ਰਪੋਜ਼ਸ ਟੂ ਫੋਰਕਲੋਜ਼ ਹਿਜ਼ ਮੌਰਗੇਜ, ਆਪਣੀ ਜਿਹੜੀ ਮੌਰਗੇਜ ਉਹਨੂੰ ਬੰਦ ਕਰਨੀ ਚਾਹੁੰਦਾ ਹੈ, ਖਤਮ ਕਰਨੀ ਚਾਹੁੰਦਾ ਹੈ, ਔਰ ਅਦਰਵਾਈਜ਼ ਇਨਫੋਰਸ ਹਿਜ਼ ਲੀਨ ਔਨ ਦਾ ਲੈਂਡ, ਜਾਂ ਉਹਦਾ ਕੋਈ ਹੋਰ ਤਰੀਕੇ ਨਾਲ ਲੀਨ ਹੋਵੇ ਲੈਂਡ ਦੇ ਉੱਪਰ, ਉਹਨੂੰ ਵੀ ਉਹ ਬੰਦ ਕਰਨਾ ਚਾਹੁੰਦਾ, ਖਤਮ ਕਰਨਾ ਚਾਹੁੰਦਾ ਹੈ। ਦ ਪ੍ਰੋਵੀਜ਼ਨਸ ਆਫ ਲਾਸਟ ਫੋਰਗੋਇੰਗ ਸੈਕਸ਼ਨਸ ਅਪਲਾਈ ਐਜ਼ ਇਫ ਦਾ ਮੌਰਗੇਜ ਬਾਰੇ ਟੈਨੈਂਟ, ਮੌਰਗੇਜੀ ਬਾਰੇ ਟੈਨੈਂਟ। ਇੱਥੇ ਕਿਹਾ ਗਿਆ ਵੀ ਮੌਰਗੇਜੀ ਨੂੰ ਵੀ ਟੈਨੈਂਟ ਪ੍ਰਜ਼ੂਮ ਕਰਕੇ, ਮੌਰਗੇਜੀ ਨੂੰ ਵੀ ਟੈਨੈਂਟ ਪ੍ਰਜ਼ੂਮ ਕਰਕੇ, ਜਿਵੇਂ ਆਪਾਂ ਸੈਕਸ਼ਨ 53 ਵਿੱਚ ਪੜ੍ਹ ਕੇ ਗਏ ਹਾਂ, ਮੌਰਗੇਜੀ ਨੂੰ ਟੈਨੈਂਟ ਪ੍ਰਜ਼ੂਮ ਕਰਕੇ ਉਹੀ ਕਰ ਵੀ ਉਹ ਜਿਹੜਾ ਮੌਰਗੇਜੀ ਹੈ, ਉਹੀ ਆਪਸ਼ਨਸ ਉਹਦੇ ਤੇ ਉਹੀ ਲਾਗੂ ਹੋਣਗੀਆਂ ਸਾਰੀਆਂ ਸੈਕਸ਼ਨ 53 ਵਾਲੀਆਂ। ਮੌਰਗੇਜ ਜੋ ਆਪਦੇ ਰਾਈਟਸ ਨੂੰ ਅੱਗੇ ਦੇਣਾ ਚਾਹੁੰਦਾ ਹੈ, ਵੇਚਣਾ ਚਾਹੁੰਦਾ ਹੈ, ਮੌਰਗੇਜ ਰਾਈਟਸ ਨੂੰ ਟ੍ਰਾਂਸਫਰ ਕਰਨਾ ਚਾਹੁੰਦਾ ਹੈ, ਸੇਲ ਕਰਨਾ ਚਾਹੁੰਦਾ ਹੈ। ਠੀਕ ਹੈ, ਸੈਕਸ਼ਨ 53 ਜਿਵੇਂ ਟੈਨੈਂਟ ਤੇ ਲਾਗੂ ਹੁੰਦਾ ਹੈ, ਇਸ ਤਰ੍ਹਾਂ ਹੀ ਮੌਰਗੇਜੀ ਉੱਪਰ ਵੀ ਲਾਗੂ ਹੋਏਗਾ। ਨੈਕਸਟ ਹੈਗਾ ਸੈਕਸ਼ਨ 55 ਸੇਲ ਆਫ ਰਾਈਟ ਆਫ ਆਕੂਪੈਂਸੀ ਇਨ ਐਗਜੀਕਿਊਸ਼ਨ ਆਫ ਏ ਡਿਗਰੀ। ਜੇ ਕੋਈ ਡਿਗਰੀ ਪਾਸ ਹੋ ਗਈ ਕਿਸੇ ਆਕੂਪੈਂਸੀ ਟੈਨੈਂਟ ਦੇ ਖਿਲਾਫ, ਕੋਈ ਡਿਗਰੀ ਪਾਸ ਹੋ ਗਈ, ਉਹ ਡਿਗਰੀ ਦੇ ਐਗਜੀਕਿਊਸ਼ਨ ਦੇ ਲਈ, ਜਦੋਂ ਡਿਗਰੀ ਨੂੰ ਅਸੀਂ ਐਗਜੀਕਿਊਟ ਕਰਨਾ ਹੈ, ਠੀਕ ਹੈ, ਐਗਜੀਕਿਊਸ਼ਨ ਵਿੱਚ ਸੇਲ ਕਰਨੀ ਹੈ ਪ੍ਰੋਪਰਟੀ, ਉਹ ਜਿਹੜੀ ਆਕੂਪੈਂਸੀ ਟੈਨੈਂਟ ਦੇ ਪਾਸ ਪ੍ਰੋਪਰਟੀ ਹੈਗੀ ਹੈ, ਆਕੂਪੈਂਸੀ ਟੈਨੈਂਟ ਦੇ ਅਗੇਂਸਟ ਕੋਈ ਡਿਗਰੀ ਪਾਸ ਹੋ ਗਈ, ਉਹ ਡਿਗਰੀ ਦੀ ਐਗਜੀਕਿਊਸ਼ਨ ਵਾਸਤੇ ਜਿਹੜੀ ਪ੍ਰੋਪਰਟੀ ਹੈ ਉਹ ਸੇਲ ਕੀਤੀ ਜਾਣੀ। ਠੀਕ ਹੈ, ਤਾਂ ਉੱਥੇ ਕੀ ਕਾਰਵਾਈ ਹੋਏਗੀ, ਕਿਵੇਂ ਹੋਏਗੀ? ਸਬਸੈਕਸ਼ਨ 1 ਰਾਈਟ ਆਫ ਆਕੂਪੈਂਸੀ ਮੇ ਬੀ ਸੋਲਡ ਇਨ ਐਗਜੀਕਿਊਸ਼ਨ ਆਫ ਏ ਡਿਗਰੀ ਔਰ ਆਰਡਰ ਆਫ ਏ ਕੋਰਟ। ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈ ਵੀ ਕੀ ਇਸ ਨੂੰ ਅਸੀਂ ਸੇਲ ਕਰ ਸਕਦੇ ਜਾਂ ਨਹੀਂ ਕਰ ਸਕਦੇ। ਇੱਥੇ ਸੈਕਸ਼ਨ 55 ਦੀ 1 ਕਹਿੰਦੀ ਹੈ ਵੀ ਜਿਹੜੇ ਰਾਈਟ ਆਫ ਆਕੂਪੈਂਸੀ ਹੈਗੇ ਆ, ਉਹਨੂੰ ਤੁਸੀਂ ਜੇ ਉਹਦੇ ਖਿਲਾਫ ਕੋਈ ਡਿਗਰੀ ਪਾਸ ਹੋਈ ਵੀ ਹੈ, ਤੁਸੀਂ ਉਹਨੂੰ ਸੇਲ ਕਰ ਸਕਦੇ ਹੋ, ਉਸ ਪ੍ਰੋਪਰਟੀ ਨੂੰ ਸੇਲ ਕਰ ਸਕਦੇ ਹੋ। ਕੋਈ ਆਰਡਰ ਕੋਰਟ ਨੇ ਕੀਤਾ, ਕੋਈ ਡਿਗਰੀ ਪਾਸ ਕੀਤੀ ਹੈ, ਤਾਂ ਸੇਲ ਕੀਤੀ ਜਾ ਸਕਦੀ ਹੈ। ਬਟ ਦੈਨ ਅਕਸਰ ਅੱਗੇ ਜਾ ਕੇ ਕਿਹਾ ਹੈਗਾ
ਅੱਗੇ ਜਾ ਕੇ ਨੋਟਿਸ ਦੀ ਗੱਲ ਕੀਤੀ ਹੈ। ਜਦੋਂ ਕੋਰਟ ਦੇ ਆਰਡਰ ਦੇ ਰਾਹੀਂ ਕੋਈ ਡਿਗਰੀ ਹੈ ਐਗਜ਼ੀਕਿਊਟ ਕਰਨੀ ਹੈ, ਕਿਸੇ ਆਕੂਪੈਂਸੀ ਟ੍ਰੇਨਰ ਦੇ ਜਿਹੜੇ ਰਾਈਟਸ ਨੇ ਉਹ ਸੇਲ ਕਰਨੇ ਨੇ, ਤਾਂ ਕੀ ਹੋਏਗਾ? सबसेक्शन 2 ਚ ਕਿਹਾ ਹੈਗਾ, ਬਟ ਨੋਟਿਸ ਆਫ ਐਨ ਇੰਟੈਂਡਡ ਸੇਲ ਆਫ ਐਨੀ ਸਚ ਰਾਈਟ ਸ਼ੈਲ ਬੀ ਗਿਵਨ ਬਾय ਦਾ ਕੋਰਟ ਟੂ ਦਾ ਲੈਂਡਲॉर्ड। ਹੁਣ ਦੇਖੋ, ਇੱਕ ਪਾਸੇ ਲੈਂਡਲॉर्ड ਸੀਗਾ, ਜਿਵੇਂ ਆਪਾਂ ਉੱਪਰ ਸੈਕਸ਼ਨ 53 ਪੜ੍ਹ ਕੇ ਹਟਿਆ ਵੀ ਲੈਂਡਲॉर्ड ਨੂੰ ਪਹਿਲਾਂ ਨੋਟਿਸ ਭੇਜਿਆ। ਜੇਕਰ ਟੇਨੈਂਟ ਸੀਗਾ ਆਪਦੇ ਰਾਈਟਸ ਨੂੰ ਸੀਲ ਕਰਨਾ ਚਾਹੁੰਦਾ ਸੀਗਾ ਤਾਂ ਪਹਿਲਾਂ ਆਪਸ਼ਨ ਸੀ ਪ੍ਰੈਫਰੈਂਸ ਦਿੱਤੀ ਗਈ ਹੈ ਲੈਂਡਲॉर्ड। ਇਹਦੇ ਵਿੱਚ ਵੀ ਕੀ ਹੈਗਾ, ਇਹਦੇ ਵਿੱਚ ਵੀ ਜਿਹੜਾ ਨੋਟਿਸ ਹੈਗਾ ਪਹਿਲਾਂ ਲੈਂਡਲॉर्ड ਨੂੰ ਜਾਏਗਾ। ਕਿਹਦੇ ਵੱਲੋਂ ਜਾਏਗਾ? ਕੋਰਟ ਵੱਲੋਂ ਜਾਏਗਾ। कोर्ट ने डिग्री पास की है, कोर्ट ने फॉर एग्जीक्यूशन आगे भेजी है, देन शैल बी गिवन बाय दैट कोर्ट टू द लैंडलॉर्ड। नोटिस भेजा जाएगा इफ एट एनी टाइम बिफोर द क्लोज ऑफ द डे सेल टेकन प्लेस, जिस दिन सेल की जानी है प्रॉपर्टी, ऑक्शन हो रही है, मान लो ऑक्शन होगी या ऑक्शन जो होनी है, बेशक ऑक्शन जो होनी है, बेशक ऑक्शन होगी, और उसी दिन सारी कार्रवाई बंद होने तो पहला लैंडलॉर्ड pays to the court or officer conducting the sale। लैंडलॉर्ड कोर्ट ਦੇ ਵਿੱਚ ਜਾ ਕੇ ਨੋਟਿਸ ਰਿਸੀਵ ਹੋਣ ਤੋਂ ਬਾਅਦ ਕੋਰਟ ਦੇ ਵਿੱਚ ਜਾ ਕੇ ਪੇਮੈਂਟ ਜਮ੍ਹਾਂ ਕਰਾ ਆਉਂਦਾ ਹੈ। ਕਿੰਨੀ ਪੇਮੈਂਟ? at any time before close of the day sale take place landlord pays to the court or officer conducting the sale। ਜਿਹੜਾ ਆਫੀਸਰ ਹੈ ਸੇਲ ਕੰਡਕਟ ਕਰਨ ਲਈ ਗਿਆ ਉੱਥੇ ਉਹਦੀ ਜਿਹੜੀ ਲਾਸਟ ਬੋਲੀ ਹੋਈ ਹੈ उस बोली की अमाउंट हैगी है, लास्ट सेल अमाउंट, ऑक्शन की जी अमाउंट है, लास्ट वाली अमाउंट हैगी है, लास्ट बोली हुई वो किन्नी अमाउंट किन्नी अमाउंट से बोली गई, ठीक है, वो वाली अमाउंट वो कहता मैं दिना जी। इस जो नाम के व्यक्ति ने कोई बोली दी सी, उत्थे लैंडलॉर्ड पहुँच गया, लैंडलॉर्ड कहता भी ये जी ऑक्शन हैगी है, क्योंकि फस्ट प्रैफरेंस लैंडलॉर्ड को दी गई है। लैंडलॉर्ड जी पेमेंट जमा करांदा उन्नी कंडक्ट ਉਹਦੇ ਕੋਲੇ ਜਿਹੜਾ ਆਫੀਸਰ ਹੈ ਐਗਜ਼ੀਕਿਊਟ ਕਰਨ ਵਾਲਾ ਹੈਗਾ, ਤਾਂ ਜਿਹੜਾ ਬੋਲੀ ਦੇਣ ਵਾਲਾ ਬੰਦਾ ਹੈ ਹੀ ਵਿਲ ਨਾਟ ਬੀ ਇੰਟਾਈਟਲ, ਤਾਂ ਉਹਦੇ ਤੋਂ ਪੇਮੈਂਟ ਨਹੀਂ ਲਈ ਜਾਏਗੀ। ਤਾਂ ਜਿਹੜਾ ਲੈਂਡਲॉर्ड ਹੈਗਾ ਪਹਿਲ ਉਹਨੂੰ ਦਿੱਤੀ ਜਾਵੇਗੀ ਵੀ ਇੰਨੀ ਪੇਮੈਂਟ ਦੀ ਜਿਹੜੀ ਬੋਲੀ ਗਈ ਹੈਗੀ ਉਹਦੀ 25% ਜਿਹੜੀ ਅਮਾਊਂਟ ਹੈਗੀ ਹੈ। ਜੇ ਲੈਂਡਲॉर्ड ਜਮ੍ਹਾਂ ਕਰਵਾ ਦਿੰਦਾ, ਕੋਰਟ 'ਚ ਕਰਵਾ ਦਿੰਦਾ, ਚਾਹੇ ਉਹ ਕੰਡਕਟਿੰਗ ਸੇਲ ਕਰਨ ਵਾਲਾ ਜਿਹੜਾ ਆਫੀਸਰ ਹੈ ਉਹਦੇ ਕੋਲ ਜਮ੍ਹਾਂ ਕਰਵਾ ਦਿੰਦਾ ਹੈ ਡਿਪੋਜ਼ਿਟ ਆਫ 25% ਔਨ ਦਾ ਹਾਈਐਸਟ ਬਿਡ ਮੇਡ ਐਟ ਦਾ ਸੇਲ। ਜਿਹੜੀ ਵੀ ਹਾਈਐਸਟ ਬਿਡ ਹੋਈ ਹੈ ਸੇਲ ਦੇ ਵਿੱਚ, ठीक है, ही शैल बी डिक्लेयर टू बी द परचेजर, तो उन्होंने परचेजर डिक्लेयर किया जाएगा इंस्टेड ऑफ द पर्सन हु मेड द बिड। ਉਹਦੀ ਬਜਾਏ जिस व्यक्ति ने बिड ਦਿੱਤੀ ਸੀਗੀ ਉਹਦੀ ਬਜਾਏ ਜਿਹੜਾ ਲੈਂਡਲॉर्ड ਹੈਗਾ ਉਸ ਨੂੰ ਜਿਹੜਾ ਹੈਗਾ परचेजर डिक्लेयर ਕੀਤਾ ਜਾਵੇਗਾ। सेक्शन 56 ट्रांसफर ऑफ राइट ऑफ ऑक्यूपेंसी अंडर एनी अदर सेक्शन देन सेक्शन 5। ਜੇ ਕਹਿੰਦਾ ਟੇਨੈਂਟ ਕੋਲੇ ਕੋਈ ट्रांसफर ऑफ ऑक्यूपेंसी ਦੇ ਰਾਈਟਸ ਹੈਗੇ ਨੇ, ਸੈਕਸ਼ਨ 5 ਦੀ ਬਜਾਏ ਆਪਾਂ ਅੱਗੇ ਸੈਕਸ਼ਨ 6 ਵੀ ਪੜਿਆ ਸੀ, 7 ਵੀ ਪੜਿਆ ਸੀਗਾ, ਠੀਕ ਹੈ, ਸੈਕਸ਼ਨ 8 ਵੀ ਪੜਿਆ ਸੀਗਾ, ਉਹਦੇ ਵਿੱਚ ਵੀ ਆਕੂਪੈਂਸੀ ਦੇ ਜਿਹੜੇ ਰਾਈਟਸ ਹੈਗੇ ਨੇ ਉਹ ਟੇਨੈਂਟ ਨੂੰ ਮਿਲਦੇ ਹੈਗੇ, ਠੀਕ ਹੈ। ਉਹ ਕਹਿੰਦੇ ਜੇ ਸੈਕਸ਼ਨ 5 ਤੋਂ ਇਲਾਵਾ ਕਿਸੇ ਹੋਰ ਕਾਰਨ ਕਰਕੇ ਜਿਹੜੇ ਆਕੂਪੈਂਸੀ ਦੇ ਰਾਈਟਸ ਕਿਸੇ ਟੇਨੈਂਟ ਕੋਲੇ ਹੈਗੇ ਨੇ ਤਾਂ ਉਹਦੇ ਕੋਲੇ ਕੀ ਰਾਈਟ ਹੈਗਾ? ਟ੍ਰਾਂਸਫਰ ਆਫ ਰਾਈਟ ਆਫ ਆਕੂਪੈਂਸੀ ਅੰਡਰ ਐਨੀ ਅਦਰ ਸੈਕਸ਼ਨ ਦੈਨ ਸੈਕਸ਼ਨ 5। ਰਾਈਟ ਆਫ ਆਕੂਪੈਂਸੀ ਅੰਡਰ ਐਨੀ ਅਦਰ ਸੈਕਸ਼ਨ ਦੈਨ 5 shall not be attached or sold in the execution of a decree। ਉੱਥੇ ਅੱਗੇ ਗੱਲ ਕਹੀ ਗਈ ਹੈ ਵੀ ਉਹ ਜਿਹੜਾ ਰਾਈਟ ਟੇਨੈਂਟ ਹੈਗਾ ਉਹਦੇ ਕੋਲੇ ਕੋਈ ਅਧਿਕਾਰ ਨਹੀਂ ਹੈਗਾ ਆਕੂਪੈਂਸੀ ਦੇ ਜਿਹੜੇ ਰਾਈਟਸ ਹੈਗੇ ਨੇ ਉਹਨੂੰ ਟ੍ਰਾਂਸਫਰ ਕਰਨ ਦਾ। ਸੈਕਸ਼ਨ 5 ਵਾਲਾ ਆਕੂਪੈਂਸੀ ਟੇਨੈਂਟ ਜਿਹੜਾ ਹੈਗਾ ਉਹ ਤਾਂ ਆਪਣੇ ਰਾਈਟ ਟ੍ਰਾਂਸਫਰ ਕਰ ਸਕਦਾ ਹੈ, ਪਰ ਅਦਰ ਦੈਨ ਸੈਕਸ਼ਨ 5 a right of occupancy under any other section then 5 shall not be attached or sold in execution of a decree or order of the court without the previous consent of the landlord। ਜੇ ਜਿਹਦਾ ਲੈਂਡਲॉर्ड ਕੰਸੈਂਟ ਦੇ ਦਿੰਦਾ ਹੈ, ਠੀਕ ਹੈ, ਫਿਰ ਤਾਂ ਉਹ ਟ੍ਰਾਂਸਫਰ ਹੋ ਸਕਦੇ ਨੇ, ਪਰ ਜੇ ਲੈਂਡਲॉर्ड ਕੰਸੈਂਟ ਨਹੀਂ ਦਿੰਦਾ ਫਿਰ ਟ੍ਰਾਂਸਫਰ ਨਹੀਂ ਕੀਤੇ ਜਾ ਸਕਦੇ। ਉੱਪਰਲੇ ਕੇਸ ਦੇ ਵਿੱਚ ਲੈਂਡਲॉर्ड ਦੀ ਕੰਸੈਂਟ ਲੈਣ ਦੀ ਲੋੜ ਨਹੀਂ ਸੀਗੀ, ਲੈਂਡਲॉर्ड ਨੂੰ ਆਫਰ ਦਿੱਤੀ ਗਈ ਸੀ ਵੀ ਉਹ ਪਰਚੇਜ ਕਰ ਸਕਦਾ ਹੈ ਜੇ ਕਰਨਾ ਚਾਹੇ। ਜੇ ਉਹ ਪਰਚੇਜ ਕਰਨਾ ਨਹੀਂ ਚਾਹੁੰਦਾ ਤਾਂ ਜਿਹੜੇ ਟ੍ਰਾਂਸਫਰ ਨੇ ਉਹ ਜਿਹੜਾ ਟੇਨੈਂਟ ਹੈਗਾ ਉਹ ਕਰ ਸਕਦਾ ਹੈ, ਆਪਣੇ ਰਾਈਟ ਟ੍ਰਾਂਸਫਰ ਕਰ ਸਕਦਾ ਹੈ। ਪਰ ਇੱਥੇ ਵਿਦਆਊਟ ਦਾ ਕੰਸੈਂਟ ਆਫ ਦਾ landlord, tenant having right of occupancy without section 5 cannot be transferred by way of any sale, mortgage, etc. Next is section 57 right and liability of transferee of right of occupancy। ਕੀ ਰਾਈਟਸ ਹੋਣਗੇ, ਕੀ ਲਾਇਬਿਲਿਟੀਜ਼ ਹੋਣਗੀਆਂ ਟ੍ਰਾਂਸਫਰੀ ਦੀਆਂ, ਜਿਹਨੇ ਰਾਈਟ ਆਫ ਆਕੂਪੈਂਸੀ ਪਰਚੇਜ ਕਰ ਲੇ
ਉਹਦੀਆਂ ਕੀ ਰਾਈਟਸ ਹੋਣਗੀਆਂ, ਕੀ ਲਾਇਬਿਲਿਟੀਜ਼ ਹੋਣਗੀਆਂ। ਦੈਨ ਫਰਦਰ when a right of occupancy has been transferred by sale, gift or usufructory mortgage to a person other than landlord, ਜੇ landlord ਦੀ ਬਜਾਏ ਕੋਈ third person right of occupancy purchase ਕਰ ਲੈਂਦਾ ਹੈ, ਠੀਕ ਹੈ, that person shall have the same right and liabilities as the tenant have before the transfer। ਮਤਲਬ ਕਿ ਸੇਮ ਟ੍ਰਾਂਸਫਰ ਹੋ ਜਾਣਗੇ ਉਸ ਨੂੰ। ਲੈਂਡਲॉर्ड ਜੇ ਤਾਂ ਲੈਂਡਲॉर्ड ਆ ਗਿਆ ਫਿਰ ਤਾਂ ਟੈਨੈਂਸੀ ਖਤਮ ਹੋ ਗਈ, ਫਿਰ ਤਾਂ ਓਨਰਸ਼ਿਪ ਬਣ ਗਈ, ਦੁਬਾਰਾ ਵਾਪਸ ਆ ਕੇ ਲੈਂਡਲॉर्ड ਦੀ ਮਾਲਕੀ ਬਣ ਗਈ। ਪਰ ਜੇਕਰ ਲੈਂਡਲॉर्ड ਪਰਚੇਜ ਨਹੀਂ ਕਰਦਾ, ਕੋਈ ਥਰਡ ਪਰਸਨ ਜਿਹੜੇ ਰਾਈਟਸ ਹੈਗੇ ਨੇ ਉਹ ਟੈਨੈਂਟ ਦੇ ਪਰਚੇਜ ਕਰ ਲੈਂਦਾ ਹੈ, ਤਾਂ ਜਿੰਨੀਆਂ ਵੀ ਰਾਈਟਸ ਤੇ ਲਾਇਬਿਲਿਟੀਜ਼ ਪਹਿਲੇ ਟੈਨੈਂਟ ਦੀਆਂ ਸੀਗੀਆਂ ਉਹ ਨਵੇਂ ਟੈਨੈਂਟ ਕੋਲੇ ਆ ਜਾਣਗੀਆਂ, ਪਰਚੇਜ਼ਰ ਕੋਲੇ ਆ ਜਾਣਗੀਆਂ। ਨਵਾਂ ਜਿਹੜਾ ਪਰਚੇਜ਼ਰ ਹੈ ਹੀ ਵਿਲ ਬੀ ਦਾ ਟੈਨੈਂਟ ਇਨ ਫਿਊਚਰ। ਨੈਕਸਟ ਆ ਗਿਆ ਜੀ ਸੈਕਸ਼ਨ 58 ਸਬਲੈਟਿੰਗ ਦੀ ਗੱਲ ਕੀਤੀ ਹੈ। ਸਬਲੈਟਿੰਗ ਵੀ ਅੱਗੇ ਕਿਸੇ ਨੂੰ ਸਬਲੈਟ ਕਰ ਦੇਣਾ। A tenant having right of occupancy sublet the land or any part thereof, ਜਿਹੜੀ ਲੈਂਡ ਉਹਦੇ ਪਾਸ ਹੈਗੀ ਹੈ ਉਹ ਕੀ ਸਬਲੈਟ ਕਰ ਸਕਦਾ ਹੈ, ਠੀਕ ਹੈ, ਪੂਰੀ ਦੀ ਪੂਰੀ ਕਰ ਸਕਦਾ ਹੈ ਜਾਂ ਫਿਰ ਉਹਦੇ ਵਿੱਚ ਕੋਈ ਪਾਰਟ ਵੀ ਕਰ ਸਕਦਾ ਹੈ। sublet the land or any part thereof for any term not exceeding 7 years, ਉਹਦੇ ਕੋਲੇ ਹੈਗੀ ਹੈ ਵੀ 7 ਸਾਲ ਤੋਂ ਘੱਟ ਦੇ ਸਮੇਂ ਦੇ ਲਈ ਉਹ ਸਬਲੈਟ ਕਰ ਸਕਦਾ ਹੈ, ਕਿਰਾਏ ਤੇ ਦੇ ਸਕਦਾ ਹੈ। 7 ਸਾਲ ਤੋਂ ਵੱਧ ਸਮੇਂ ਦੇ ਲਈ ਕਿਰਾਏ ਤੇ ਨਹੀਂ ਦੇ ਸਕਦਾ। ਜਿਵੇਂ ਤੁਸੀਂ ਦੇਖਦੇ ਹੋ ਪੰਚਾਇਤੀ ਜ਼ਮੀਨਾਂ ਹੁੰਦੀਆਂ ਨੇ ਜਾਂ ਡੇਰਿਆਂ ਦੀ ਜ਼ਮੀਨਾਂ ਹੁੰਦੀਆਂ ਨੇ, ਬਹੁਤ ਸਾਰੇ ਜਿਹੜੇ ਹੈਗੇ ਪ੍ਰੋਵੀਜ਼ਨ ਦਿੱਤੀਆਂ ਗਈਆਂ ਨੇ ਵੀ ਇਹ ਤੋਂ ਵੱਧ ਸਾਲ ਤੇ ਜਿਹੜੀ ਕੋਈ ਪ੍ਰਾਪਰਟੀ ਲੀਜ਼ ਤੇ ਨਹੀਂ ਦਿੱਤੀ ਜਾ ਸਕਦੀ, ਗਵਰਨਮੈਂਟ ਲੈਂਡ ਹੈ ਤੋਂ ਵੱਧ ਨਹੀਂ ਦਿੱਤੀ ਜਾ ਸਕਦੀ। ਇਸੇ ਤਰੀਕੇ ਜਿਹੜੀ ਆਕੂਪੈਂਸੀ ਟੈਨੈਂਟ ਦੇ ਪਾਸ ਜਿਹੜੀ ਲੈਂਡ ਹੈਗੀ ਹੈ, ਠੀਕ ਹੈ, ਉਹ ਸਬਲੈਟ ਤਾਂ ਕਰ ਸਕਦਾ ਹੈ ਪਰ ਮੈਕਸਿਮਮ 7 ਈਅਰ ਲਈ, ਇਸ ਤੋਂ ਜ਼ਿਆਦਾ ਨਹੀਂ ਕਰ ਸਕਦਾ। ਫਿਰ ਸੈਕਸ਼ਨ 58 ਦਾ ਸਬਸੈਕਸ਼ਨ 2, ਅ ਪਰਸਨ ਟੂ ਹੂਮ ਲੈਂਡ ਇਜ਼ ਸਬਲੈਟ ਬਾਈ ਟੈਨੈਂਟ, ਉਹ ਵਿਅਕਤੀ ਜਿਹਨੂੰ ਉਹ ਲੈਂਡ ਸਬਲੈਟ ਕੀਤੀ ਗਈ ਹੈ ਟੈਨੈਂਟ ਵੱਲੋਂ, ਹੈਵਿੰਗ ਰਾਈਟ ਆਫ ਆਕੂਪੈਂਸੀ ਦੇਅਰਿਨ ਸ਼ੈਲ ਸਬਜੈਕਟ ਟੂ ਆਲ ਦਾ ਲਾਇਬਿਲਿਟੀਜ਼ ਆਫ ਅ ਟੈਨੈਂਟ ਅੰਡਰ ਦਿਸ ਐਕਟ। ਲਾਇਬਿਲਿਟੀਜ਼ ਉਹਦੀਆਂ ਸੇਮ ਰਹਿਣਗੀਆਂ, ਜੋ ਲਾਇਬਿਲਿਟੀਜ਼ ਟੈਨੈਂਟ ਦੀਆਂ ਸੀਗੀਆਂ ਐਡਜਸਟਮੈਂਟ ਸੰਬੰਧੀ, ਇਨਹਾਂਸਮੈਂਟ ਸੰਬੰਧੀ, ਇੰਪਰੂਵਮੈਂਟ ਸੰਬੰਧੀ, ਜੋ ਲਾਇਬਿਲਿਟੀ ਟੈਨੈਂਟ ਦੀਆਂ ਸੀਗੀਆਂ ਜਿਹਨੂੰ ਸਬਲੈਟ ਕੀਤੀ ਗਈ ਹੈ ਡੈਟ ਵਿਲ ਮਤਲਬ ਕਿ ਉਹਦੇ ਨਾਲ ਹੀ ਜਾਣਗੀਆਂ ਲਾਇਬਿਲਿਟੀਜ਼। ਜਿਵੇਂ ਜਿਵੇਂ ਜ਼ਮੀਨ ਗਈ ਜਿਹੜੀ ਵਿਅਕਤੀ ਕੋਲੇ ਗਈ ਉਹਦੀਆਂ ਲਾਇਬਿਲਿਟੀ ਬਣ ਗਈਆਂ ਉਸੇ ਤਰੀਕੇ ਨਾਲ ਜਿਵੇਂ ਟੈਨੈਂਟ ਦੀਆਂ ਲਾਇਬਿਲਿਟੀ ਸੀਗੀਆਂ ਇਸ ਐਕਟ ਦੇ ਤਹਿਤ। ਮਤਲਬ ਕਿ ਲੈਂਡਲॉर्ड ਉਹਨੂੰ ਵੀ ਐਜੈਕਟ ਕਰ ਸਕਦਾ ਹੈ ਜੇਕਰ ਉਹ ਜਿਹੜਾ ਹੈਗਾ ਕੋਈ ਇਲੀਗਲ ਵਰਕ ਕਰਦਾ ਹੈਗਾ, ਠੀਕ ਹੈ। ਜਿਵੇਂ ਜਿਵੇਂ ਟੈਨੈਂਟ ਨੂੰ ਐਜੈਕਟ ਕੀਤਾ ਜਾ ਸਕਦਾ ਹੈ ਉਵੇਂ ਉਵੇਂ ਜਿਹੜਾ ਹੈਗਾ ਅੱਗੇ ਜਿਹੜਾ ਟ੍ਰਾਂਸਫਰੀ ਆ ਜਾਂਦਾ ਹੈ ਸਬਲੈਟੀ ਹੈਗਾ ਉਹਨੂੰ ਵੀ ਐਜੈਕਟਮੈਂਟ ਕੀਤੀ ਜਾ ਸਕਦੀ ਹੈ, ਮਤਲਬ ਕਿ ਲਾਇਬਿਲਿਟੀ ਉਹਦੀਆਂ ਵੀ ਸੇਮ ਹੋਣਗੀਆਂ ਜੋ ਟੈਨੈਂਟ ਦੀਆਂ ਸੀਗੀਆਂ। ਨੈਕਸਟ ਸੈਕਸ਼ਨ 58A ਟ੍ਰਾਂਸਫਰ ਆਫ ਰਾਈਟ ਆਫ ਆਕੂਪੈਂਸੀ ਅੰਡਰ ਐਨੀ ਸੈਕਸ਼ਨ ਆਫ ਦਿਸ ਐਕਟ ਬਾਈ ਐਕਸਚੇਂਜ। ਹੁਣ ਸਾਡੇ ਪਾਸ ਰਾਈਟ ਆਫ ਆਕੂਪੈਂਸੀ ਹੈਗੇ ਟੈਨੈਂਟ ਦੇ ਕੋਲੇ, ਠੀਕ ਹੈ, ਕੋਈ ਟੈਨੈਂਸੀ ਹੈਗੀ ਹੈ ਉਹਨੂੰ ਲੋੜ ਪੈ ਗਈ, ਕੋਈ ਪਾਰਟ ਹੈ ਜਿਹੜਾ ਉਹਨੂੰ ਵਾਹਨ ਦੇ ਲਈ ਮੁਸ਼ਕਿਲ ਆਉਂਦੀ ਹੈ, ਉਹਦੇ ਨਾਲ ਲੱਗਦੇ ਬੰਦੇ ਨੂੰ ਬਾਂਹਦੇ ਦੀ ਵੀ ਮੁਸ਼ਕਿਲ ਆਉਂਦੀ ਹੈ, ਦੋਹੇ ਆਪਸ 'ਚ ਐਗਰੀਮੈਂਟ ਕਰਕੇ ਕਿਸੇ ਨਾ ਕਿਸੇ ਪਾਰਟ ਨੂੰ ਉਹ ਆਪਸ ਤਬਦੀਲ ਕਰ ਲੈਂਦੇ ਨੇ, ਐਕਸਚੇਂਜ ਕਰ ਲੈਂਦੇ ਨੇ, ਠੀਕ ਹੈ। ਜੇ ਉਹ ਪਾਰਟ ਐਕਸਚੇਂਜ ਹੋ ਗਿਆ ਤਾਂ ਇਹਦਾ ਮਤਲਬ ਇਹ ਨਹੀਂ ਪ੍ਰਜ਼ੂਮ ਕੀਤਾ ਜਾਵੇਗਾ ਵੀ ਇਹ ਜਿਹੜਾ ਪਾਰਟ ਹੈ ਉਹ ਟੈਨੈਂਸੀ ਦਾ ਪਾਰਟ ਨਹੀਂ ਰਿਹਾ, ਜਿਹੜਾ ਨਵਾਂ ਉਹਨੇ ਐਕਸਚੇਂਜ ਦੇ ਵਿੱਚ ਲੈ ਲਿਆ ਪਾਰਟ, ਠੀਕ ਹੈ, ਜਾਂ ਐਕਸਚੇਂਜ ਦੇ ਵਿੱਚ ਜਿਹੜਾ ਨਵਾਂ ਲਿਆ ਗਿਆ ਪਾਰਟ ਹੈਗਾ that will be presumed as a tenancy, ਉਹ ਟੈਨੈਂਸੀ ਦਾ ਪਾਰਟ ਹੀ ਸਮਝਿਆ ਜਾਵੇਗਾ। may with the consent of the landlord any tenant with the right of occupancy may with the consent of a landlord transfer his land to all the members of the cooperative society for the consolidation of holdings of which he and his landlord are the members। कुछ सोसाइटी बनी हुई है, ठीक है, कुछ सोसाइटी बनी हुई है, ਜਿਹੜੇ ਮੈਂਬਰਸ ਹੈਗੇ ਨੇ ਉਹਨਾਂ ਦੇ ਨਾਲ ਜੇ ਉਹ ਟ੍ਰਾਂਸਫਰ ਕਰਦਾ ਹੈ, ਮਤਲਬ ਕਿ ਇਹ ਕਹਿ ਲਈਏ ਵੀ ਉਹ ਪਾਰਟ ਉਹਦਾ ਹੀ ਜਿਹਦਾ ਮੈਂਬਰ ਉਹਦਾ ਲੈਂਡਲॉर्ड ਵੀ ਹੈਗਾ ਆਲਰੇਡੀ, ਲੈਂਡਲॉर्ड ਦਾ ਕੋਈ ਹੋਰ ਭਾਈਵਾਲ ਹੈਗਾ, ਉਸ ਭਾਈਵਾਲ ਦੇ ਨਾਲ ਜੇ ਕੋਈ ਪ੍ਰਾਪਰਟੀ ਕੋਈ ਟ੍ਰਾਂਸਫਰ ਕਰ ਲੈਂਦਾ ਹੈ of which he and his landlord are the members and obtain from them any land in exchange, ਉਹਦੇ ਤੋਂ ਕੁਝ ਪਾਰਟ ਦੇ ਕੇ ਕੁਝ ਪਾਰਟ ਲੈ ਲੈਂਦਾ ਹੈ, any land obtained in exchange shall be deemed to be the subject to the same right of occupancy as the land given for it in exchange।
मतलब कि ਉਸ ਨੂੰ ਵੀ ਜਿਹੜੀ ਲੈਂਡ ਉਹਨੇ ਐਕਸਚੇਂਜ ਦੇ ਵਿੱਚ ਲੈ ਲਈ ਉਸ ਨੂੰ ਵੀ ਉਸੇ ਟੈਨੈਂਸੀ ਦਾ ਪਾਰਟ ਸਮਝਿਆ ਜਾਵੇਗਾ। ਮਤਲਬ ਉਹਨੂੰ ਟੈਨੈਂਸੀ ਦੇ ਵਿੱਚੋਂ ਐਕਸਕਲੂਡ ਨਹੀਂ ਕੀਤਾ ਜਾਵੇਗਾ, ਉਹ ਵੀ ਟੈਨੈਂਸੀ ਦਾ ਪਾਰਟ ਹੀ ਸਮਝਿਆ ਜਾਏਗਾ। ਜੇ ਉਹਨੇ ਕੋਈ ਲੈਂਡ ਟ੍ਰਾਂਸਫਰ ਕਰ ਲਈ, ਐਕਸਚੇਂਜ ਕਰ ਲਈ ਵਿਦ ਦ ਕੰਸੈਂਟ ਆਫ ਦ ਲੈਂਡਲॉर्ड ਵਿਦ ਐਨੀ ਮੈਂਬਰਸ ਆਫ ਦ सोसाइटी। ਕੋਆਪਰੇਟਿਵ सोसाइटी ਕੋਈ ਬਣੀ ਹੋਈ ਹੈ ਕੰਸੋਲੀਡੇਸ਼ਨ ਆਫ ਹੋਲਡਿੰਗ ਦੇ ਵਿੱਚ, ਕੋਈ सोसाइटी ਬਣਾਈ ਹੈ ਜਿਹਦੇ ਵਿੱਚ ਲੈਂਡਲॉर्ड ਵੀ ਹੈਗਾ, ਖੁਦ ਮਾਲਕ ਹੈਗਾ, ਸ਼ੇਅਰ ਹੋਲਡਰ ਹੈਗਾ। ਨੈਕਸਟ ਅਸੀਂ ਚੈਪਟਰ ਪੜਾਂਗੇ ਸਕਸੈਸ਼ਨ ਦਾ। ਉੱਪਰ ਅਸੀਂ ਪੜ੍ਹ ਕੇ ਹਟੇ ਹਾਂ ਸੈਕਸ਼ਨ 53 ਤੋਂ ਲੈ ਕੇ 58 ਤੱਕ, ਇਹ ਸੀਗੇ ਰੈਲੀਵੈਂਟ ਵਿਦ ਰਿਲੇਟਡ ਵਿਦ ਅਲਾਈਨੇਸ਼ਨ ਦੇ, ਟ੍ਰਾਂਸਫਰ ਦੇ। ਹੁਣ ਅਸੀਂ ਪੜਾਂਗੇ ਸੈਕਸ਼ਨ ਅੱਗੇ ਸਕਸੈਸ਼ਨ। ਸਕਸੈਸ਼ਨ ਕਿਵੇਂ ਹੁੰਦੀ ਹੈ? ਆਕੂਪੈਂਸੀ ਟ੍ਰੇਨਰਸ ਦੇ ਕੇਸ ਦੇ ਵਿੱਚ ਜਿਹੜੀ ਪ੍ਰਾਪਰਟੀ ਹੈਗੀ ਹੈ, ਜੇ ਕਿਸੇ ਆਕੂਪੈਂਸੀ ਟ੍ਰੇਨਰ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਜਿਹੜੇ ਉਹਦੇ ਵਾਰਸ ਹੈਗੇ ਉਹ ਕੌਣ ਬਣਨਗੇ? ਸੈਕਸ਼ਨ 59 ਕੀ ਕਹਿੰਦਾ ਜੀ? ਸਕਸੈਸ਼ਨ ਆਫ ਰਾਈਟ ਆਫ ਆਕੂਪੈਂਸੀ। ਰਾਈਟ ਆਫ ਆਕੂਪੈਂਸੀ ਟੈਨੈਂਟ ਹੈਗਾ, ਉਹਦਾ ਜਿਹੜਾ ਸਕਸੈਸ਼ਨ ਹੈ ਉਹਦੇ ਰਿਗਾਰਡਿੰਗ ਵੈਨ ਏ ਟੈਨੈਂਟ ਡਾਈਜ਼, ਠੀਕ ਹੈ, ਦ ਰਾਈਟ ਸ਼ੈਲ ਡਿਵੋਲਵ। ਕਿਹਨੂੰ ਡਿਵੋਲਵ ਹੋਣਗੇ? ਜਿਹੜੇ ਉਹਦੇ ਰਾਈਟਸ ਨੇ ਡਿਵੋਲਵ ਹੋ ਜਾਣਗੇ ਐਜ਼ ਇਟ ਇਜ਼। ਕਿਹਨੂੰ ਡਿਵੋਲਵ ਹੋਣਗੇ? ਕਲੌਜ਼ A ਔਨ ਹਿਜ਼ ਮੇਲ ਲੀਨੀਅਰ ਡਿਸੈਂਡੈਂਟਸ, ਔਨ ਹਿਜ਼ ਮੇਲ ਲੀਨੀਅਰ ਡਿਸੈਂਡੈਂਟਸ, ਉਹਦੇ ਜਿਹੜੇ ਮੇਲ ਵਾਰਸ ਹੋਣਗੇ, ਅੱਗੇ ਮੇਲ ਵਾਰਸ ਹੋਣਗੇ। ਇਫ ਐਨੀ ਇਨ ਦਾ ਮੇਲ ਲਾਈਨ ਆਫ ਡਿਸੈਂਡੈਂਟ, ਯਾਨੀ ਕਿ ਉਹਦੇ ਮੁੰਡੇ, ਠੀਕ ਹੈ, ਜੇ ਮੁੰਡੇ ਦੀ ਡੈਥ ਹੋਈ ਵੀ ਹੈ ਤਾਂ ਅੱਗੇ ਬਹੁਤ ਪੋਤੇ ਹੋ ਗਏ ਉਹਦੇ, ਮਤਲਬ ਮੇਲ ਲਾਈਨ ਦੇ ਵਿੱਚ ਹੀ ਟ੍ਰਾਂਸਫਰ ਹੋਣਗੇ, ਠੀਕ ਹੈ। ਬੀ ਸੈਕਸ਼ਨ 'ਚ ਕੀ ਹੈ? ਬੀ ਕਲੌਜ਼ ਕੀ ਹੈ? ਫੀਲਿੰਗ ਸੱਚ ਡਿਸੈਂਡੈਂਟ, ਜੇ ਉਹਦਾ ਕੋਈ ਮੁੰਡਾ ਜਾਂ ਕੋਈ ਪੋਤਾ ਵਗੈਰਾ ਨਹੀਂ ਹੈਗਾ, ਪੋਤਾ ਕੀ ਪੜੋਤਾ ਵੀ ਕੁਝ ਵੀ ਹੋ ਸਕਦਾ, ਮੇਲ ਡਿਸੈਂਡੈਂਟ ਦੀ ਗੱਲ ਕੀਤੀ ਹੈ ਇਸਨੇ। ਡਿਸੈਂਡੈਂਟਸ ਮਤਲਬ ਥੱਲੇ ਵਾਲੀ ਪੀढ़ी ਜਿਹੜੀ ਨੀਚੇ ਵੱਲ ਜਾਂਦੀ ਹੈ, ਅਸੈਂਡੈਂਟਸ ਉੱਪਰ ਵਾਲੀ ਪੀढ़ी ਹੁੰਦੀ ਹੈ, ਡਿਸੈਂਡੈਂਟਸ ਨੀਚੇ ਵਾਲੀ ਪੀढ़ी, ਮੁੰਡਾ ਮੁੰਡਾ ਦਾ ਮੁੰਡਾ, ਮੁੰਡਾ ਦਾ ਮੁੰਡਾ, ਅੱਗੇ ਪੋਤਾ ਪੜੋਤਾ, ਠੀਕ ਹੈ। ਜੇ ਉਹਦੇ ਵਿੱਚ ਕਹਿੰਦਾ ਕੋਈ ਮੇਲ ਲਾਈਨ ਦੇ ਵਿੱਚ ਬੰਦਾ ਨਹੀਂ ਹੈਗਾ, ਕੋਈ ਉਹਦਾ ਵਾਰਸ ਨਹੀਂ ਹੈਗਾ ਮੇਲ ਲਾਈਨ ਦੇ ਵਿੱਚ, ਫੈਮਿਲੀ ਸੱਚ ਫੀਲਿੰਗ ਸੱਚ ਡਿਸੈਂਡੈਂਟਸ ਔਨ ਹਿਜ਼ ਵਿਡੋ, ਤਾਂ ਫਿਰ ਉਹਦੀ ਵਿਡੋ ਨੂੰ ਜਾਏਗਾ ਰਾਈਟ, ਵਿਡੋ ਨੂੰ ਜਾਏਗਾ ਜਿਹੜਾ ਆਕੂਪੈਂਸੀ ਰਾਈਟ ਹੈ ਉਹ ਵਿਡੋ ਕੋਲ ਚਲਾ ਜਾਏਗਾ। ਇਫ ਐਨੀ ਅੰਟਿਲ ਸ਼ੀ ਡਾਈਜ਼, ਜੋ ਤੱਕ ਉਹ ਜਿੰਦੀ ਰਹੇਗੀ ਉਦੋਂ ਤੱਕ ਰਹੇਗਾ ਰਾਈਟ ਉਹਦੇ ਕੋਲ ਰਹੇਗਾ। ਪਰ ਜੇ ਉਹ ਮਰ ਗਈ ਔਰ ਰੀਮੈਰਿਜ, ਜਾਂ ਉਹਦੀ ਡੈਥ ਹੋ ਜਾਂਦੀ ਹੈ ਜਾਂ ਉਹ ਰੀਮੈਰਿਜ ਕਰਾ ਲੈਂਦੀ ਹੈ, ਜਾਂ ਫਿਰ ਅਮੰਡੈਂਸ ਦਾ ਲੈਣ, ਜਾਂ ਉਹ ਜ਼ਮੀਨ ਨੂੰ ਛੱਡ ਦਿੰਦੀ ਹੈ, ਜ਼ਮੀਨ ਨੂੰ ਛੱਡ ਦਿੰਦੀ ਹੈ, ਬੰਦੀ ਨਹੀਂ ਹੈਗੀ, ਔਰ ਇਜੈਕਟਡ ਦੇਅਰ ਫਰੋਮ, ਜਾਂ ਉਹਨੂੰ ਉਥੋਂ ਉਹਦੀ ਇਜੈਕਟਮੈਂਟ ਹੋ ਜਾਂਦੀ ਹੈ, ਜਾਂ ਉਹ ਜ਼ਮੀਨ ਨੂੰ ਛੱਡ ਦਿੰਦੀ ਹੈ, ਜਾਂ ਉਹ ਰੀਮੈਰਿਜ ਹੋ ਜਾਂਦੀ ਹੈ, ਜਾਂ ਉਹ ਮੌਤ ਹੋ ਜਾਂਦੀ ਹੈ, ਠੀਕ ਹੈ। ਉਦੋਂ ਤੱਕ ਉਦੋਂ ਪਹਿਲਾਂ ਉਹਦੇ ਕੋਲ ਰਹੇਗਾ ਰਾਈਟ, ਮੌਤ ਤੋਂ ਪਹਿਲਾਂ, ਰੀਮੈਰਿਜ ਤੋਂ ਪਹਿਲਾਂ, ਠੀਕ ਹੈ, ਜ਼ਮੀਨ ਨੂੰ ਛੱਡਣ ਤੋਂ ਪਹਿਲਾਂ, ਇਜੈਕਟਮੈਂਟ ਤੋਂ ਪਹਿਲਾਂ, ਜਿੰਨੀ ਦੇਰ ਹੋ ਜਾਂਦੀ ਹੈਗੀ ਹੈ ਉਹਦੇ ਕੋਲ ਜਿਹੜੇ ਰਾਈਟਸ ਹੈਗੇ ਨੇ। ਮੇਲ ਮੈਂਬਰ ਦੀ ਐਬਸੈਂਟ ਦੇ ਵਿੱਚ ਜੇ ਕੋਈ ਮੇਲ ਮੈਂਬਰ ਨਹੀਂ ਹੈਗਾ ਡਿਸੈਂਡੈਂਟ ਦੇ ਵਿੱਚ, ਤਾਂ ਜਿਹੜਾ ਰਾਈਟ ਹੈਗਾ ਆਕੂਪੈਂਸੀ ਰਾਈਟ ਉਹਦੀ ਵਾਈਫ ਕੋਲ ਚਲਾ ਜਾਏਗਾ, ਵਿਡੋ ਕੋਲ ਚਲਾ ਜਾਏਗਾ। ਫਾਰ ਦਾ ਟਾਈਮਿੰਗ ਕੰਡੀਸ਼ਨਲ, ਜਿਵੇਂ ਮੈਂ ਦੱਸਿਆ ਤੁਹਾਨੂੰ ਕੰਡੀਸ਼ਨਲ ਹੋਏਗਾ, ਇਹ ਜਿੰਦੀ ਹੈ ਤਾਂ ਹੀ ਰਹੇਗਾ, ਜੇ ਡੈਥ ਹੋ ਜਾਂਦੀ ਖਤਮ ਹੋ ਜਾਏਗਾ, ਰੀਮੈਰਿਜ ਹੋਗੀ ਤਾਂ ਵੀ ਖਤਮ ਹੋ ਜਾਏਗਾ, ਜ਼ਮੀਨ ਛੱਡਤੀ ਤਾਂ ਵੀ ਖਤਮ ਹੋ ਜਾਏਗਾ, ਜੇ ਉਹਨੂੰ ਛਡਾ, ਜੇ ਉਹਨੂੰ ਉਦੋਂ ਪ੍ਰੋਪਰਟੀ ਖਤਮ ਹੈ, ਉਹਦੀ ਇਜੈਕਟਮੈਂਟ ਹੋਊਗੀ ਫਿਰ ਤਾਂ ਆਪਣੇ ਆਪ ਹੀ ਖਤਮ ਹੋ ਗਿਆ, ਇਜੈਕਟਮੈਂਟ ਹੋਣ ਤੇ ਤਾਂ ਫਿਰ ਨੈਚੁਰਲੀ ਖਤਮ ਹੀ ਹੋ ਗਿਆ। ਫਿਰ ਕੀ ਹੈ ਸਬਸੈਕਸ਼ਨ ਸੀ ਦੇ ਵਿੱਚ ਕੀ ਹੈ? ਫੀਲਿੰਗ ਸੱਚ ਡਿਸੈਂਡੈਂਟ ਐਂਡ ਵਿਡੋ, ਜੇ ਨਾ ਤਾਂ ਉਹਦਾ ਕੋਈ ਡਿਸੈਂਡੈਂਟ ਹੈਗਾ ਮੇਲ ਲਾਈਨ ਦੇ ਵਿੱਚ ਤੇ ਨਾ ਹੀ ਉਹਦੀ ਵਿਡੋ ਹੈਗੀ ਹੈ, ਔਨ ਹਿਜ਼ ਵਿਡੋਡ ਮਦਰ, ਤਾਂ ਉਹਦੀ ਜਿਹੜੀ ਵਿਡੋ ਦੀ ਮਦਰ ਹੈਗੀ ਹੈ ਉਹਦੇ ਕੋਲ ਰਾਈਟ ਚਲੇ ਜਾਣਗੇ, ਉਹਦੇ ਕੋਲ ਵੀ ਉਹਦੀ ਕੰਡੀਸ਼ਨਾਂ ਲੱਗਣਗੀਆਂ ਜਿਵੇਂ ਬੀ ਕਲੌਜ਼ 'ਚ ਕੰਡੀਸ਼ਨਾਂ ਲੱਗੀਆਂ, ਚਾਰੇ ਕੰਡੀਸ਼ਨਾਂ ਲੱਗੀਆਂ ਨੇ ਵਿਡੋ ਦੇ ਉੱਪਰ, ਸੇਮ ਕੰਡੀਸ਼ਨਸ ਵਿਲ ਮਤਲਬ ਕਿ ਪ੍ਰੋਸੀਡ ਵਿਦ ਰਿਗਾਰਡ ਟੂ ਦਾ ਵਿਡੋ ਮਦਰ। ਵਿਡੋ ਮਤਲਬ ਕਿ ਜਿਹੜਾ ਵਿਅਕਤੀ ਮਰਿਆ ਜਿਹਦੇ ਕੋਲ ਆਕੂਪੈਂਸੀ ਰਾਈਟ ਸੀਗੇ, ਉਹਦੀ ਮਦਰ ਵਿਡੋ ਮਦਰ ਹੋਏਗੀ ਜੀ ਉਹਦੀ, ਤਾਂ ਉਹਦੇ ਮਦਰ ਨੂੰ ਚਲੇ ਜਾਣਗੇ ਰਾਈਟਸ। ਪਹਿਲਾਂ ਤਾਂ ਵਾਈਫ ਦੀ ਗੱਲ ਕੀਤੀ ਗਈ ਸੀ, ਹੁਣ ਵਿਡੋ ਮਦਰ ਦੀ ਗੱਲ ਆ ਗਈ। ਮਦਰ ਜਿਹਦੀ ਕਿ ਮਦਰ ਜਿਹੜੀ ਹੈਗਾ ਤੀਜੇ ਨੰਬਰ ਤੇ ਆਉਂਦੀ ਹੈ, ਪਹਿਲਾਂ ਮੇਲ ਮੈਂਬਰ, ਦੈਨ ਵਿਡੋ, ਦੈਨ ਉਹਦੀ ਮਦਰ, ਠੀਕ ਹੈ। ਮਦਰ ਕੋਲ
गर्ल चाइल्ड नहीं मिलेगी? है जी ना गर्ल चाइल्ड ना क्यों? क्यों ਦਾ ਕੀ ਜਵਾਬ ਹੈ ਨਹੀਂ ਐਕਟ ਕਹਿੰਦਾ अच्छा एक्ट नहीं करना मौका दे दे ना इस है टाइम जी तक है जी इस टाइम गर्ल चाइल्ड ਨੂੰ ਤਾਂ ਵੈਸੇ ਜਾਂਦੀ ਕੀ ਹੈ ਇਸ ਟਾਈਮ ਜੋ ਵਿਰਾਸਤ ਦੇ ਉਹ ਵਿੱਚ? ਦੇਖੋ ਉਹ ਸੈਕਸ਼ਨ ਐਕਟ ਹੈਗਾ ਆਪਾਂ ਉਹ ਸੈਕਸ਼ਨ ਐਕਟ ਦੀ ਗੱਲ ਕਰਦੇ ਹਾਂ ਆਪਾਂ ਟੈਨੈਂਸੀ ਪੜ੍ਹ ਰਹੇ ਹਾਂ ਅੱਛਾ ਜੀ ਠੀਕ ਹੈ ਨਾ ਆਪਾਂ ਟੈਨੈਂਸੀ ਪੜ੍ਹ ਰਹੇ ਹਾਂ ਆਪਾਂ ਟੈਨੈਂਸੀ ਐਕਟ ਪੜ੍ਹ ਰਹੇ ਹਾਂ ਅੱਛਾ ਜੀ ਸੈਕਸ਼ਨ ਐਕਟ ਦੇ ਵਿੱਚ ਹੈਗਾ ਠੀਕ ਹੈ ਜੀ। ਉੱਥੇ ਜਾਂਦਾ ਹੈ ਉੱਥੇ ਸਾਰੇ ਮੇਲ ਮੈਂਬਰ ਫੀਮੇਲ ਮੈਂਬਰ ਠੀਕ ਹੈ ਮਦਰ ਵਿਡੋ ਮੇਲ ਮੈਂਬਰ ਫੀਮੇਲ ਮੈਂਬਰ ਸਾਰਿਆਂ ਨੂੰ ਜਾਂਦਾ ਉੱਥੇ ਤਾਂ ਇਕੁਅਲ ਰਾਈਟਸ ਜਾਂਦੇ ਨੇ ਇਸ ਵਿੱਚ ਨਹੀਂ ਜਾਏਗੀ। ਸਕਸੈਸ਼ਨ ਐਕਟ ਦੇ ਕਲਾਸ 1 ਲੀਗਲ ਹੇਅਰਸ ਤੁਸੀਂ ਪੜ੍ਹਿਆ ਹੋਊਗਾ ਕਲਾਸ 1 ਲੀਗਲ ਹੇਅਰਸ ਆਫ ਦਾ ਸਕਸੈਸ਼ਨ ਐਕਟ ਤੁਸੀਂ ਉਹ ਜਿਹੜੀ ਗ੍ਰੀਨ ਵਾਲੀ ਬੁੱਕ ਹੈ ਉਹ ਪੜ੍ਹਿਓ ਡਿਟੇਲ ਦੇ ਵਿੱਚ ਉਹਦੇ 'ਚ ਸਾਰਾ ਸਕਸੈਸ਼ਨ ਐਕਟ ਦੱਸਿਆ ਹੈਗਾ ਹੈ। ਕਿਸੇ ਦੀ ਕੋਈ ਵੀ ਸਮੱਸਿਆ ਹੈਗੀ ਉੱਥੋਂ ਹੱਲ ਹੋ ਜਾਂਦੀ ਹੈ ਠੀਕ ਹੈ ਠੀਕ ਹੈ ਕਲਾਸ 1 ਦੇ ਲੀਗਲ ਹੇਅਰਸ ਨਹੀਂ ਹੁੰਦੇ ਦੈਨ ਕਲਾਸ 2 ਦੇ ਲੀਗਲ ਹੇਅਰਸ ਆ ਜਾਂਦੇ ਨੇ ਠੀਕ ਹੈ ਕਲਾਸ 2 ਦੇ ਲੀਗਲ ਹੇਅਰਸ ਵੀ ਨਹੀਂ ਹੁੰਦੇ ਫਿਰ ਅੱਗੇ ਚਲੀ ਜਾਂਦੀ ਹੈ ਇਨਵੋਲਵਿੰਗ ਅੱਗੇ ਚਲੀ ਜਾਂਦੀ ਹੈ ਜਿਹੜੇ ਰਾਈਟਸ ਹੁੰਦੇ ਆ ਇਹਦੇ ਵਿੱਚ ਆਪਾਂ ਗੱਲ ਕਰ ਰਹੇ ਸੀ ਦੇਖੋ ਸਭ ਤੋਂ ਪਹਿਲਾਂ ਮੇਲ ਮੈਂਬਰ ਲੀਨੀਅਰ ਡਿਸੈਂਡੈਂਟਸ ਮਤਲਬ ਨੀਚੀ ਵੱਲ ਦੀ ਪੀੜ੍ਹੀ ਜੇ ਨੀਚੀ ਵੱਲ ਦੀ ਪੀੜ੍ਹੀ ਦੇ ਵਿੱਚ ਕੋਈ ਨਹੀਂ ਹੈਗਾ ਤਾਂ ਉਹਦੀ ਵਿਡੋ ਨੂੰ ਕੰਡੀਸ਼ਨਲ ਰਾਈਟ ਮਿਲਦੇ ਨੇ ਠੀਕ ਹੈ ਜਦੋਂ ਤੱਕ ਉਹ ਜਿੰਦੀ ਹੈ ਜੇ ਵਿਡੋ ਵੀ ਨਹੀਂ ਹੈਗੀ ਮੇਲ ਮੈਂਬਰ ਵੀ ਨਹੀਂ ਹੈਗਾ ਦੈਨ ਉਹਦੀ ਮਦਰ ਵਿਡੋ ਮਦਰ ਯਾਨੀ ਕਿ ਫਾਦਰ ਦੀ ਡੈਥ ਤੋਂ ਪਹਿਲਾਂ ਹੋਈ ਹੋਵੇ ਤਾਂ ਵਿਡੋ ਮਦਰ ਹੋਵੇ ਠੀਕ ਹੈ ਉਹਦੇ ਕੋਲ ਵੀ ਅੰਟਿਲ ਸ਼ੀ ਡਾਈਜ਼ ਔਰ ਰੀਮੈਰੀਜ਼ ਔਰ ਅਬੰਡੈਂਸ ਦਾ ਲੈਂਡ ਔਰ ਅਜੈਕਟਡ देयर ਫਰੋਮ ਸੇਮ ਜਿਹੜੀ ਕੰਡੀਸ਼ਨ ਹੈਗੀਆਂ ਚਾਰੇ ਉਹਦੇ ਤੇ ਵੀ ਲੱਗਦੀਆਂ ਨੇ ਜੋ ਉਹਦੀ ਵਾਈਫ ਤੇ ਲੱਗਦੀਆਂ ਨੇ ਉਹਦੀ ਮਦਰ ਤੇ ਵੀ ਲੱਗਣਗੀਆਂ ਚਾਰੇ ਕੰਡੀਸ਼ਨਸ ਫਿਰ ਅੱਗੇ ਕਲੌਜ਼ ਡੀ ਹੈ ਫੀਲਿੰਗ ਸੱਚ ਡਿਸੈਂਡੈਂਟਸ ਐਂਡ ਵਿਡੋ ਔਰ ਵਿਡੋ ਮਦਰ ਦੇਖੋ ਡੀ ਦੇ ਵਿੱਚ ਕੀ ਕਿਹਾ ਗਿਆ ਵੀ ਜੇ ਡਿਸੈਂਡੈਂਟਸ ਵੀ ਨਾ ਕੋਈ ਮੇਲ ਮੈਂਬਰ ਵੀ ਨਾ ਹੋਵੇ ਵਿਡੋ ਵੀ ਨਾ ਹੋਵੇ ਜਾਂ ਵਿਡੋ ਮਦਰ ਵੀ ਨਾ ਹੋਵੇ ਜੇ ਹੋਵੇ ਤਾਂ ਉਹਦੀ ਤਾਂ ਉਹ ਰਿਜੈਕਟ ਹੋ ਗਈ ਹੋਵੇ ਜਾਂ ਉਹਦੀ ਜਿਹੜੀ ਕੰਡੀਸ਼ਨਸ ਹੈਗੀਆਂ ਨੇ ਉਹ ਫੁੱਲਫਿਲ ਨਾ ਹੋਈਆਂ ਹੋਣ ਇਸ ਕਰਕੇ ਜਿਹੜੀ ਟੈਨੈਂਸੀ ਵਾਪਸ ਹੋ ਗਈ ਹੋਵੇ ਔਰ ਇਫ ਡਿਸੀਜ਼ਡ ਟੈਨੈਂਟ ਲੈਫਟ ਏ ਵਿਡੋ ਔਰ ਵਿਡੋ ਮਦਰ then when her interest terminates under clause B and C ਜਦ ਵਿਡੋ ਨੂੰ ਜਾਂ ਵਿਡੋ ਮਦਰ ਨੂੰ ਕੋਈ ਰਾਈਟਸ ਗਏ ਹੋਏ ਹੋਣ ਪਰ ਉਹਦੇ ਰਾਈਟਸ ਟਰਮੀਨੇਟ ਹੋ ਗਏ ਹੋਣ ਅੰਡਰ ਕਲੌਜ਼ B ਤੇ C ਜਿਹੜੀ ਸੀ ਪੜ੍ਹ ਕੇ ਹਟਿਆ ਠੀਕ ਹੈ ਚਾਰ ਸ਼ਰਤਾਂ ਉਹਤੇ ਲੱਗੀਆਂ ਸੀਗੀਆਂ ਉਹ ਸ਼ਰਤ ਕੋਈ ਨਾ ਕੋਈ ਉਸਨੇ ਤੋੜ ਦਿੱਤੀ ਹੋਵੇ ਜਾਂ ਮੈਰਿਜ ਕਰਵਾ ਲਈ ਹੋਵੇ ਠੀਕ ਹੈ ਜਾਂ ਉਹਦੀ ਰਿਜੈਕਟਮੈਂਟ ਹੋ ਗਈ ਹੋਵੇ ਜਾਂ ਉਹਨੇ ਜ਼ਮੀਨ ਛੱਡ ਦਿੱਤੀ ਹੋਵੇ ਠੀਕ ਹੈ ਇਨ ਦਿਸ ਰਿਗਾਰਡ ਉਹਦੀ ਜਿਹੜੀ ਮਤਲਬ ਕਿ ਜਿਹੜੀ ਟੈਨੈਂਸੀ ਹੈ ਉਹਦੀ ਟਰਮੀਨੇਟ ਹੋ ਚੁੱਕੀ ਹੋਵੇ ਫਿਰ ਔਨ ਹਿਸ ਮੇਲ ਕੋਲੈਟਰਲ ਰਿਲੇਟਿਵਸ ਇਨ ਦਾ ਮੇਲ ਲਾਈਨ ਤਾਂ ਰਾਈਟਸ ਆਕੂਪੈਂਸੀ ਰਾਈਟ ਕਿੱਥੇ ਜਾਣਗੇ ਔਨ ਦਾ ਜਿਹੜਾ ਟੈਨੈਂਟ ਹੋਏਗਾ ਟੈਨੈਂਟ ਦੇ ਜਿਹੜੇ ਮੇਲ ਕੋਲੈਟਰਲ ਰਿਲੇਟਿਵਸ ਹੋਣਗੇ ਹੁਣ ਤੁਸੀਂ ਕਹੋ ਕੋਲੈਟਰਲ ਰਿਲੇਟਿਵ ਕੀ ਹੁੰਦੇ ਆ ਹੈ ਨਾ ਜਿਹੜੇ ਮੇਲ ਡਿਸੈਂਡੈਂਟਸ ਹੋਰ ਹੁੰਦੇ ਆ ਮੇਲ ਡਿਸੈਂਡੈਂਟਸ ਜਿਹੜੀ ਉਹਦੀ ਆਪਦੀ ਕੁੜੀ ਹੁੰਦੀ ਹੈ ਆਪਦੀ ਪੀੜ੍ਹੀ ਥੱਲੇ ਵੱਲ ਜਾਂਦੀ ਹੈ ਉਹ ਤਾਂ ਹੋ ਗਏ ਮੇਲ ਡਿਸੈਂਡੈਂਟਸ ਠੀਕ ਹੈ ਮੇਲ ਡਿਸੈਂਡੈਂਟ ਨਾ ਕੋਈ ਹੋਵੇ ਵਾਈਫ ਨਾ ਹੋਵੇ ਮਦਰ ਨਾ ਹੋਵੇ ਜੇ ਹੋਵੇ ਤਾਂ ਉਹਦੇ ਰਾਈਟਸ ਟਰਮੀਨੇਟ ਹੋ ਚੁੱਕੇ ਹੋਣ ਤਾਂ ਚੌਥੇ ਨੰਬਰ ਤੇ ਜਿਹੜੇ ਰਾਈਟਸ ਜਾਂਦੇ ਆ ਕਿੱਥੇ ਜਾਣਗੇ ਉਹ ਮੇਲ ਕੋਲੈਟਰਲ ਰਿਲੇਟਿਵਸ ਇਨ ਦਾ ਮੇਲ ਲਾਈਨ ਉੱਥੇ ਜਾਣਗੇ ਰਾਈਟਸ ਉਹਦੇ ਹੁਣ ਕੋਲੈਟਰ ਵਾਲੇ ਫਿਰ ਤੁਸੀਂ ਡਿਟੇਲ 'ਚ ਪੜ੍ਹਨਾ ਚਾਹੋਗੇ ਬਹੁਤ ਲੰਬਾ ਚੌੜਾ ਹੈਗਾ ਇਹ ਵੀ ਤੁਸੀਂ ਉਹ ਗ੍ਰੀਨ ਬੁੱਕ 'ਚੋਂ ਪੜ੍ਹ ਸਕਦੇ ਹੋ ਕੋਲੈਟਰ ਕਿਆ ਹੁੰਦਾ ਹੈ ਕੋਲੈਟਰ ਕਿਹਨੂੰ ਕਿਹਾ ਜਾਂਦਾ ਹੈਗਾ ਕੋਲੈਟਰ ਹੁੰਦੇ ਉਹ ਨੇ ਜਿਹੜੇ ਚਾਚੇ ਤਾਈ ਦੀ ਲੈਣ ਹੁੰਦੀ ਹੈ ਸੈਕੰਡ ਬਰਾਬਰ ਦੀ ਪੀੜ੍ਹੀ ਜਿਹਨੂੰ ਆਪਾਂ ਸ਼ਰੀਕ ਕਹਿ ਦਈਏ ਠੀਕ ਹੈ ਸ਼ਰੀਕਾਂ ਦੀ ਜਿਹੜੀ ਪੀੜ੍ਹੀ ਹੁੰਦੀ ਹੈ ਮੇਲ ਲਾਈਨ ਹੁੰਦੀ ਹੈ ਮੇਲ ਲਾਈਨ ਦੇ ਵਿੱਚ ਜਿਹੜੀ ਸ਼ਰੀਕਾਂ ਦੀ ਪੀੜ੍ਹੀ ਹੁੰਦੀ ਹੈ ਉਹਦੇ ਵਿੱਚ ਜਿਹੜੇ ਰਾਈਟਸ ਨੇ ਉਹ ਵੀ ਟ੍ਰਾਂਸਫਰ ਹੋ ਸਕਦੇ ਆ ਸਰ ਕੁੜੀ ਦੇ ਮੁੰਡਿਆਂ ਨੂੰ ਨਹੀਂ ਜਾ ਸਕਦਾ ਜੀ ਫੀਮੇਲ ਲਾਈਨ ਤਾਂ ਜਾਏਗਾ ਨਹੀਂ ਨਾ ਫੀਮੇਲ ਲਾਈਨ 'ਚ ਨਹੀਂ ਜਾਂਦਾ ਇਹ ਰਾਈਟ ਜਿਹੜਾ ਹੈਗਾ ਮੇਲ ਲਾਈਨ 'ਚ ਜਾਂਦਾ ਫੀਮੇਲ ਲਾਈਨ 'ਚ ਨਹੀਂ ਜਾਂਦਾ ਠੀਕ ਹੈ ਫੀਮੇਲ ਲਾਈਨ 'ਚ ਨਹੀਂ ਫੀਮੇਲ ਲਾਈਨ 'ਚ ਤਾਂ ਪਹਿਲਾਂ ਕੁੜੀ ਆ ਗਈ ਫਿਰ ਕੁੜੀ ਦੇ ਵਾਰਸ ਆ ਗਏ ਫੀਮੇਲ ਲਾਈਨ 'ਚ ਨਹੀਂ ਜਾਂਦਾ ਮੇਲ ਲਾਈਨ 'ਚ ਹੀ ਜਾਂਦਾ ਜੇ ਮੇਲ ਲਾਈਨ 'ਚ ਕੋਈ ਵਾਰਸ ਨਹੀਂ ਹੈਗਾ ਮਦਰ ਵੀ ਨਹੀਂ ਹੈਗੀ ਵਾਈਫ ਵੀ ਨਹੀਂ ਹੈਗੀ ਤਾਂ ਜਿਹੜੇ ਕੋਲੈਟਰਲਸ ਹੁੰਦੇ ਨੇ ਕੋਲੈਟਰਲਸ ਮਤਲਬ ਮੈਂ ਸਿੰਪਲ ਜੀ ਗੱਲ ਕਰਨਾ ਤੁਹਾਨੂੰ ਵੈਸੇ ਤੁਸੀਂ ਉਹ ਗ੍ਰੀਨ ਬੁੱਕ ਪੜ੍ਹ ਲਿਓ ਜੇ ਤੁਸੀਂ ਕਿਸੇ ਦਾ ਸ਼ੌਕ ਹੈਗਾ ਵੀ ਕੋਲੈਟਰਲਸ ਕੀ ਹੁੰਦੇ ਨੇ ਐਂਸੈਸਟਰਲ ਕੀ ਹੁੰਦੇ ਨੇ ਕੋਲੈਟਰਲਸ ਕੀ ਹੁੰਦੇ ਨੇ ਕੋਗਨੇਟਸ ਕੀ ਹੁੰਦੇ ਨੇ ਐਗਨੇਟਸ ਕੀ ਹੁੰਦੇ ਨੇ ਇਹ ਕਾਫੀ ਮਤਲਬ ਕਿ ਸਟੱਡੀ ਵਾਲਾ ਕੰਮ ਹੈਗਾ ਐਗਨੇਟਸ ਕੋਗਨੇਟਸ ਕੋਲੈਟਰਲਸ ਠੀਕ ਹੈ ਇਹ ਸਾਰਾ ਉਸ ਗ੍ਰੀਨ ਦੇ ਬੁੱਕ ਦੇ ਵਿੱਚ ਬੜਾ ਡਿਟੇਲ ਦੇ ਵਿੱਚ ਐਨ ਸਿੰਪਲ ਜੀ ਭਾਸ਼ਾ 'ਚ ਲਿਖਿਆ ਹੋਇਆ ਹੈਗਾ
ਤੁਹਾਨੂੰ ਚਲੋ ਫਾਰ ਦਾ ਸੇਕ ਆਫ ਨੌਲੇਜ ਵੀ ਪੜ੍ਹ ਲੈਣਾ ਚਾਹੀਦਾ ਹੁੰਦਾ, ਪੇਪਰ 'ਚ ਆਵੇ ਚਾਹੇ ਨਾ ਆਵੇ, ਉਹ ਗੱਲ ਵੱਖਰੀ ਹੈ। ਚੌਥੇ ਨੰਬਰ ਤੇ ਕਿਹਾ ਗਿਆ, ਹੁਣ ਦੇਖੋ ਸਮਝ ਸਾਡੇ ਤਾਂ ਲੱਗਦਾ ਸੈਕਸ਼ਨ ਜੇ ਸਾਨੂੰ ਕਿਸੇ ਜਿਹੜੇ ਵਰਡਸ ਹੁੰਦੇ ਨੇ ਉਹਦੀ ਸਮਝ ਹੋਵੇ। ਹੁਣ ਕੋਲੇਟਰ ਦੀ ਗੱਲ ਕਰਦੇ ਹਾਂ, ਹੁਣ ਕੋਲੇਟਰ ਦੀ ਗੱਲ ਕੀਤੀ ਗਈ ਹੈ, ਇਹ ਸਮਝ ਸਾਡੇ ਤਾਂ ਰਹੂ ਜੇ ਸਾਨੂੰ ਪਤਾ ਹੋਊ ਕਿ ਕੋਲੇਟਰ ਕੀ ਨੇ। ਕੋਲੇਟਰ ਜਿਵੇਂ ਮੈਂ ਕਹਿੰਦਾ ਤੁਹਾਨੂੰ ਸ਼ਰੀਕ ਚਾਚੇ ਤਾਏ, ਉਹਨਾਂ ਦੀ ਜਿਹੜੀਆਂ ਪੂਰੀਆਂ ਹੁੰਦੀਆਂ ਨੇ ਉਹਨਾਂ ਦੇ ਮੇਲ ਲਾਈਨ ਦੇ ਵਿੱਚ ਫਿਰ ਇਹ ਜਿਹੜੇ ਰਾਈਟਸ ਨੇ ਟ੍ਰਾਂਸਫਰ ਹੋ ਸਕਦੇ ਨੇ। ਫਿਰ ਨਾਲ ਹੀ ਗੱਲ ਕਹੀ ਹੈ ਕੋਲੇਟਰ ਰਿਲੇਟਿਵਸ ਇਨ ਦਾ ਮੇਲ ਲਾਈਨ ਆਫ ਡਿਸੈਂਡੈਂਟ ਥੱਲੇ ਵੱਲ ਨੂੰ, ਜਿਹੜੇ ਬੰਦੇ ਦੀ ਡੈਥ ਹੋਈ ਹੈ ਉਹਦੇ ਨੀਚੇ ਵੱਲ ਨੂੰ ਜਾਏਗਾ, ਉਹਦੇ ਬਰਾਬਰ ਦਾ, ਜਿਵੇਂ ਚਾਚੇ ਦਾ ਮੁੰਡਾ ਸੀਗਾ, ਮਤਲਬ ਇਹ ਕਹਿ ਲਈਏ ਜਿਹਦੀ ਡੈਥ ਹੋਈ ਉਹਦੇ ਚਾਚੇ ਦਾ ਜਾਂ ਤਾਏ ਦਾ ਮੁੰਡਾ ਸੀਗਾ, ਠੀਕ ਹੈ, ਉਹਦੇ ਜਿਹੜੇ ਥੱਲੇ ਵਾਰਸ ਹੋਣਗੇ ਮੇਲ ਲਾਈਨ ਦੇ, ਫਿਰ ਉਹ ਵੀ ਥੱਲੇ ਮੇਲ ਲਾਈਨ ਦੇ ਹੋਣਗੇ, ਫਿਰ ਉਹਨਾਂ ਨੂੰ ਇਹ ਜਿਹੜਾ ਰਾਈਟਸ ਹੈਗਾ, ਪਰ ਉਹਨਾਂ ਦਾ ਜਿਹੜਾ ਕਾਮਨ ਐਂਸੈਸਟਰ ਹੈਗਾ ਉਹ ਇੱਕ ਹੋਣਾ ਚਾਹੀਦਾ ਹੈ। ਬਾਬਾ ਦਾਦਾ, ਜਿਹੜਾ ਬਾਬਾ ਉਹਨਾਂ ਦਾ ਫਾਦਰ ਹੈ ਜਾਂ ਦਾਦਾ ਹੈਗਾ, ਉਹ ਸੇਮ ਹੋਣਾ ਚਾਹੀਦਾ ਹੈ। ਆਫ ਦਾ ਡਿਸੈਂਡੈਂਟ ਫਰੋਮ ਦਾ ਕਾਮਨ ਐਂਸੈਸਟਰ ਆਫ ਦਾ ਡਿਸੀਜ਼ਡ ਟੈਨੈਂਟ, ਉਹਨਾਂ ਦਾ ਕਾਮਨ ਜਿਹੜਾ ਦਾਦਾ, ਇੱਕ ਦਾਦੇ ਦੀ ਜਿਹੜੀ ਔਲਾਦ ਹੈਗੀ ਹੈ, ਜੇ ਉਹਦੀ ਆਪਦੀ ਲਾਈਨ ਦੇ ਵਿੱਚ ਕੋਈ ਨਹੀਂ ਹੈਗਾ ਤਾਂ ਉਸ ਦਾਦੇ ਦੀ ਜਿਹੜੀ ਲਾਈਨ ਹੋਰ ਮੇਲ ਲਾਈਨਾਂ ਜਿਹੜੀਆਂ ਬਣੀਆਂ ਹੋਈਆਂ ਨੇ, ਉਹਨਾਂ ਮੇਲ ਲਾਈਨਾਂ ਦੇ ਜਿਹੜੀ ਕੋਈ ਉਹਦੇ ਤੋਂ ਥੱਲੇ ਜਿਹੜਾ ਬੰਦਾ ਮਰਿਆ ਹੈਗਾ ਉਹਦੇ ਤੋਂ ਥੱਲੇ ਜਿਹੜੀਆਂ ਵਾਰਸਾਂ ਜਿਹੜੇ ਡਿਸੈਂਡੈਂਟਸ ਹੋਣਗੇ ਤਾਂ ਉਹਨਾਂ ਦੀ ਇਹ ਰਾਈਟ ਉਹ ਆਕੂਪੈਂਸੀ ਹੈਗੇ ਟ੍ਰਾਂਸਫਰ ਹੋ ਸਕਦੇ ਨੇ। ਅੱਗੇ ਸਬਸੈਕਸ਼ਨ 2 ਐਕਸਪਲੇਨੇਸ਼ਨ ਦੱਸਿਆ ਗਿਆ, ਉਹ ਜੇ ਆਪਾਂ ਉੱਪਰ ਪੜ੍ਹ ਕੇ ਹਟਿਆ ਵੀ ਲੈਂਡ ਆਕੂਪਾਈਡ ਇਨ ਐਕਸਚੇਂਜ, ਜੇ ਕੋਈ ਲੈਂਡ ਐਕਸਚੇਂਜ ਦੇ ਵਿੱਚ ਟ੍ਰਾਂਸਫਰ ਹੋ ਜਾਂਦੀ ਹੈ, ਦੈਟ ਵਿਲ ਬੀ ਦਾ ਪਾਰਟ ਆਫ ਦਾ ਟੈਨੈਂਸੀ ਐਜ ਏ ਆਕੂਪੈਂਸੀ ਟੈਨੈਂਟ। ਸਬਸੈਕਸ਼ਨ 2 ਹੈਗਾ ਐਜ਼ ਅਮੰਗ ਦਾ ਡਿਸੈਂਡੈਂਟਸ ਐਂਡ ਕੋਲੇਟਰਲਸ, ਐਜ਼ ਅਮੰਗ ਦਾ ਡਿਸੈਂਡੈਂਟਸ ਐਂਡ ਕੋਲੇਟਰਲ ਰਿਲੇਟਿਵ ਕਲੇਮਿੰਗ ਅੰਡਰ subsection 1, ठीक है, right shall devolve as if it were left by the deceased in the village situate। ਜਿਵੇਂ ਆਪਾਂ ਵਿਰਾਸਤ ਕਰਦੇ ਆ ਨਾ, ਇਹ ਉਸੇ ਤਰੀਕੇ ਦੇ ਨਾਲ ਜਿਹੜੇ ਰਾਈਟ ਹੈਗੇ ਆ ਇਹ ਡਿਵੋਲਵ ਹੋਣਗੇ। ਇਟ ਵਰ ਲੈਫਟ ਬਾਈ ਦਾ ਡਿਸੀਜ਼ਡ ਇਨ ਦਾ ਵਿਲੇਜ, ਜਿਵੇਂ ਕੋਈ ਪਿੰਡ ਦਾ ਕੋਈ ਹੋਰ ਬੰਦਾ ਮਰ ਜਾਂਦਾ ਹੈਗਾ, ਉਸੇ ਤਰੀਕੇ ਨਾਲ ਜਿਹੜੇ ਇਹ ਵਿਰਾਸਤ ਜਿਹੜੇ ਰਾਈਟ ਆਫ ਆਕੂਪੈਂਸੀ ਜਿਹੜੇ ਰਾਈਟਸ ਹੈਗੇ ਆ ਉਹ ਟ੍ਰਾਂਸਫਰ ਹੋ ਜਾਂਦੇ ਆ। ਸਰ ਮਤਲਬ ਇਹ ਵੀ ਆਪਾਂ ਇਹਦੀ ਵਿਰਾਸਤ ਦਾ ਇੰਤਕਾਲ ਦਰਜ ਕਰਾਂਗੇ ਜੀ? ਬਿਲਕੁਲ ਜੀ, ਬਿਲਕੁਲ ਕਰੇਗਾ। ਰਾਈਟ ਆਫ ਆਕੂਪੈਂਸੀ ਪੂਰੀ ਇੱਕ ਪਿੰਡ ਪੈਂਦਾ ਜੀ ਬੇਲੇਵਾਲ, ਉਸ ਪਿੰਡ ਦੀ ਸਾਰੀ ਪ੍ਰਾਪਰਟੀ ਹੀ ਇੱਕ ਸਰਦਾਰ ਦੀ ਹੈ, ਉਹ ਪਾਕਿਸਤਾਨ ਚਲੇ ਗਏ, ਹੁਣ ਇੱਥੇ ਸਿਰਫ ਗੈਰ ਮਨੁੱਸੀ ਨੇ, ਉਹਨਾਂ ਦੀ ਵਿਰਾਸਤ ਕੋਈ ਨਹੀਂ ਕਰਦਾ ਜੀ। ਤੁਸੀਂ ਇਦਾਂ ਦੇ ਫਿਰ ਇਹ ਬਾਅਦ ਵਿੱਚ ਡਿਸਕਸ ਕਰੋ ਮੇਰੇ ਨਾਲ ਜੇ ਕਰਨਾ ਚਾਹੋਗੇ, ਠੀਕ ਹੈ? ਹਾਂ, ਫਿਰ ਇਸ ਤਰੀਕੇ ਨਾਲ ਜਿਹੜਾ ਸਾਰੇ ਬੰਦੇ ਜਿਹੜੇ ਹੈਗੇ ਫਿਰ ਉਹ ਮਤਲਬ ਕਿ ਆਪਣਾ ਜਿਹੜਾ ਮਕਸਦ ਜਿਹੜਾ ਉਹ ਆਪਾਂ ਪੜ੍ਹ ਰਹੇ ਨਾ ਫਿਰ ਉਹ ਅੱਗੇ ਨਹੀਂ ਵੱਧਦਾ ਹੈਗਾ। ਤੁਸੀਂ ਮੇਰਾ ਬਾਅਦ ਡਿਸਕਸ ਕਰ ਸਕਦੇ ਹੋ, ਠੀਕ ਹੈ? ਜੇ ਕੋਈ ਪ੍ਰੋਬਲਮ ਇਦਾਂ ਦੀ ਹੈਗੀ ਹੈ ਆਪਾਂ ਡਿਸਕਸ ਕਰ ਲਾਂਗੇ, ਬਾਅਦ ਵਿੱਚ ਤੋਂ ਟਾਈਮ ਲੈ, ਠੀਕ ਹੈ ਜੀ? ਠੀਕ ਹੈ। ਸਬਸੈਕਸ਼ਨ 2 ਚ ਕੀ ਕਿਹਾ ਗਿਆ ਵੀ ਐਸ ਅਮੰਗ ਦਾ ਟੈਨੈਂਟਸ ਐਂਡ ਕੋਲੇਟਰਲਸ ਰਿਲੇਟਿਵਸ, ਵੀ ਜਿਵੇਂ ਕਿ ਵਿਰਾਸਤ ਹੋਣੀ ਹੈ ਇਹ ਉਦਾਂ ਹੀ ਵਿਰਾਸਤ ਹੋਏਗੀ, ਜਿਵੇਂ ਪਿੰਡ ਦੇ ਵਿੱਚ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਠੀਕ ਹੈ, ਉਹ ਆਪਦੇ ਰਾਈਟਸ ਅੱਗੇ ਛੱਡ ਜਾਂਦਾ ਹੈਗਾ, ਇਸ ਤਰੀਕੇ ਜਿਹੜੇ ਰਾਈਟਸ ਹੈਗੇ ਇਹ ਡਿਵੋਲਵ ਹੋਣਗੇ, ਚਾਹੇ ਉਹ ਕੋਲੇਟਰ 'ਚ ਡਿਵੋਲਵ ਹੋਣ, ਚਾਹੇ ਉਹ ਡਿਸੈਂਡੈਂਟ 'ਚ ਡਿਵੋਲਵ ਹੋਣਗੇ। ਵੈਨ ਵਿਡੋ ਆਫ ਦਾ ਡਿਸੀਜ਼ਡ ਟੈਨੈਂਟ ਸਕਸੀਡਸ ਦਾ ਰਾਈਟ ਆਫ ਆਕੂਪੈਂਸੀ, ਜੇਕਰ ਹੁਣ ਅੱਗੇ ਫਿਰ ਕੁਝ ਦੱਸਿਆ, ਸ਼ਰਤਾਂ ਦੱਸੀਆਂ ਨੇ, ਕਲੈਰੀਫਾਈ ਕੀਤੀ ਗਈ ਹੈ ਅੱਗੇ, ਜੇਕਰ ਜਿਹੜੀ ਵਿਡੋ ਹੈਗੀ ਆ ਕਿਸੇ ਡਿਸੀਜ਼ ਦੀ ਟੈਨੈਂਟ ਦੀ ਵਿਡੋ ਹੈਗੀ ਆ, ਉਹਨੂੰ ਰਾਈਟ ਜੇ ਮਿਲ ਜਾਂਦੇ ਆ ਕਾਰਨ ਉੱਪਰਲੇ ਮੁਤਾਬਕ, ਠੀਕ ਹੈ, ਰਾਈਟ ਆਫ ਆਕੂਪੈਂਸੀ ਜੇ ਮਿਲਦੇ ਆ, ਸ਼ੀ ਸ਼ੈਲ ਨਾਟ ਟ੍ਰਾਂਸਫਰ ਦਾ ਰਾਈਟ ਬਾਈ ਸੇਲ ਔਰ ਗਿਫਟ, ਉਹਦੇ ਕੋਲ ਕੋਈ ਅਧਿਕਾਰ ਨਹੀਂ ਹੈਗਾ, ਠੀਕ ਹੈ? ਉਹਦੇ ਕੋਲ ਫਰਦਰ ਟ੍ਰਾਂਸਫਰ ਕਰਨ ਦਾ ਕੋਈ ਰਾਈਟ ਨਹੀਂ ਹੈਗਾ, ਕਿਉਂਕਿ ਉਹਦੇ ਕੋਲ ਆ ਵੀ ਮਤਲਬ ਕਿ ਕੰਡੀਸ਼ਨਲ ਰਾਈਟ ਹੈਗੇ ਆ, ਜਦੋਂ ਤੱਕ ਉਹ ਜਿੰਦੀ ਹੈ ਤਦ ਤੱਕ ਉਹਦੇ ਕੋਲ ਰਾਈਟ ਰਹਿਣਗੇ, ਜੇ ਮਰ ਗਈ ਤਾਂ ਉਹਦੇ ਰਾਈਟ ਖਤਮ ਹੋ ਜਾਣਗੇ, ਜੇ ਉਹਨੇ ਮੈਰਿਜ ਕਰਵਾ ਲਈ ਤਾਂ ਵੀ ਉਹਦੇ ਰਾਈਟ ਖਤਮ ਹੋ ਜਾਣਗੇ। ਇਸ ਕਰਕੇ ਜਿਹੜੇ ਉਹਦੇ ਲਿਮਿਟਡ ਰਾਈਟਸ ਹੈਗੇ ਆ, ਸ਼ੀ ਸ਼ੈਲ ਨਾਟ ਟ੍ਰਾਂਸਫਰ ਦਾ ਰਾਈਟ ਬਾਈ ਸੇਲ ਔਰ ਗਿਫਟ ਐਟਸੈਟਰਾ, ਉਹ ਜਿਹੜੇ ਆਪਣੇ ਰਾਈਟਸ ਨੇ, ਜਿਹੜੇ ਆਕੂਪੈਂਸੀ ਰਾਈਟਸ ਨੂੰ ਮਿਲੇ ਹੈਗੇ ਨੇ, ਉਹਨੂੰ ਟ੍ਰਾਂਸਫਰ ਨਹੀਂ ਕਰ ਸਕਦੀ, ਬਟ ਸ਼ੀ ਕੈਨ ਇੰਜੋਏ ਦਾ ਰਾਈਟਸ, ਠੀਕ ਹੈ? ਉਹ ਖੇਤੀਬਾੜੀ ਕਰਵਾ ਸਕਦੀ ਹੈ, ਵਾਹ ਸਕਦੀ ਹੈ, ਉਹਦਾ ਜਿਹੜਾ ਰੈਂਟ ਹੈਗਾ ਉਹ ਖਾ ਸਕਦੀ ਹੈ, ਠੀਕ ਹੈ ਜੀ, ਪਰ ਉਹ ਆਪਣੇ ਜਿਹੜੇ ਰਾਈਟਸ ਹੈਗੇ ਆ ਉਹ ਅੱਗੇ ਟ੍ਰਾਂਸਫਰ ਨਹੀਂ ਕਰ ਸਕਦੀ। ਔਰ ਮੌਰਗੇਜ ਔਰ ਬਾय सबलीज, ना ही वो मॉर्गेज कर सकती है ना ही सबलीज कर सकती है फॉर ए टर्म एक्सीडिंग 1 ईयर। जी मॉर्गेज करनी है ਜਾਂ ਉਹ ਆਪ ਨਹੀਂ ਪਾ ਸਕਦੀ, ਲੀਜ਼ ਕਰਨੀ ਹੈ ਕਿਸੇ ਨੂੰ,
ठीक है, मे भी ਉਹਦੇ ਕੋਲ ਕੋਈ ਸੋਰਸ ਨਾ ਹੋਵੇ ਖੇਤੀ ਕਰਨ ਦਾ, ਤਾਂ ਫਿਰ ਉਹ ਅੱਗੇ ਕਿਤੇ ਲੀਜ਼ ਤੇ ਦੇਗੀ ਨਾ, ਖੇਤੀ ਤਾਂ ਕਰਵਾਏਗੀ ਕਿਸੇ ਨਾ ਕਿਸੇ ਤੋਂ, ਪਰ ਉਹ 1 ਸਾਲ ਤੱਕ ਦੀ ਬਸ ਲੀਜ਼ ਦੇ ਸਕਦੀ ਹੈ, ਇਸ ਤੋਂ ਜ਼ਿਆਦਾ ਨਹੀਂ ਦੇ ਸਕਦੀ, ਈਅਰ ਟੂ ਈਅਰ। फिर then subsection 4 ਚ ਕੀ ਕਿਹਾ ਗਿਆ, if the deceased tenant has left no such person, ਜੇਕਰ ਜਿਹੜਾ deceased tenant ਹੈਗਾ ਜਿਹਦੇ ਕੋਲ ਰਾਈਟ ਆਫ ਆਕੂਪੈਂਸੀ ਸੀਗੀ, ਉਹਦੇ ਕੋਲੇ ਉੱਪਰਲੇ ਜਿਵੇਂ ਆਪਾਂ ਦੇਖਿਆ ਹੈਗਾ ਕੋਈ ਡਿਸੈਂਡੈਂਟ ਨਹੀਂ ਹੈਗਾ, ਕੋਈ ਉਹਦਾ ਕੋਈ ਕੋਲੈਟਰਲ ਵੀ ਨਹੀਂ ਮਿਲਿਆ, ਕੋਈ ਉਹਦੀ ਵਾਈਫ ਵੀ ਨਹੀਂ ਹੈਗੀ, ਜ਼ਿਆਦਾ ਕੋਈ ਮਦਰ ਵਿਡੋ ਵੀ ਨਹੀਂ ਹੈਗੀ, ਵਿਡੋ ਵਾਈਫ ਵੀ ਨਹੀਂ ਹੈਗੀ, ਠੀਕ ਹੈ। if the deceased tenant has left no such person as mentioned in subsection 1 on whom his right of occupancy may devolve under this that subsection, the right shall be extinguished। ਫਿਰ ਜਿਹੜੇ ਉਹਦੇ ਰਾਈਟ ਹੈਗੇ ਆ ਉਹ ਕਿਤੇ ਡਿਵੋਲਵ ਨਹੀਂ ਹੋਣਗੇ, ਉਹਦੇ ਰਾਈਟ ਹੈ ਉਹ ਖਤਮ ਹੋ ਜਾਣਗੇ, ਜਿਹੜੀ ਪ੍ਰਾਪਰਟੀ ਹੈ then will come back with the landlord, ਠੀਕ ਹੈ ਜੀ। ਨੈਕਸਟ ਹੈ, ਦੇਖੋ ਹਰ ਇੱਕ ਸੈਕਸ਼ਨ ਸਬਸੈਕਸ਼ਨ ਡਿਫਰੈਂਟ ਹੈਗਾ, ਹਰ ਸਬਸੈਕਸ਼ਨ ਦੇ ਵਿੱਚ ਵੱਖਰੀ ਵੱਖਰੀ ਜਿਹੜੀ ਹੈਗੀ ਹੈ ਕੰਡੀਸ਼ਨ ਲੱਗੀ ਹੈ, ਵੱਖਰੀ ਵੱਖਰੀ ਉਹਦੀ ਲੈਂਗੁਏਜ ਹੈ, ਵੱਖਰਾ ਵੱਖਰਾ ਮਤਲਬ ਕਿ ਰਾਈਟਸ ਹੈ, ਲਾਇਬਿਲਿਟੀਜ਼ ਬਣਦੀਆਂ ਨੇ, ਇਸ ਕਰਕੇ ਕੱਲਾ ਕੱਲਾ ਜਿਹੜਾ ਸੈਕਸ਼ਨ ਹੈਗਾ, ਕੱਲੇ ਸੈਕਸ਼ਨ ਦੀ ਕੱਲੀ ਕਲੌਜ਼ ਪੜ੍ਹਨ ਵਾਲੀ ਹੈਗੀ ਹੈ, ਬਾਅਦ ਦੇ ਵਿੱਚ ਵੀ ਤੁਸੀਂ ਇਹਦੀ ਰਿਵਾਈਜ਼ ਕਰਨਾ ਬਣਦਾ ਹੈਗਾ, ਤਦੀ ਅਸੀਂ ਕੁਐਸਚਨ ਦਾ ਜਿਹੜਾ ਆਨਸਰ ਹੈ ਪ੍ਰੋਪਰ ਤਰੀਕੇ ਨਾਲ ਦੇ ਸਕਦੇ ਹਾਂ, ਜੇ ਅਸੀਂ ਵਾਰ-ਵਾਰ ਇਸ ਨੂੰ ਪੜ੍ਹਾਂਗੇ ਤੇ ਰਿਵਾਈਜ਼ ਕਰਾਂਗੇ। ਸੈਕਸ਼ਨ 60 ਹੈਗਾ irregular transfer of right of occupancy। irregular मतलब गैर कानूनी तौर पे। irregular transfer of right of occupancy, any transfer made by it right of occupancy in contravention, ਜੇ ਕੋਈ ਕਾਨੂੰਨ ਦੀ ਉਲੰਘਣਾ ਕਰਕੇ ਉੱਪਰ ਦੀਆਂ ਜਿਹੜੀਆਂ ਸ਼ਰਤਾਂ ਹੈਗੀਆਂ ਨੇ ਉਹਦੇ ਮੁਤਾਬਕ ਨਹੀਂ, in contravention of foregoing provisions shall be voidable at the instance of the landlord। ਜੇ ਕੋਈ ਟ੍ਰਾਂਸਫਰ ਕਰ ਦਿੰਦਾ ਹੈ, ਠੀਕ ਹੈ, ਆਪਦੇ ਰਾਈਟ ਆਫ ਆਕੂਪੈਂਸੀ ਟ੍ਰਾਂਸਫਰ ਕਰ ਦਿੰਦਾ ਹੈ ਤੇ ਪ੍ਰੋਵੀਜ਼ਨਾਂ ਦੀ ਆਗਿਆ ਪ੍ਰੋਵੀਜ਼ਨ ਦੀ ਜਿਹੜੇ ਦੇ ਖਿਲਾਫ ਜਾ ਕੇ, ਤਾਂ ਜਦੋਂ ਵੀ ਜਿਹੜਾ ਲੈਂਡਲੋਰਡ ਹੈਗਾ ਉਹ ਉਹਨੂੰ ਚੈਲੰਜ ਕਰਦਾ ਹੈ, ਤਾਂ ਜਿਹੜੇ ਰਾਈਟਸ ਨੇ ਉਹ ਟ੍ਰਾਂਸਫਰ ਕੀਤੇ ਜਿਹੜੇ ਰਾਈਟਸ ਨੇ ਉਹ ਵਾਈਡੇਬਲ ਹੋ ਜਾਣਗੇ, ਠੀਕ ਹੈ। ਜੇ ਲੈਂਡਲੋਰਡ ਹੈਗਾ ਚੈਲੰਜ ਨਹੀਂ ਕਰਦਾ ਤਾਂ ਉਹ ਚੱਲਦੇ ਰਹਿਣਗੇ, ਪਰ ਜੇ ਔਨ ਦਾ ਪਾਰਟ ਆਫ ਦਾ ਲੈਂਡਲੋਰਡ ਦੇ ਕੈਨ ਬੀ ਵਾਈਡੇਬਲ। ਦੇਖੋ ਵਾਈਡੇਬਲ ਤੇ ਵੈਲਿਡ ਕੀ ਡਿਫਰੈਂਸ ਹੈ, ਸਾਰਿਆਂ ਨੂੰ ਤੁਹਾਨੂੰ ਪਤਾ ਹੋਊਗਾ, ਪਰ ਕਿਉਂ ਜੇ ਨਹੀਂ ਪਤਾ ਹੈਗਾ ਤਾਂ 1 ਸੈਕਿੰਡ ਲਈ ਇੱਥੇ ਦੱਸਦਾ ਨਾ। ਵੈਲਿਡ ਉਹ ਜਿਹੜੇ ਜੋ ਸਹੀ ਹੋਣਗੇ, ਠੀਕ ਹੈ। ਇਨਵੈਲਿਡ ਜਿਹੜੇ ਬਿਲਕੁਲ ਹੀ ਗਲਤ ਨੇ। ਵਾਇਡੇਬਲ ਕਿਹੜੇ ਹੁੰਦੇ ਨੇ, ਜਿਨ੍ਹਾਂ ਨੂੰ ਕੋਈ ਵਿਅਕਤੀ ਚਾਹੇ ਤਾਂ ਪ੍ਰੋਵਾਈਡ ਕਰ ਸਕਦਾ ਹੈ, ਜੇ ਨਹੀਂ ਚਾਹੇ ਤਾਂ ਉਹ ਵੈਲਿਡ ਨੇ। ਜੇ ਹੁਣ ਇੱਥੇ ਆ ਗਈ ਗੱਲ ਆ ਗਈ ਵਾਇਡੇਬਲ ਦੀ, ਜੇ ਲੈਂਡਲੋਰਡ ਦੇ ਐਪਲੀਕੇਸ਼ਨ ਦੇਗਾ ਵੀ ਨਹੀਂ ਇਹ ਗਲਤ ਹੈ, ਇਸ ਨੇ ਇਹ ਜਿਹੜੇ ਰੂਲਸ ਦੀ ਉਲੰਘਣਾ ਕੀਤੀ ਹੈ, ਇਹ ਕਾਨੂੰਨ ਦੀ ਉਲੰਘਣਾ ਕੀਤੀ ਹੈ, ਇਸ ਨੇ ਮੈਨੂੰ ਪਹਿਲਾਂ ਨੋਟਿਸ ਨਹੀਂ ਭੇਜਿਆ ਹੈਗਾ, ਮੇਰੀ ਪ੍ਰੈਫਰੈਂਸ ਬਣਦੀ ਸੀਗੀ, ਦੈਟ ਰਾਈਟ ਜੇ ਕੋਈ ਟ੍ਰਾਂਸਫਰ ਹੋ ਜਾਂਦੀ ਹੈ ਦੈਟ ਇਜ਼ ਦੀ ਵਾਇਡੇਬਲ। ਦੈਨ ਅਗਰ ਚੈਪਟਰ 6 ਇੰਪਰੂਵਮੈਂਟ ਐਂਡ ਕੰਪਨਸੇਸ਼ਨ। ਦੇਖੋ ਹੁਣ ਅਲੱਗ-ਅਲੱਗ ਸਬਜੈਕਟ ਨੇ ਸਾਰੇ, ਉੱਪਰ ਪਹਿਲਾਂ ਪੜ੍ਹ ਕੇ ਆਏ ਨੇ ਅਸੀਂ ਆਇਆ ਅਲਾਈਨੇਸ਼ਨ ਬਾਈ ਵੇ ਆਫ ਸੇਲ, ਮੌਰਗੇਜ, ਗਿਫਟ ਐਟਸੈਟਰਾ ਐਟਸੈਟਰਾ। ਦੈਨ ਅਸੀਂ ਪੜ੍ਹ ਕੇ ਆਏ ਹਾਂ ਸਕਸੈਸ਼ਨ ਕਿਵੇਂ ਹੋਏਗਾ, ਠੀਕ ਹੈ। ਸਕਸੈਸ਼ਨ 'ਚ ਵੀ ਕੁਐਸਚਨ ਆਉਣ ਦੀ ਪੂਰੀ ਸੰਭਾਵਨਾ ਹੁੰਦੀ ਹੈ, 90% ਕੁਐਸਚਨ ਆ ਜਾਂਦਾ ਹੈ ਸਕਸੈਸ਼ਨ ਦੇ ਵਿੱਚੋਂ, ਜਿਹੜੇ ਆਪਾਂ ਉੱਪਰਲੇ ਸੈਕਸ਼ਨ ਪੜ੍ਹੇ ਨੇ 60 ਤੱਕ। ਹੁਣ ਆ ਗਿਆ ਇੰਪਰੂਵਮੈਂਟ ਐਂਡ ਕੰਪਨਸੇਸ਼ਨ। ਚੈਪਟਰ 6 ਹੈਗਾ ਇੰਪਰੂਵਮੈਂਟ ਐਂਡ ਕੰਪਨਸੇਸ਼ਨ। ਦੇਖੋ ਇੰਪਰੂਵਮੈਂਟਸ ਕੀ ਹੁੰਦੀਆਂ ਨੇ। ਇੰਪਰੂਵਮੈਂਟ ਆਪਾਂ ਬਹੁਤ ਵਾਰੀ ਗੱਲ ਪਹਿਲਾਂ ਹੋਈ ਹੈ, ਪਰ ਆਪਾਂ ਇੱਥੇ ਹੁਣ ਆਕੂਪੈਂਸੀ ਟੈਨੈਂਟ ਦੀ ਗੱਲ ਕਰ ਰਹੇ ਹਾਂ। ਜਿਹੜਾ ਇਹ ਚੈਪਟਰ ਆਪਾਂ ਪੜ੍ਹ ਰਹੇ ਹਾਂ ਦੈਟ ਇਜ਼ ਰਿਗਾਰਡਿੰਗ ਆਕੂਪੈਂਸੀ ਟੈਨੈਂਟ। ਜੇ ਕੋਈ ਟੈਨੈਂਟ ਆਪਣੀ ਜ਼ਮੀਨ ਦੇ ਉੱਪਰ ਜਿਹੜੀ ਆਪਣੀ ਟੈਨੈਂਸੀ ਆ ਉਹਨੂੰ ਕੁਝ ਸੁਧਾਰਦਾ ਹੈ, ਠੀਕ ਹੈ, ਉਹਦੇ ਉੱਪਰ ਕੋਈ ਖਰਚ ਕਰਦਾ ਹੈ, ਕੋਈ ਖਾਲ ਬਣਾਏ, ਪੱਕੇ ਖਾਲ ਕੀਤੇ, ਜਾਂ ਕੋਈ ਬਾਉਂਡਰੀ ਵਾਲ ਬਣਾਈ, ਕੋਈ ਵਾਲ ਬਣਾਈ, ਜਾਂ ਕੋਈ ਬੰਨੇ ਬਣਾਏ, ਠੀਕ ਹੈ, ਇੱਦਾਂ ਦੀ ਕੋਈ ਇੰਪਰੂਵਮੈਂਟਸ ਕੀਤੀਆਂ ਉਸਨੇ ਲੈਂਡ ਦੇ ਉੱਪਰ, ਜਿਹਦੇ ਨਾਲ ਜਿਹੜੀ ਉਹਦੀ ਪੈਦਾਵਾਰ ਹੈ ਵੱਧ ਗਈ, ਠੀਕ ਹੈ, ਉਹਦਾ ਫਿਰ ਉਹਨੂੰ ਕੰਪਨਸੇਸ਼ਨ ਕੀ ਮਿਲਣਾ ਚਾਹੀਦਾ ਹੈ। ਜੇ ਉਹਦੀ ਕਿਸੇ ਕਾਰਨ ਐਜੈਕਟਮੈਂਟ ਹੁੰਦੀ ਹੈ, ਲੈਂਡਲੋਰਡ ਹੈ ਉਹਦੇ ਖਿਲਾਫ ਕੋਈ ਦਾਅਵਾ ਦਾਇਰ ਕਰਦਾ ਹੈ, ਠੀਕ ਹੈ, ਤਾਂ ਉਹਦੀ ਕੰਪਨਸੇਸ਼ਨ ਲੈਣ ਦਾ ਉਹ ਹੱਕਦਾਰ ਬਣਦਾ ਹੈ। ਇੰਪਰੂਵਮੈਂਟਸ ਕੀ ਹੁੰਦੀਆਂ ਨੇ, ਕੰਪਨਸੇਸ਼ਨ ਕੀ ਹੁੰਦੀਆਂ ਨੇ, ਕਿਵੇਂ ਇਹ ਕੌਣ ਜਿਹੜਾ ਇੰਟਾਈਟਲਮੈਂਟ ਹੈਗੀ ਹੈ, ਕਿਹਦੀ ਲਾਇਬਿਲਿਟੀ ਹੈਗੀ ਹੈ, ਉਹਦੇ ਰਿਗਾਰਡਿੰਗ ਆਪਾਂ ਪੜ੍ਹਾਂਗੇ ਸੈਕਸ਼ਨ 61 ਇੰਪਰੂਵਮੈਂਟ ਬਾਈ ਦਾ ਲੈਂਡਲੋਰਡ ਔਨ ਟੈਨੈਂਸੀ ਆਫ ਆਕੂਪੈਂਸੀ ਟੈਨੈਂਟਸ।
देखो इंप्रूवमेंट लैंडलॉर्ड भी कर सकता है, इंप्रूवमेंट टेनेंट भी कर सकता है। ठीक है, पहला ਆਪਾਂ लैंडलॉर्ड ਦੀ ਗੱਲ ਕਰਦੇ ਹਾਂ। ਜੇਕਰ इंप्रूवमेंट लैंडलॉर्ड करना चाहे ਤਾਂ परमिशन ऑफ कलैक्टर रिक्वायर्ड, तक जी कलैक्टर की परमिशन है, तहसीलदार तो जी परमिशन है वो लैनी पेगी लैंडलॉर्ड को। जो किसी टेनेंसी के उपर कोई अपनी इंप्रूवमेंट करना चाहे, ट्यूबवैल लगवाना है, कोई पक्के खाल करवाने हैं, ठीक है, या कोई होर काम है जो करना है, तो वो जी कलैक्टर की जी कंसेंट है वो एप्लीकेशन दे के पहले कलैक्टर की कंसेंट लैनी पेगी, दैन इंप्रूवमेंट कराई जा सकती है। जेकर फिर वो विदाउट परमिशन कलैक्टर ਉਹਦਾ रिक्वायर्ड नो इनहांसमेंट विदाउट परमिशन, जे वो परमिशन नहीं लेंदा पर कोई इनहांसमेंट करवा दिंदा है तो फिर ਉਹਦੀ ਉਹ ਜਿਹੜੀ कंपनसेशन है ਆਪਦਾ ਰੈਂਟ ਵਧਾਉਣ ਦੀ ਗੱਲ ਕਰਦਾ है, वो नहीं ਵਧਾਇਆ ਜਾਂਦਾ, ਉਹਦੀ कंपनसेशन है फिर ਉਹਨੂੰ नहीं मिलती हैगी जे वो बिना परमिशन तो कोई इंप्रूवमेंट करवा दिंदा है। ਜਦੋਂ लैंडलॉर्ड मतलब कि इंप्रूवमेंट करवाना चाहे तो वो अप्लाई करेगा कि कलैक्टर ਨੂੰ अप्लाई करेगा, कलैक्टर हीयर द टेनेंट, कलैक्टर उस तो बाद ਜਿਹੜਾ टेनेंट ਨੂੰ नोटिस भेज के ਉਹਨੂੰ ਸੀਅਰ करेगा भी ਉਹਦਾ कोई ऑब्जेक्शन ਤਾਂ नहीं इस प्रति, ठीक है। फिर उस तो बाद कलैक्टर इन मेकिंग ऑर्डर गाइडेड बाय द रूल मेड बाय द स्टेट गवर्नमेंट, ਤਾਂ ਜਦੋਂ ਕਲੈਕਟਰ ਨੇ ਉਹਨੂੰ ਪਰਮਿਸ਼ਨ ਦੇਣੀ ਹੈ ਤਾਂ ਜਿਹੜੇ ਰੂਲਸ ਨੇ ਉਸ ਵੇਲੇ ਜਿਹੜੇ ਲਾਗੂ ਰੂਲ ਹੈਗੇ ਆ ਉਹਨਾਂ ਦੇ ਕੰਸਲਟ ਕਰਕੇ ਜਿਹੜੀ ਆਰਡਰ ਕੀਤਾ ਜਾਵੇਗਾ ਤੇ ਜਿਹੜੀ ਉਹਦੀ ਪਰਮਿਸ਼ਨ ਦਿੱਤੀ ਜਾਵੇਗੀ ਉਸਨੂੰ ਲੈਂਡਲॉर्ड ਨੂੰ ਇੰਪਰੂਵਮੈਂਟ ਕਰਵਾਉਣ ਦੀ। ਸੈਕਸ਼ਨ 62 ਹੈਗਾ ਇਨਹਾਂਸਮੈਂਟ ਆਫ ਰੈਂਟ ਇੰਪਰੂਵਮੈਂਟ ਮੇਡ ਬਾय ਦ ਲੈਂਡਲॉर्ड। ਜਦੋਂ ਹੁਣ ਸੈਕਸ਼ਨ 61 ਦੇ ਵਿੱਚ ਲੈਂਡਲॉर्ड ਨੇ ਇੰਪਰੂਵਮੈਂਟ ਕੀਤੀ ਹੈ, जो उन्हें इंप्रूवमेंट कराई है टेनेंसी के उपर जमीन के उपर खर्च किया है, तो वो ये भी चाहेगा भी मेरा किराया भी बढ़ाया जाए, ठीक है। इस केस के सैक्शन 62 की कहना इनहांसमेंट ऑफ रेंट इंप्रूवमेंट मेड बाय द लैंडलॉर्ड ऑन टेनेंसी ऑफ ए ऑक्यूपेंसी टेनेंट आफ्टर परमिशन। सैक्शन 62 ਦੇ ਵਿੱਚ परमिशन की गल की गई है, जे परमिशन लैके इफ एनी इंप्रूवमेंट मेड बाय द लैंडलॉर्ड ही विल अप्लाई टू द कलैक्टर फॉर द इनहांसमेंट ऑफ द रेंट। उन्हें इंप्रूवमेंट कराती, इंप्रूवमेंट कराने तो बाद फिर वो कहेगा मेरा किराया बढ़ाया जाए, किराया बढ़ाने के लिए फिर वो की हैगा अर्जी देगा रेवन्यू ऑफिसर ਨੂੰ कलैक्टर ਨੂੰ, ठीक है। he will apply to the collector for the enhancement of rent। सबसेक्शन 2 की है if tenant paying share in produce, ਜੇਕਰ ਜਿਹੜਾ ਟੈਨੈਂਟ ਹੈਗਾ ਉਸ ਨੂੰ ਲੈਂਡਲॉर्ड ਨੂੰ ਹਿੱਸਾ ਦਿੰਦਾ ਹੈ ਪ੍ਰੋਡਿਊਸ ਦਾ, ਪੈਦਾਵਾਰ ਦਾ ਹਿੱਸਾ ਦਿੰਦਾ ਹੈ, ठीक है। अंडर सेक्शन 20 द कलैक्टर शैल इनहांस द शेयर, तो उत्ते फिर की है कलैक्टर ਜਿਹੜਾ ਉਹਦਾ ਜਿਹੜਾ ਸ਼ੇਅਰ ਹੈਗਾ ਮਾਲਕ ਦਾ ਉਹ ਵਧਾ ਦੇਗਾ, ਡਿਟਰਮਿਨ ਕਰੇਗਾ ਪੇਡ ਬਾय ਦ ਟੈਨੈਂਟ ਆਫ ਸਿਮਿਲਰ ਡਿਸਕ੍ਰਿਪਸ਼ਨ। ਕਿੰਨਾ ਸ਼ੇਅਰ ਵਧਾਏਗਾ ਉਸ ਇਲਾਕੇ ਦੇ ਜਿਹੜੇ ਲੋਕ ਹੈਗੇ ਹੋਰ ਟੈਨੈਂਟ ਹੈਗੇ ਉਹਨਾਂ ਦਾ ਦਲਕੇ ਦੇਖਦੇ ਹੋਏ ਵੀ ਉਹ ਕਿੰਨਾ ਸ਼ੇਅਰ ਪੇ ਕਰ ਰਹੇ ਨੇ ਉਸ ਉਦਾਂ ਦੀ ਹੀ ਜ਼ਮੀਨ ਦਾ, ਜਿੰਨੀ ਜਿਹੜੀ ਜ਼ਮੀਨ ਹੁਣ ਇਹ ਇੰਪਰੂਵਮੈਂਟ ਕਰਾਉਣ ਤੋਂ ਬਾਅਦ ਬਣ ਗਈ ਉਸ ਨੇਚਰ ਦੀ ਜਿਹੜੀ ਲੈਂਡ ਹੈਗੀ ਆ ਉਸ ਲੈਂਡ ਦਾ ਜਿਹੜਾ ਸ਼ੇਅਰ ਹੈਗਾ ਉਹ ਟੈਨੈਂਟਸ ਵੱਲੋਂ ਉਹਦੇ ਨਾਲ ਲੱਗਦੇ ਜਿਹੜੇ ਆਂਢੀ ਗੁਆਂਢੀ ਹੈਗੇ ਆ ਉਹਨਾਂ ਵੱਲੋਂ ਕਿੰਨਾ ਪੇ ਕੀਤਾ ਜਾਂਦਾ ਉਹਦੇ ਅਕੋਰਡਿੰਗ ਜਿਹੜਾ ਰੈਵਨਿਊ ਆਫਿਸਰ ਹੈਗਾ ਜਿਹੜਾ ਉਹਦਾ ਸ਼ੇਅਰ ਹੈਗਾ ਲੈਂਡਲॉर्ड ਦਾ ਵਧਾ ਦੇਗਾ ਪ੍ਰੋਡਿਊਸ ਦੇ ਵਿੱਚ। ਇਫ ਦਾ ਟੈਨੈਂਟ ਪੇਇੰਗ ਰੈਂਟ ਇਨ ਕੈਸ਼, ਜੇ ਜਿਹੜਾ ਟੈਨੈਂਟ ਹੈਗਾ ਉੱਪਰ ਤਾਂ ਗੱਲ ਕੀਤੀ ਹੈ ਪ੍ਰੋਡਿਊਸ ਦੀ ਸ਼ੇਅਰ ਦੀ, ਜੇ ਟੈਨੈਂਟ ਪੇ ਕਰਦਾ ਹੈਗਾ ਰੈਂਟ ਇਨ ਕੈਸ਼ ਕਰਦਾ ਅੰਡਰ ਸੈਕਸ਼ਨ 22 ਕਲੈਕਟਰ ਸ਼ੈਲ ਇਨਹਾਂਸਮੈਂਟ ਦਾ ਰੈਂਟ ਸੱਚ ਅਮਾਉਂਟ ਐਜ਼ ਲੈਂਡ ਰੈਵਨਿਊ ਵਰ ਰੀਸੈਸਡ। ਉਹ ਇਸ ਤਰੀਕੇ ਦੇ ਨਾਲ ਉਹਦਾ ਲੈਂਡ ਉਹਦਾ ਜਿਹੜਾ ਕੈਸ਼ ਦੀ ਜਿਹੜੀ ਹੈਗੀ ਹੈ ਅਮਾਉਂਟ ਹੈ ਰੈਂਟ ਦੀ ਵਧਾ ਦੇਗਾ, ਜਿਵੇਂ ਕਿ ਜਿਹੜੀ ਅਸੈਸਮੈਂਟ ਕੀਤੀ ਹੈ ਲੈਂਡ ਰੈਵਨਿਊ ਦੀ, ਜ਼ਮੀਨ ਦੀ ਅਸੈਸਮੈਂਟ ਕਰਕੇ ਜਿਵੇਂ ਆਪਾਂ ਲੈਂਡ ਰੈਵਨਿਊ ਵਧਾਉਂਦੇ ਹਾਂ ਉਹ ਇਹ ਪ੍ਰਜ਼ੂਮ ਕਰ ਲੇਗਾ ਵੀ ਜ਼ਮੀਨ ਦੀ ਅਸੈਸਮੈਂਟ ਹੋ ਗਈ, ਅਸੈਸਮੈਂਟ ਦੇ ਆਉਣ ਦੇ ਨਾਲ ਜਿੰਨਾ ਕੁ ਲੈਂਡ ਰੈਵਨਿਊ ਵਧਣਾ ਸੀਗਾ ਉਹਦੇ ਅਕੋਰਡਿੰਗ ਜਿਹੜਾ ਰੈਂਟ ਹੈਗਾ ਉਹਦਾ ਵਧਾ ਦਿੱਤਾ ਜਾਵੇਗਾ। ਫਿਰ ਸਬ ਸੈਕਸ਼ਨ 4 ਕੀ ਕਹਿੰਦਾ ਵੈਨ ਇੰਪਰੂਵਮੈਂਟ ਸੀਜ਼ਸ ਟੂ ਐਗਜ਼ਿਸਟ, ਉਹਨੇ ਕੋਈ ਇੰਪਰੂਵਮੈਂਟ ਕਰਾਈ ਸੀਗੀ, ਉਹ ਇੰਪਰੂਵਮੈਂਟ ਜਿਹੜੀ ਹੈਗੀ ਹੈ मान लो 2 साल तक चलती रही, 2 साल बाद फिर हो गई खत्म हो गई, ठीक है जी। जे व्हेन इंप्रूवमेंट सीजेस टू एग्जिस्ट कलैक्टर में ऑन द एप्लीकेशन ऑफ द टेनेंट रिड्यूस द रेंट, तो फिर जो कलैक्टर हैगा जो टेनेंट कहता है भी आ इंप्रूवमेंट कराई सी तो बराबर होगी मैंने तो हम कोई लाभ नहीं हैगा, तो जो किराया हैगा उसका रेंट हैगा घटाया जा सकता है एज पर द शेयर पेड बाय द टेनेंट्स। उस तरीके नाल जिवें तरीके नाल वधाया सी उस तरीके नाल घटाया जा सकता है, जिवें कैश वधाया सीगा जी जिमें आप जे कैश की गल कर लीए, जिमें आप रीअसैसमेंट करिए किसी लैंड की रीअसैसमेंट करने नाल कोई लैंड रेवन्यू घटाया जाता है, उस तरीके नाल जिहड़ा रेंट हैगा रेंट घटाया जाएगा।
फिर सबसेक्शन 5 की है डिस्क्रिशन ऑफ द रेवेन्यू ऑफिसर एज द एक्सटेंट ऑफ इनहांस नॉट लेस देन लैंड रेवेन्यू। जे कोई इनहांसमेंट की गल की गई है तो जो लैंड रेवेन्यू जो बढ़ाना हैगा जो किराया बढ़ाना है तो वह घट्टो घट्ट इन्ना किराया बढ़ाना है भी वो लैंड रेवेन्यू तो घट ना हो, जिन्ना कि लैंड रेवेन्यू पे करता है बंदा टेनेंट हैगा लैंड रेवेन्यू के घट लैंड रेवेन्यू तो घट जो रेंट बढ़ाना है लैंड रेवेन्यू कंसीडर किया जाएगा भी लैंड रेवेन्यू जिन्ना तक घट्टो घट किराया बढ़ाई जाएगा। टाइम ऑफ द इनहांसमेंट और रिडक्शन मैंशनड इन ऑर्डर 26 सैक्शन 26 ਦੇ ਵਿੱਚ ਦੱਸਿਆ ਗਿਆ ਵੀ ਇਹ ਜਿਹੜਾ ਘਟ ਹੈ ਜਾਂ ਵਾਧਾ ਇਨਹਾਂਸਮੈਂਟ ਜਾਂ ਰਿਡਕਸ਼ਨ ਕਦੋਂ ਲਾਗੂ ਹੋਏਗੀ। ਜਸਟ ਇਹ ਆਪਾਂ ਪਿੱਛੇ ਪੜ੍ਹ ਕੇ ਹਟਿਆ ਸੈਕਸ਼ਨ 25 ਦੇ 26 ਵਿੱਚ ਪੜ੍ਹ ਕੇ ਹਟਿਆ ਵੀ ਜਦੋਂ ਐਗਰੀਕਲਚਰ ਈਅਰ ਖਤਮ ਹੋਏਗਾ ਉਦੋਂ ਜਿਹੜੀ ਇਹ ਇਨਹਾਂਸਮੈਂਟ ਹੈ ਜਾਂ ਰਿਡਕਸ਼ਨ ਹੈ ਉਦੋਂ ਸਟਾਰਟ ਹੋਏਗੀ ਜਾਂ ਫਿਰ ਆਰਡਰ ਦੇ ਵਿੱਚ ਦਰਸਾਈ ਜਾਏਗੀ। ਨੈਕਸਟ ਹੈ ਇੰਪਰੂਵਮੈਂਟ ਮੇਡ ਬਾय ਦ ਟੈਨੈਂਟਸ। ਹੁਣ ਉੱਪਰ ਤਾਂ ਗੱਲ ਆਈ ਸੀ ਲੈਂਡਲੋਰਡ ਵੱਲੋਂ ਇੰਪਰੂਵਮੈਂਟ ਕਰਨ ਦੀ। ਨੈਕਸਟ ਹੈਗਾ ਜੇ ਇੰਪਰੂਵਮੈਂਟ ਟੈਨੈਂਟ ਵੱਲੋਂ ਕੀਤੀ ਜਾਂਦੀ ਹੈ ਤਾਂ ਟੈਨੈਂਟ ਨੂੰ ਕੀ ਰਾਈਟਸ ਮਿਲਣਗੇ ਤੇ ਟੈਨੈਂਟ ਦੀ ਕੀ ਇੰਟਾਈਟਲਮੈਂਟ ਹੋਏਗੀ ਕੀ ਉਹ ਇੰਪਰੂਵਮੈਂਟਸ ਦੀ ਜਿਹੜੀ ਪੇਮੈਂਟ ਹੈ ਐਜ ਏ ਕੰਪਨਸੇਸ਼ਨ ਕਿਵੇਂ ਲਏਗਾ। ਸੈਕਸ਼ਨ 63 ਟਾਈਟਲ ਆਫ ਦਾ ਆਕੂਪੈਂਸੀ ਟੈਨੈਂਟ ਟੂ ਮੇਕ ਦਾ ਇੰਪਰੂਵਮੈਂਟਸ ਉਹਦਾ ਕੀ ਅਧਿਕਾਰ ਹੈਗਾ ਕਿ ਉਹ ਇੰਪਰੂਵਮੈਂਟ ਕਰ ਸਕਦਾ ਹੈ ਆਕੂਪੈਂਸੀ ਟੈਨੈਂਟ ਆਪਦੀ ਟੈਨੈਂਸੀ ਦੇ ਉੱਪਰ ਕਰ ਸਕਦਾ ਹੈ। ਟੈਨੈਂਟ having a right of occupancy is entitled to make improvement on his tenancy। ठीक है ਇੱਥੇ tenant ਨੂੰ right ਹੈਗਾ ਉਹ ਆਪਦੀ tenancy ਦੇ ਉੱਪਰ improvement ਕਰ ਸਕਦਾ ਹੈਗਾ। ਇੱਥੇ ਗੱਲ ਨਹੀਂ ਕੀਤੀ ਗਈ ਵੀ ਤੁਸੀਂ ਜਿਹੜਾ tenant ਹੈਗਾ ਉਹ ਲੈਂਡਲੋਰਡ ਤੋਂ ਪਰਮਿਸ਼ਨ ਲਏਗਾ ਜਾਂ ਰੈਵਨਿਊ ਆਫਿਸਰ ਤੋਂ ਪਰਮਿਸ਼ਨ ਲਏਗਾ। ਇੱਥੇ ਅਧਿਕਾਰ ਦਿੱਤਾ ਗਿਆ 63 ਦੇ ਵਿੱਚ ਵੀ ਜਿਹੜਾ tenant ਹੈਗਾ ਉਹ ਆਪਣੀ occupancy ਦੇ ਉੱਪਰ tenancy ਦੇ ਉੱਪਰ हैविंग राइट ऑफ ऑक्यूपेंसी जो टेनेंट है वो इंप्रूवमेंट कर सकता है। देन सेक्शन 64 टाइटल ऑफ टेनेंट्स नॉट हैविंग राइट ऑफ ऑक्यूपेंसी। जे कोई टेनेंट इदा दा हैगा जिहदे कोल राइट ऑफ ऑक्यूपेंसी नहीं हैगे, हाँ जी कोई टेनेंट हैगा जिहदे कोल राइट ऑफ ऑक्यूपेंसी नहीं हैगे टू मेक द इंप्रूवमेंट he will get the assent of the landlord। ਆਕੂਪੈਂਸੀ ਟੈਨੈਂਟ ਨੂੰ ਜਿਹੜਾ ਲੈਂਡਲੋਰਡ ਹੈ ਉਹਦੀ ਅਸੈਂਟ ਉਹਦੀ ਕੰਸੈਂਟ ਲੈਣ ਦੀ ਲੋੜ ਨਹੀਂ ਹੈਗੀ ਪਰ ਜੇ ਕੋਈ ਟੈਨੈਂਟ ਹੈਗਾ ਉਹਦੇ ਕੋਲ ਆਕੂਪੈਂਸੀ ਰਾਈਟਸ ਨਹੀਂ ਹੈਗੇ then he will get the assent of the landlord। ਜੇ ਕੋਈ ਲੈਂਡਲੋਰਡ ਅਸੈਂਟ ਨਹੀਂ ਦਿੰਦਾ ਕੰਸੈਂਟ ਨਹੀਂ ਦਿੰਦਾ ਤਾਂ ਜੇ ਕੋਈ ਸਰਕਮਸਟੈਂਸਸ ਇਦਾਂ ਦੇ ਹੈਗੇ ਨੇ ਬਣੇ ਹੋਏ ਜਸਤੀ ਹੋਈ ਹੈਗੇ ਨੇ ਠੀਕ ਹੈ ਤਾਂ ਜਿਹੜਾ ਟੈਨੈਂਟ ਹੈਗਾ ਉਹ ਇੰਪਰੂਵਮੈਂਟ ਕਰ ਲੈਂਦਾ ਤਾਂ ਇਨਫਰਡ ਸਮਝਿਆ ਜਾਵੇਗਾ ਵੀ ਜਿਹੜੇ ਸਰਕਮਸਟੈਂਸ ਨੂੰ ਮੁੱਖ ਰੱਖ ਕੇ ਤਾਂ ਇਹੀ ਸਮਝਿਆ ਜਾਏਗਾ ਵੀ ਜਿਵੇਂ ਉਹਦੀ ਕੰਸੈਂਟ ਹੈਗੀ ਹੈ ਲੈਂਡਲੋਰਡ ਵੱਲੋਂ ਦਿੱਤੀ ਗਈ ਹੈਗੀ ਹੈ ਬੇਸ਼ੱਕ ਨਾ ਦਿੱਤੀ ਗਈ ਹੋਵੇ। ਨੈਕਸਟ ਸੈਕਸ਼ਨ 65 ਇੰਪਰੂਵਮੈਂਟ ਮੇਡ ਬਿਫੋਰ ਦ ਕਮੈਂਸਮੈਂਟ ਆਫ ਦਿਸ ਐਕਟ। ਜੀ ਇਸ ਐਕਟ ਦੇ ਕਮੈਂਸਮੈਂਟ ਤੋਂ ਜਿਵੇਂ 87 ਚ 87 ਚ ਇਹ ਜਿਹੜਾ ਐਕਟ ਹੈ ਕਮੈਂਸ ਹੋਇਆ ਹੈਗਾ ਜੇ ਇਸ ਤੋਂ ਪਹਿਲਾਂ ਕੋਈ ਇੰਪਰੂਵਮੈਂਟ ਕੀਤੀ ਗਈ ਹੈ tenant ਵੱਲੋਂ improvement made before the commencement of this act shall be deemed to have been made in accordance with this act। ਉਹ ਇਹ ਸਮਝਿਆ ਜਾਏਗਾ ਵੀ ਇਸ ਐਕਟ ਦੇ ਤਹਿਤ ਜਿਹੜੀ ਇੰਪਰੂਵਮੈਂਟ ਹੋਈ ਹੈ unless not contradictory to the agreement। ਪਰ ਸ਼ਰਤ ਇਹ ਵੀ ਜਿਹੜਾ ਐਗਰੀਮੈਂਟ ਹੋਇਆ ਹੋਇਆ ਪਾਰਟੀਆਂ ਦੇ ਵਿਚਕਾਰ ਲੈਂਡਲੋਰਡ ਤੇ ਟੈਨੈਂਟ ਦੇ ਵਿਚਕਾਰ ਜੋ ਕੋਈ ਐਗਰੀਮੈਂਟ ਹੋਇਆ ਹੋਇਆ ਉਹਦੀਆਂ ਸ਼ਰਤਾਂ ਨੂੰ ਤੋੜ ਦੇਣਾ ਉਹਦੇ ਸ਼ਰਤਾਂ ਦੇ ਅਧੀਨ ਜੇ ਕੋਈ ਐਗਰੀਮੈਂਟ ਜੇ ਕੋਈ ਇੰਪਰੂਵਮੈਂਟ ਕੀਤੀ ਜਾਂਦੀ ਹੈ ਟੈਨੈਂਟ ਵੱਲੋਂ ਤਾਂ ਉਹ ਇਹ ਸਮਝਿਆ ਜਾਵੇਗਾ ਵੀ ਇਸ ਐਕਟ ਦੇ ਤਹਿਤ ਹੀ ਕੀਤੀ ਗਈ ਹੈ। ਜੇ ਇਸ ਐਕਟ ਦੇ ਤਹਿਤ ਕੀਤੀ ਗਈ ਹੈ ਤਾਂ ਜਿਹੜਾ ਇੰਪਰੂਵਮੈਂਟ ਕਰਨ ਵਾਲਾ ਜਿਹੜਾ ਹੈਗਾ ਟੈਨੈਂਟ ਹੈਗਾ ਉਹ ਕੰਪਨਸੇਸ਼ਨ ਲੈਣ ਦਾ ਵੀ ਹੱਕਦਾਰ ਬਣ ਜਾਂਦਾ ਹੈ। ਨੈਕਸਟ ਹੈ ਸੈਕਸ਼ਨ 66 ਇੰਪਰੂਵਮੈਂਟਸ ਸਟਾਰਟਸ ਆਫਟਰ ਨੋਟਿਸ ਆਫ ਦਾ ਐਜੈਕਟਮੈਂਟ। ਜੇ ਹੁਣ ਇਹਦੇ ਵਿੱਚ ਕੀ ਕਿਹਾ ਗਿਆ ਜੇ ਕੋਈ ਟੈਨੈਂਟ ਦੇ ਐਜੈਕਟਮੈਂਟ ਦੇ ਲਈ ਨੋਟਿਸ ਜਾਰੀ ਕਰ ਦਿੱਤਾ ਉਸਨੂੰ ਲੈਂਡਲੋਰਡ ਨੇ ਕੋਈ ਡਿਗਰੀ ਉਹਦੇ ਖਿਲਾਫ ਪਾਸ ਹੋਈ ਸੀਗੀ ਕੋਈ ਪੇਮੈਂਟ ਸੀ ਕੋਈ ਡਿਊ ਰਹਿੰਦੀ ਸੀਗੀ ਲੈਂਡਲੋਰਡ ਦੇ ਟੈਨੈਂਟ ਦੇ ਵੱਲ ਉਹਨੇ ਨਹੀਂ ਪੇ ਕੀਤੇ ਹੈਗੇ ਲੈਂਡਲੋਰਡ ਵੱਲੋਂ ਕੋਈ ਸੂਟ ਫਾਈਲ ਕੀਤਾ ਗਿਆ ਉਸ ਸੂਟ ਦੇ ਵਿੱਚ ਉਹਦੇ ਅਗੇਂਸਟ ਕੋਈ ਜਿਹੜਾ ਨੋਟਿਸ ਹੈ ਉਹਨੂੰ ਐਜੈਕਟਮੈਂਟ ਦੇ ਲਈ ਜਿਹੜਾ ਆਫੀਸਰ ਨੇ ਕੋਰਟ ਨੇ ਕੋਈ ਨੋਟਿਸ ਭੇਜ ਦਿੱਤਾ। ਨੋਟਿਸ ਰਿਸੀਵ ਹੋਣ ਤੋਂ ਬਾਅਦ ਜੇ ਕੋਈ ਉਹ ਇੰਪਰੂਵਮੈਂਟ ਕਰਦਾ ਹੈਗਾ ਠੀਕ ਹੈ ਦੈਟ ਇਜ਼ ਇਲੀਗਲ ਹੀ ਕੈਨ ਨਾਟ ਕੰਪਨਸੇਟ ਤਾਂ ਫਿਰ ਉਹਦੀ ਜਿਹੜੀ ਕੰਪਨਸੇਸ਼ਨ ਹੈ ਉਹਦੀ ਡਿਮਾਂਡ ਉਹ ਨਹੀਂ ਕਰ ਸਕਦਾ ਹੈਗਾ ਕਿਉਂਕਿ ਉਹਨੂੰ ਨੋਟਿਸ ਮਿਲ ਗਿਆ ਉਹਦੀ ਐਜੈਕਟਮੈਂਟ ਦੇ ਲਈ ਫਿਰ ਵੀ ਉਹ ਇੰਪਰੂਵਮੈਂਟ ਕਰਦਾ ਹੈਗਾ
then he is not entitled to get the payment of the compensation of the improvements made by him after receiving the notice. Section 67 की lease of 20 years of a tenant bar to right of the compensation. देखो किसी टेनेंट ने कोई इंप्रूवमेंट कीतियां, किन्ने समय ਲਈ ਚੱਲਣਗੀਆਂ ਇੰਪਰੂਵਮੈਂਟਸ? 5 ਸਾਲ ਲਈ, 7 ਸਾਲ ਲਈ, 10 ਸਾਲ ਲਈ ਜਿਹੜੇ ਇੰਪਰੂਵਮੈਂਟ ਚੱਲਣਗੀਆਂ। ਇੱਥੇ ਆ ਕਿ ਜੇਕਰ ਲੈਂਡਲੋਰਡ ਦਾ ਤੇ ਟੈਨੈਂਟ ਦਾ ਆਪਸ ਵਿੱਚ ਐਗਰੀਮੈਂਟ ਹੋ ਜਾਂਦਾ ਹੈ ਤੇ ਲੈਂਡਲੋਰਡ ਹੈ ਉਸ ਨੂੰ 20 ਸਾਲ ਦੇ ਲਈ ਅੱਗੇ ਲੀਜ਼ ਤੇ ਦੇ ਦਿੰਦਾ ਹੈ ਪ੍ਰੋਪਰਟੀ ਉਹ, ਠੀਕ ਹੈ। ਤਾਂ ਫਿਰ ਜਿਹੜੀਆਂ ਇੰਪਰੂਵਮੈਂਟਸ ਕੀਤੀਆਂ ਨੇ ਉਹਦਾ ਜਿਹੜਾ ਬੈਨੀਫਿਟ ਹੈ ਉਹ ਤਾਂ ਟੈਨੈਂਟ ਹੀ ਖੱਟੇਗਾ ਨਾ ਜੀ, ਕਿਉਂਕਿ 20 ਸਾਲ ਉਹਨੇ ਖੇਤੀ ਕਰਨੀ ਹੈ। ਜੇ ਕੋਈ ਉਹਨੇ ਇੰਪਰੂਵਮੈਂਟ ਕੀਤੀ ਹੈ ਤਾਂ ਉਹਦਾ ਬੈਨੀਫਿਟ ਉਹ ਲਏਗਾ। ਇਸ ਕਰਕੇ ਜਿਹੜੀ ਟੈਨੈਂਟ ਹੈ ਜਿਹੜਾ ਹੈਗਾ, ਜੇ ਉਹਨੂੰ 20 ਸਾਲ ਦੇ ਲਈ, ਘੱਟੋ ਘੱਟ 20 ਸਾਲ ਦੇ ਲਈ ਤੇ ਮਾਲਕ ਹੈ ਜਿਹੜਾ ਉਹਨੂੰ ਕਿਰਾਏ ਤੇ ਦੇ ਦਿੰਦਾ ਉਹਦੀ ਟੈਨੈਂਸੀ, ਠੀਕ ਹੈ, ਤਾਂ ਜਿਹੜਾ ਟੈਨੈਂਟ ਹੈਗਾ ਉਹ ਕੰਪਨਸੇਸ਼ਨ ਕਲੇਮ ਨਹੀਂ ਕਰੇਗਾ, ਬਟ ਹੀ ਵਿਲ ਇੰਜੋਏ ਦ ਇੰਪਰੂਵਮੈਂਟਸ ਮੇਡ ਬਾਈ ਹਿਮ। ਉਹ ਜਿਹੜਾ ਪੈਦਾਵਾਰ ਹੈਗਾ, ਠੀਕ ਹੈ, ਨਾ ਤਾਂ ਉਹ ਜਿਹੜਾ ਹੈਗਾ ਐਜੈਕਟਮੈਂਟ ਕਰਵਾਏਗਾ ਤੇ ਨਾ ਹੀ ਇਨਹਾਂਸਮੈਂਟ ਆਪਦਾ ਉਹ ਜਿਹੜੀ ਆਪਣੀ ਕੰਪਨਸੇਸ਼ਨ ਹੈ ਉਹ ਕਲੇਮ ਕਰੇਗਾ, ਕਿਉਂਕਿ ਉਹਨੂੰ ਟੈਨੈਂਸੀ ਜਿਹੜੀ ਹੈਗੀ ਹੈ 20 ਸਾਲ ਦੇ ਲਈ ਜਿਹੜਾ ਮਾਲਕ ਨੇ ਅੱਗੇ ਫਰਦਰ ਦੇ ਦਿੱਤੀ ਇਕੱਠੀ। Next is section 68, liability to pay compensation for the improvement to the tenants. Liability ਕਿਹਦੀ ਹੁੰਦੀ ਹੈ? ਲਾਇਬਿਲਿਟੀ ਬਣ ਜਾਂਦੀ ਹੈ ਲੈਂਡਲੋਰਡ ਦੀ, ਟੂ ਪੇ ਦਾ ਕੰਪਨਸੇਸ਼ਨ ਫॉर ਦਾ ਇੰਪਰੂਵਮੈਂਟ ਟੂ ਦਾ ਟੈਨੈਂਟ। ਜੇ ਕੋਈ ਟੈਨੈਂਟ ਕੋਈ ਇੰਪਰੂਵਮੈਂਟ ਕਰਵਾਉਂਦਾ ਹੈ, ਠੀਕ ਹੈ, ਤਾਂ ਜੇ ਉਹਦੀ ਐਜੈਕਟਮੈਂਟ ਹੁੰਦੀ ਹੈ ਕਿਸੇ ਕਾਰਨ, ਰੀਜ਼ਨ ਮੇ ਵੀ ਐਨੀ, ਕੋਈ ਵੀ ਰੀਜ਼ਨ ਹੈਗਾ ਜਿਹਦੇ ਵਿੱਚ ਉਹਦੀ ਐਜੈਕਟਮੈਂਟ ਹੁੰਦੀ ਹੈ ਟੈਨੈਂਟ ਦੀ, ਔਰ ਇਨਹਾਂਸਮੈਂਟ ਆਫ ਦਾ ਰੈਂਟ ਹੁੰਦੀ ਹੈ ਜਾਂ ਉਹਦੇ ਰੈਂਟ ਦੀ ਇਨਹਾਂਸਮੈਂਟ ਹੁੰਦੀ ਹੈ, ਠੀਕ ਹੈ, ਜੋ ਤੱਕ ਜਿਹੜੀ ਹੈਗੀ ਹੈ ਇੰਪਰੂਵਮੈਂਟ ਦੀ ਜਿਹੜੀ ਕੰਪਨਸੇਸ਼ਨ ਹੈ ਨਹੀਂ ਲੈਂਡਲੋਰਡ ਪੇ ਕਰਦਾ ਤਾਂ ਉਹਦੀ ਨੋ ਐਜੈਕਟਮੈਂਟ ਹੋਏਗੀ, ਕੋਈ ਐਜੈਕਟਮੈਂਟ ਨਹੀਂ ਹੋ ਸਕਦੀ ਤੇ ਨਾ ਹੀ ਉਹਦੀ ਕੋਈ ਇਨਹਾਂਸਮੈਂਟ ਹੋ ਸਕਦੀ ਹੈ ਕਿਰਾਏ ਤੇ। ਨਾ ਤਾਂ ਮਾਲਕ ਐਜੈਕਟਮੈਂਟ ਕਰਵਾ ਸਕਦਾ ਹੈ ਤੇ ਨਾ ਹੀ ਉਹਦਾ ਕਿਰਾਇਆ ਵਧਾ ਸਕਦਾ ਹੈ। ਇਫ ਕੰਪਨਸੇਸ਼ਨ ਨਾਟ ਪੇਡ, ਜੇ ਉਹਨੇ ਕੰਪਨਸੇਸ਼ਨ ਪੇ ਕਰ ਦਿੱਤਾ ਹੋਏਗਾ ਇੰਪਰੂਵਮੈਂਟ ਦਾ, ਤਾਂ ਹੀ ਉਹ ਐਜੈਕਟਮੈਂਟ ਦੇ ਆਰਡਰ ਲੈ ਸਕਦਾ ਹੈ, ਤਾਂ ਹੀ ਉਹਦੀ ਜਿਹੜਾ ਕਿਰਾਇਆ ਹੈਗਾ ਵਧਾ ਸਕਦਾ ਹੈ, ਜੇ ਪਹਿਲਾਂ ਕੋਈ ਖਰਚਾ ਟੈਨੈਂਟ ਨੇ ਕੀਤਾ ਹੋਵੇ ਫਾਰ ਦਾ ਇੰਪਰੂਵਮੈਂਟ। Then section 69, compensation for the disturbance of clearing tenants. ਇਹ ਡਿਸਟਰਬੈਂਸ ਆਫ ਕਲੀਅਰਿੰਗ ਕੀ ਹੁੰਦੀਆਂ ਨੇ? ਜਿਹਦੇ ਕੋਈ ਆਕੂਪੈਂਸੀ ਟੈਨੈਂਟ ਹੈਗਾ, ਉਹਦੇ ਕੋਲ ਟੈਨੈਂਸੀ ਆ 5 ਕਿੱਲਿਆਂ ਦੀ, ਉਹਦੇ ਨਾਲ ਦਾ ਕੋਈ ਖੇਤ ਪਿਆ ਹੈ, ਕਿੱਲਾ ਅੱਧਾ ਕਿੱਲਾ ਪਿਆ ਹੈਗਾ, ਉਹਨੂੰ ਵੀ ਉਹਨੇ ਮਤਲਬ ਕਲੀਅਰ ਕਰ ਦਿੱਤਾ, ਉਹਦਾ ਖਰਚਾ ਹੋਇਆ, ਉਹ ਝਾੜ ਖੜੇ ਸੀਗੇ ਉੱਥੇ, ਕੋਈ ਮਤਲਬ ਕਿ ਝਾੜੀਆਂ ਖੜੀਆਂ ਸੀਗੀਆਂ, ਹੋਰ ਖੜੀਆਂ ਸੀਗੀਆਂ, ਉਹਨੂੰ ਕਲੀਅਰ ਕਰਕੇ ਉਸਨੇ ਉਹਨੂੰ ਮਤਲਬ ਕਿ ਵਾਹੀਯੋਗ ਬਣਾ ਲਿਆ। ਜੇਕਰ ਕਿਸੇ ਕਾਰਨ ਜਿਹੜੀ ਉਹਦੀ ਟੈਨੈਂਸੀ, ਜਿਹੜਾ ਟੈਨੈਂਟ ਹੈਗਾ, ਕਿਸੇ ਕਾਰਨ ਉਹਦੀ ਕੋਈ ਐਜੈਕਟਮੈਂਟ ਹੁੰਦੀ ਹੈ ਟੈਨੈਂਟ ਉਸ ਟੈਨੈਂਸੀ ਤੋਂ, ਤਾਂ ਜਿਹੜੀ ਉਹਨੇ ਇੰਪਰੂਵਮੈਂਟ, ਉਹ ਜਿਹੜੀ ਟੈਨੈਂਸੀ ਹੈਗੀ ਆਕੂਪੈਂਸੀ ਟੈਨੈਂਸੀ ਜਿਹੜੀ, ਤਾਂ ਉਹਨੇ ਇੰਪਰੂਵਮੈਂਟ ਉਹਦੇ ਤੇ ਕੀਤੀਆਂ ਸੀਗੀਆਂ, ਉਹਦੀ ਤਾਂ ਪੇਮੈਂਟ ਉਹ ਲੈਣ ਦਾ ਹੱਕਦਾਰ ਹੈਗਾ ਹੀ ਹੈਗਾ। ਤੇ ਉਸ ਤੋਂ ਇਲਾਵਾ ਜਿਹੜੀ ਉਹਦੇ ਨਾਲ ਲੱਗਦੀ ਕੋਈ ਜ਼ਮੀਨ ਸੀ ਜਿਹੜੀ ਉਸ ਆਕੂਪੈਂਸੀ ਟੈਨੈਂਸੀ ਦੇ ਵਿੱਚ ਇਨਵੋਲਵ ਨਹੀਂ ਸੀਗੀ, ਐਡੀਸ਼ਨ ਨਹੀਂ ਸੀਗੀ, ਉਹਦੀ ਜਿਹੜੀ ਪੇਮੈਂਟ ਹੈ ਉਹਦਾ ਵੀ ਉਹ ਲੈਣ ਦਾ ਜਿਹੜਾ ਹੱਕਦਾਰ ਹੈਗਾ। A tenant who has brought under cultivation waste land in which he has no occupancy right, if ejected from that land, he will be entitled for the compensation in addition to any compensation of the sum to be determined by the revenue officer. ਜਿਹੜੀ ਅਮਾਊਂਟ ਜਿਹੜੀ ਰੈਵਨਿਊ ਆਫਿਸਰ ਵੱਲੋਂ ਡਿਟਰਮਿਨ ਕੀਤੀ ਜਾਵੇਗੀ, ਜਿਹੜੀ ਕੰਪਨਸੇਸ਼ਨ, ਜਿਹੜੀ ਆਕੂਪੈਂਸੀ ਟੈਨੈਂਸੀ ਹੈਗੀ ਹੈ ਉਹਦੀ ਇਲਾਵਾ ਵੱਖਰੀ, ਤੇ ਇਨ ਐਡੀਸ਼ਨ ਟੂ ਦੈਟ ਜਿਹੜੀ ਉਹਨੇ ਜ਼ਮੀਨ ਕੋਈ ਹੋਰ ਪੱਧਰ ਕੀਤੀ ਹੈ, ਕੋਈ ਸਵਾਰੀ ਹੈਗੀ ਹੈ ਆਪਦੀ ਟੈਨੈਂਸੀ ਦੇ ਨਾਲ ਲੱਗਦੀ, ਜਿਹੜੀ ਮਾਲਕ ਦੀ ਕੋਈ ਜ਼ਮੀਨ ਪਈ ਸੀਗੀ ਉਹਨੂੰ ਸਵਾਰ ਕੇ ਹੈਗਾ, ਉਹਨੂੰ ਰਲਾਇਆ ਹੈਗਾ ਵਿੱਚ, ਉਹਦਾ ਕੰਪਨਸੇਸ਼ਨ ਵੀ ਉਹ ਲੈ ਸਕਦਾ ਹੈ। ਪਰ ਉਹਦੇ ਚ ਨਾਲ ਇਹ ਲਿਖ ਦਿੱਤਾ ਵੀ ਉਹਦਾ ਕੰਪਨਸੇਸ਼ਨ ਕਿੰਨਾ ਕੁ ਹੋ ਸਕਦਾ ਹੈ, ਉਹ ਜਿਹੜਾ 5 ਸਾਲ ਦਾ ਜਿਹੜਾ ਰੈਂਟ ਹੈ ਉਸ ਤੋਂ ਵੱਧ ਨਹੀਂ ਹੋ ਸਕਦਾ। ਜਿੰਨੀ ਉਹਦੀ ਆਕੂਪੈਂਸੀ ਟੈਨੈਂਸੀ ਜਿਹੜੀ ਉਹਦੇ ਕੋਲ ਹੈਗੀ ਸੀ, ਜਿੰਨੀ ਕੁ ਜ਼ਮੀਨ
ਉਹਨੇ ਸਵਾਰੀ ਇਹ ਹੈਗੀ ਹੈ ਜਿੰਨਾ ਕੁ ਉਹ ਆਕੂਪੈਂਸੀ ਟੈਨੈਂਸੀ ਦਾ ਜਿਹੜਾ ਰੈਂਟ ਬਣਦਾ ਹੈ 5 ਸਾਲ ਦਾ ਜਿੰਨਾ ਰੈਂਟ ਬਣਦਾ ਹੈ ਮੈਕਸਿਮਮ 5 ਸਾਲ ਦੇ ਰੈਂਟ ਤੱਕ ਦਾ ਜਿਹੜਾ ਹੈਗਾ ਉਹਨੂੰ ਕੰਪਨਸੇਸ਼ਨ ਹੈ ਦਿੱਤਾ ਜਾ ਸਕਦਾ ਹੈ, ਵੱਧ ਨਹੀਂ ਦਿੱਤਾ ਜਾ ਸਕਦਾ। ਪਰ ਇੱਥੇ ਸ਼ਰਤ ਲਗਾਤੀ ਨਾਲ ਜੇ ਕੋਈ ਜੁਆਇੰਟ ਓਨਰ ਹੈਗਾ, ਜੁਆਇੰਟ ਓਨਰ ਹਿੱਸੇ ਦਾ ਸ਼ੇਅਰ ਹੋਲਡਰ ਕੋਈ ਜੁਆਇੰਟ ਓਨਰ ਇਜ਼ ਨਾਟ ਐਂਟਾਈਟਲਡ ਫॉर द ਕੰਪਨਸੇਸ਼ਨ ਆਫ ਕਲੀਅਰਿੰਗ ਡਿਸਟਰਬੈਂਸ। ਜੇ ਕੋਈ ਜੁਆਇੰਟ ਸ਼ੇਅਰ ਹੋਲਡਰ ਹੈਗਾ ਉਹ ਕਹਿੰਦਾ ਵੀ ਮੈਂ ਇਹ ਜ਼ਮੀਨ ਸਵਾਰ ਲਈ ਹੋਰ ਕਰ ਲਈ, ਮੈਨੂੰ ਤਾਂ ਕੰਪਨਸੇਸ਼ਨ ਦਿੱਤਾ ਜਾਵੇ, ਤਾਂ ਜਿਹੜਾ ਜੁਆਇੰਟ ਹੋਲਡਰ ਹੁੰਦਾ ਹੈ, ਸ਼ੇਅਰ ਹੋਲਡਰ ਹੁੰਦਾ ਹੈ, ਉਹ ਨਾਟ ਐਂਟਾਈਟਲਡ ਟੂ ਗੈਟ ਦ ਕੰਪਨਸੇਸ਼ਨ। ਸਬਸੈਕਸ਼ਨ 2 ਚ ਕੀ ਹੈਗਾ, ਇਫ ਰੈਂਟ ਪੇਡ ਇਨ ਕਾਈਂਡ, ਜੇ ਰੈਂਟ ਜਿਹੜਾ ਟੈਨੈਂਟ ਵੱਲੋਂ ਪੇ ਕੀਤਾ ਜਾਂਦਾ ਇਨ ਕਾਈਂਡ ਕੀਤਾ ਜਾਂਦਾ ਹੈ, ਰੈਂਟ ਪੇਡ ਇਕੁਅਲ ਟੂ ਦ ਲੈਂਡ ਰੈਵਨਿਊ ਔਰ ਲੈਸ, ਜਾਂ ਲੈਂਡ ਰੈਵਨਿਊ ਦੇ ਬਰਾਬਰ ਪੇ ਕੀਤਾ ਜਾਂਦਾ ਹੈ ਜਾਂ ਉਸ ਤੋਂ ਘੱਟ ਪੇ ਕੀਤਾ ਜਾਂਦਾ ਹੈ, ਤਾਂ ਕੰਪਨਸੇਸ਼ਨ ਮੇ ਬੀ ਕੰਪਿਊਟਡ, ਤਾਂ ਜਿਹੜਾ ਕੰਪਨਸੇਸ਼ਨ ਹੈ ਉਹ ਕਿੰਨਾ ਕੰਪਿਊਟ ਹੋ ਜਾਏਗਾ, ਮੈਕਸਿਮਮ ਡਬਲ ਦਾ ਲੈਂਡ ਰੈਵਨਿਊ ਆਫ ਦਾ ਲੈਂਡ, ਇਸ ਤੋਂ ਵੱਧ ਨਹੀਂ ਹੋਏਗਾ। ਲੈਂਡ ਰੈਵਨਿਊ ਦੇ ਡਬਲ ਤੋਂ ਵੱਧ ਜਿਹੜਾ ਕੰਪਨਸੇਸ਼ਨ ਹੈ ਉਹ ਵੱਧ ਨਹੀਂ ਹੋ ਸਕਦਾ। ਐਜ਼ ਐਨੂਅਲ ਰੈਂਟ ਉਹਦਾ ਜਿਹੜਾ ਹੈਗਾ ਕਿਰਾਇਆ ਜਿਹੜਾ ਉਹਦਾ 1 ਸਾਲ ਦਾ ਰੈਂਟ ਦਾ ਜਿਹੜਾ ਹੋਏਗਾ ਇੱਕ ਡਬਲ ਦਾ ਲੈਂਡ ਰੈਵਨਿਊ ਆਫ ਦਾ ਲੈਂਡ ਰੈਵਨਿਊ, ਡਬਲ ਦਾ ਲੈਂਡ ਰੈਵਨਿਊ ਐਜ਼ ਐਨੂਅਲ ਰੈਂਟ, 1 ਸਾਲ ਦਾ ਕਿਰਾਏ ਦੇ ਬਰਾਬਰ ਡਬਲ ਲੈਂਡ ਰੈਵਨਿਊ ਹੋਏਗਾ, 1 ਸਾਲ ਦੇ ਕਿਰਾਏ ਦੇ ਬਰਾਬਰ ਹੋਏਗਾ। फिर हैगा प्रोवाइडेड इफ द असेसमेंट ऑफ लैंड हैज मेड और ऑन आफ्टर 22/1929, जे उस लैंड दी ਜਿਹੜੀ लैंड ਆਕੂਪੈਂਸੀ ਟੈਨੈਂਟ ਦੇ ਕੋਲੇ ਹੈਗੀ ਹੈ, ਜੇ ਉਹਦੀ ਲੈਂਡ ਦੀ ਜਿਹੜੀ ਅਸੈਸਮੈਂਟ ਹੈ 22/2/1929 ਤੋਂ ਬਾਅਦ ਹੋਈ ਹੈ, ਤਾਂ ਕੰਪਨਸੇਸ਼ਨ ਮੇ ਬੀ ਕੰਪਿਊਟਡ 4 ਟਾਈਮਸ ਆਫ ਦਾ ਲੈਂਡ ਰੈਵਨਿਊ, ਤਾਂ ਜਿਹੜਾ ਉਹਦਾ ਜਿਹੜਾ ਕੰਪਨਸੇਸ਼ਨ ਹੈ ਉਹ ਕਿੰਨਾ ਹੋਏਗਾ, 1 ਸਾਲ ਦਾ ਕਿਰਾਇਆ ਉਹਦਾ ਉਹਨਾਂ ਹੋਏਗਾ ਜਿੰਨਾ ਕਿ 4 ਗੁਣਾ ਲੈਂਡ ਰੈਵਨਿਊ ਦਾ 4 ਗੁਣਾ, ਲੈਂਡ ਰੈਵਨਿਊ ਦਾ 4 ਗੁਣਾ ਜਿਹੜਾ ਉਹਦਾ ਕਿਰਾਇਆ ਹੋਏਗਾ, ਇਹਨੂੰ ਰੈਂਟ ਹੋਏਗਾ। ਨੈਕਸਟ ਹੈ ਪ੍ਰੋਸੀਜਰ ਇਨ ਡਿਟਰਮਿਨਿੰਗ ਦਾ ਕੰਪਨਸੇਸ਼ਨ। ਹੁਣ ਉਦੋਂ ਪਹਿਲਾਂ ਆਪਾਂ ਪੜ੍ਹ ਕੇ ਹਟੇ ਆ ਵੀ ਕੰਪਨਸੇਸ਼ਨ ਲਏਗਾ, ਕਦੀ ਲੈਂਡਲੋਰਡ ਲਏਗਾ, ਕਦੀ ਟੈਨੈਂਟ ਲਏਗਾ, ਠੀਕ ਹੈ। ਹੁਣ ਕੰਪਨਸੇਸ਼ਨ ਡਿਟਰਮਿਨ ਕਰਨ ਦੀ ਆਪਾਂ ਗੱਲ ਪੜ੍ਹਦੇ ਆ ਰਹੇ ਹਾਂ ਵੀ ਰੈਵਨਿਊ ਆਫਿਸਰ ਨੇ ਡਿਟਰਮਿਨ ਕਰਨਾ ਹੈ ਕੰਪਨਸੇਸ਼ਨ। ਰੈਵਨਿਊ ਆਫਿਸਰ ਕਿਵੇਂ ਡਿਟਰਮਿਨ ਕਰੇਗਾ ਕੰਪਨਸੇਸ਼ਨ, ਉਹਦੇ ਲਈ ਕੀ ਪੁਆਇੰਟਸ ਲਿਖਣੇ ਪੈਣਗੇ ਰੈਵਨਿਊ ਆਫਿਸਰ ਵੱਲੋਂ। ਸੈਕਸ਼ਨ 70 ਕਹਿੰਦਾ ਡਿਟਰਮੀਨੇਸ਼ਨ ਆਫ ਦਾ ਕੰਪਨਸੇਸ਼ਨ ਬਾਈ ਦਾ ਰੈਵਨਿਊ ਕੋਰਟ ਇਨ ਐਵਰੀ ਸੂਟ। ਜਦੋਂ ਵੀ ਕੋਈ ਕੰਪਨਸੇਸ਼ਨ ਦਾ ਜਿਹੜਾ ਸੂਟ ਹੈਗਾ ਰੈਵਨਿਊ ਕੋਰਟ ਦੇ ਵਿੱਚ ਆਉਂਦਾ ਹੈ, ਚਾਹੇ ਉਹ ਮਤਲਬ ਕਿ ਮਾਲਕ ਨੇ ਕੀਤਾ ਚਾਹੇ ਟੈਨੈਂਟ ਨੇ ਕੀਤਾ ਹੈਗਾ, ਤਾਂ 4-5 ਪੁਆਇੰਟਸ ਹੈਗੇ ਆ। ਜੇਕਰ ਟੈਨੈਂਟ ਬਾਈ ਟੈਨੈਂਟ ਟੂ ਦਾ ਕੰਟੈਸਟ ਇਜ਼ ਐਜੈਕਟਮੈਂਟ, ਜੇ ਟੈਨੈਂਟ ਨੇ ਦਾਇਰ ਕੀਤਾ ਹੈਗਾ ਆਪਦੀ ਕੰਟੈਸਟ ਆਪਦੀ ਉਹਦੀ ਜਿਹੜੀ ਐਜੈਕਟਮੈਂਟ ਹੋ ਰਹੀ ਹੈ ਉਹਨੂੰ ਕੰਟੈਸਟ ਕਰ ਰਿਹਾ ਟੈਨੈਂਟ, ਜਾਂ ਫਿਰ ਲੈਂਡਲੋਰਡ ਨੇ ਦਾਇਰ ਕੀਤਾ ਹੈ ਟੂ ਐਜੈਕਟ ਦਾ ਟੈਨੈਂਟ, ਠੀਕ ਹੈ, ਲੈਂਡਲੋਰਡ ਨੇ ਕੀਤਾ ਐਜੈਕਟਮੈਂਟ ਵਾਸਤੇ ਟੈਨੈਂਟ ਦੀ ਵਾਸਤੇ, ਜਾਂ ਫਿਰ ਲੈਂਡਲੋਰਡ ਨੇ ਕੀਤਾ ਕਿਰਾਇਆ ਵਧਾਉਣ ਦੀ ਖਾਤਰ। ਜੇ ਇਹ 3 ਤਰ੍ਹਾਂ ਦੇ ਜਿਹੜੇ ਨੇਚਰ ਹੈਗੇ ਸੂਟ ਫਾਈਲ ਹੋਇਆ ਰੈਵਨਿਊ ਕੋਰਟ ਦੇ ਵਿੱਚ, ਠੀਕ ਹੈ, ਉਹਦੇ ਵਿੱਚ ਗੱਲ ਆ ਜਾਂਦੀ ਹੈ ਫਿਰ ਕੰਪਨਸੇਸ਼ਨ ਦੀ। ਦਾ ਕੋਰਟ ਸ਼ੈਲ ਡਾਇਰੈਕਟ ਦਾ ਟੈਨੈਂਟ ਟੂ ਫਾਈਲ ਹਿਜ਼ ਕਲੇਮ। ਜੇ ਲੈਂਡਲੋਰਡ ਨੇ ਕੀਤਾ ਹੈ ਦਾਵਾ ਕਿਰਾਇਆ ਵਧਾਉਣ ਦੇ ਲਈ ਜਾਂ ਐਜੈਕਟਮੈਂਟ ਦੇ ਲਈ, ਤਾਂ ਰੈਵਨਿਊ ਆਫਿਸਰ ਕੀ ਕਹੇਗਾ, ਟੈਨੈਂਟ ਨੂੰ ਡਾਇਰੈਕਸ਼ਨ ਦੇਵੇਗਾ ਵੀ ਤੂੰ ਆਪਣੀ ਜਿਹੜੇ ਕਲੇਮ ਤੇਰੇ ਕੋਈ ਹੈਗੇ ਨੇ ਤੂੰ ਫਾਈਲ ਕਰ ਆਪਣੇ, ਵੀ ਤੇਰੀ ਐਜੈਕਟਮੈਂਟ ਕਿਉਂ ਨਾ ਕਰ ਦਿੱਤੀ ਜਾਵੇ, ਜੇ ਤੇਰਾ ਕੋਈ ਕਲੇਮ ਹੈਗਾ ਤਾਂ ਤੂੰ ਫਾਈਲ ਕਰ ਆਪਣੇ ਕੰਪੀਟੈਂਟ ਕੋਰਟ ਦੇ ਵਿੱਚ। ਜੇ ਤੇਰੀ ਕੋਈ ਕੰਪਨਸੇਸ਼ਨ ਡਿਊ ਹੈਗੀ ਹੈ, ਤੈਨੇ ਕੋਈ ਇੰਪਰੂਵਮੈਂਟ ਕੀਤੀਆਂ ਨੇ, ਤਾਂ ਵੀ ਆਪਦੀ ਕੰਪਨਸੇਸ਼ਨ ਬਾਰੇ ਜਿਹੜਾ ਹੈਗਾ ਆਪਦਾ ਕਲੇਮ ਕਰ। ਜਾਂ ਕੋਈ ਡਿਸਟਰਬੈਂਸ ਕੀਤੀ ਤੈਨੂੰ ਹੋਈ ਹੈ, ਤੈਨੇ ਕੋਈ ਜ਼ਮੀਨ ਹੋਰ ਨਾਲ ਲੱਗਦੀ ਉਹਦੇ ਵਿੱਚ ਰਲਾਈ ਹੈਗੀ ਹੈ, ਉਹਦੇ ਲਈ ਤੂੰ ਕਲੇਮ ਚਾਹੁੰਦਾ ਹੈਗਾ, ਤਾਂ ਉਹ ਵੀ ਕਰ। ਤਾਂ ਗਰਾਊਂਡਸ ਆਫ ਆਲ ਦਾ ਕਲੇਮਸ ਐਂਡ ਕੰਪਨਸੇਸ਼ਨਸ ਵਿਦ ਰੀਜ਼ਨੇਬਲ ਗਰਾਊਂਡਸ, ਜਿਹੜੇ ਵੀ ਜਿਸ ਆਧਾਰ ਤੇ ਤੂੰ ਇਹ ਕੰਪਨਸੇਸ਼ਨ ਮੰਗਦਾ ਹੈ, ਠੀਕ ਹੈ, ਜਾਂ ਕਲੇਮ ਮੰਗਦਾ ਹੈ, ਉਹਦੀਆਂ ਸਾਰੀਆਂ ਗਰਾਊਂਡ ਦੇ ਨਾਲ ਜਿਹੜੀ ਹੈਗੀ ਹੈ ਤੂੰ ਕੰਪਨਸੇਸ਼ਨ ਕੋਰਟ ਦੇ ਵਿੱਚ ਐਜੈਕਟਮੈਂਟ ਤੋਂ ਪਹਿਲਾਂ ਤੂੰ ਆਪਣਾ ਦਾਅਵਾ ਦਾਇਰ ਕਰ। ਫਿਰ ਕੀ ਹੈਗਾ, ਇਫ ਦਾ ਕੋਰਟ ਡਿਕਰੀਜ਼ ਦਾ ਐਜੈਕਟਮੈਂਟ, ਜੇ ਕੋਰਟ ਵੱਲੋਂ ਕੋਈ ਉਹਨੂੰ ਮੌਕਾ ਦਿੱਤਾ ਗਿਆ ਟੈਨੈਂਟ ਨੂੰ, ਕੋਰਟ ਵੱਲੋਂ ਫਿਰ ਕੀ ਹੈਗਾ ਐਜੈਕਟਮੈਂਟ ਦਾ, ਇਫ ਦਾ ਕੋਰਟ ਡਿਕਰੀਜ਼ ਦਾ ਐਜੈਕਟਮੈਂਟ ਔਰ ਦਾ ਐਨਹਾਂਸਮੈਂਟ ਆਫ ਦਾ ਰੈਂਟ, ਜੇ ਕੋਰਟ ਵੱਲੋਂ ਕੋਈ ਡਿਗਰੀ ਪਾਸ ਕਰ ਦਿੱਤੀ ਜਾਂਦੀ ਹੈ ਲੈਂਡਲੋਰਡ ਦੀ ਐਪਲੀਕੇਸ਼ਨ ਦੇ ਉੱਪਰ, ਲੈਂਡਲੋਰਡ ਦੇ ਸੂਟ ਦੇ ਵਿੱਚ, ਫਾਰ ਦਾ ਐਜੈਕਟਮੈਂਟ ਆਫ ਦਾ ਟੈਨੈਂਟ, ਫਾਰ ਦਾ ਐਨਹਾਂਸਮੈਂਟ ਆਫ ਦਾ ਰੈਂਟ, ਜੇ ਐਜੈਕਟਮੈਂਟ ਦੀ ਹੈ ਜੇ ਐਨਹਾਂਸਮੈਂਟ ਦੀ ਰੈਂਟ ਦੀ ਹੈਗੀ ਹੈ, ਇਟ ਸ਼ੈਲ ਬੀ ਡਿਟਰਮਾਈਨਡ ਬਾਈ ਦਾ ਅਮਾਊਂਟ ਆਫ ਦਾ ਕੰਪਨਸੇਸ਼ਨ ਪੇਡ ਟੂ ਦਾ ਟੈਨੈਂਟ। ਤਾਂ ਜੇਕਰ ਟੈਨੈਂਟ ਨੇ ਕੋਈ ਕੰਪਨਸੇਸ਼ਨ ਦੇ ਲਈ ਕਲੇਮ ਕੀਤਾ ਹੈ, ਤਾਂ ਜਿਹੜੀ ਇਹਦੀ ਅਮਾਊਂਟ ਹੈਗੀ ਹੈ ਰੈਵਨਿਊ ਆਫਿਸਰ ਵੱਲੋਂ ਡਿਟਰਮਾਈਨ ਕੀਤੀ ਜਾਵੇਗੀ।
ਜਦੋਂ ਤੱਕ ਉਹ ਜਿਹੜੀ ਅਮਾਉਂਟ ਹੈਗੀ ਹੈ ਲੈਂਡਲੋਰਡ ਵੱਲੋਂ ਪੇ ਨਹੀਂ ਕੀਤੀ ਜਾਂਦੀ ਟੈਨੈਂਟ ਨੂੰ ਜਾਂ ਕੋਰਟ ਜਮ੍ਹਾਂ ਨਹੀਂ ਕਰਾਈ ਜਾਂਦੀ, ਉਦੋਂ ਤੱਕ ਜਿਹੜੀ ਹੈਗੀ ਹੈ ਉਹ ਡਿਗਰੀ ਹੈਗੀ ਹੈ ਐਗਜ਼ੀਕਿਊਸ਼ਨ ਦੀ ਜਿਹੜੀ ਪਾਸ ਕੀਤੀ ਹੈ ਕੋਰਟ ਨੇ, ਉਹ ਐਗਜ਼ੀਕਿਊਸ਼ਨ ਨਹੀਂ ਹੋਏਗੀ, ਉਹ ਸਟੇ ਕੀਤੀ ਜਾਵੇਗੀ until landlord pays to the tenant if any rent is due। ਜੇਕਰ ਉਹਦਾ ਕੋਈ ਰੈਂਟ ਡਿਊ ਹੈਗਾ ਤਾਂ ਉਹ ਰੈਂਟ ਕੱਟ ਕੇ ਬਾਕੀ ਜਿਹੜੀ ਕੰਪਨਸੇਸ਼ਨ ਹੈ ਉਹ ਜਮ੍ਹਾਂ ਕਰਵਾ ਦੇਵੇ, ਲੈਂਡਲੌਰਡ ਕੋਰਟ ਦੇ ਵਿੱਚ ਕਰਾ ਦੇਵੇ ਜਾਂ ਟੈਨੈਂਟ ਨੂੰ ਦੇ ਦੇਵੇ, ਠੀਕ ਹੈ। ਇਟ ਵਿਲ ਬੀ ਡਿਡਕਟਡ ਫਰੋਮ ਦਾ ਕੰਪਨਸੇਸ਼ਨ, ਜਿਹੜੀ ਕੰਪਨਸੇਸ਼ਨ ਦੇਣੀ ਹੈ ਟੈਨੈਂਟ ਨੂੰ ਉਹ ਕੰਪਨਸੇਸ਼ਨ ਲੈਂਡਲੌਰਡ ਜਮ੍ਹਾਂ ਕਰਾਏਗਾ। ਜਦੋਂ ਤੱਕ ਉਹ ਜਮ੍ਹਾਂ ਨਹੀਂ ਕਰਵਾਉਂਦਾ ਤਾਂ ਉਦੋਂ ਤੱਕ ਜਿਹੜੀ ਹੈਗੀ ਐਗਜ਼ੀਕਿਊਸ਼ਨ ਉਹ ਸਟੇ ਹੋਏਗੀ। ਪਰ ਜੇਕਰ ਉਹਦਾ ਰੈਂਟ ਕੋਈ ਬਕਾਇਆ ਖੜਾ ਹੈਗਾ ਲੈਂਡਲੌਰਡ ਦਾ ਆਲਰੇਡੀ ਲੈਣਾ ਉਸਨੇ ਟੈਨੈਂਟ ਤੋਂ, ਤਾਂ ਉਹਨੇ ਜਿਹੜੀ ਅਮਾਉਂਟ ਹੈਗੀ ਹੈ ਉਹਦੀ ਐਡਜਸਟਮੈਂਟ ਕੀਤੀ ਜਾਵੇਗੀ, ਘਾਟਾ ਪਤਾ ਕੀਤਾ ਜਾਵੇਗਾ, ਉਨੀ ਅਮਾਉਂਟ ਵੈਰੀ ਘਟਾ ਦਿੱਤੀ ਜਾਵੇਗੀ ਵਿੱਚ ਕੰਪਨਸੇਸ਼ਨ ਅਮਾਉਂਟ ਦੇ ਵਿੱਚ। Next section 71 ਕੀ ਹੈ? Determination of the compensation by the revenue officer in either of the following cases। ਥੱਲੇ ਕੁਝ ਕੇਸ ਦਿੱਤੇ ਗਏ ਨੇ, ਉਹਦੇ ਵਿੱਚ ਕੀ ਹੈਗੀ ਹੈ ਜਦੋਂ ਡਿਟਰਮਿਨ ਕਰਨੀ ਹੈ ਰੈਵਨਿਊ ਆਫਿਸਰ ਨੇ ਕੰਪਨਸੇਸ਼ਨ when notice served to the tenant under section 44 44 ਚ ਕੀ ਸੀਗਾ? ਜਦੋਂ ਕੋਈ ਡਿਗਰੀ ਪਾਸ ਹੋਈ ਹੋਵੇ ਟੈਨੈਂਟ ਦੇ ਖਿਲਾਫ ਤੇ ਉਹ ਡਿਗਰੀ ਸੈਟੀਸਫਾਈ ਨਾ ਹੋਵੇ, ਪੇਮੈਂਟ ਜਮ੍ਹਾਂ ਨਾ ਕਰਵਾਵੇ, ਤਾਂ ਜਿਹੜਾ ਨੋਟਿਸ ਜਾਰੀ ਕਰ ਦਿੱਤਾ ਗਿਆ ਹੋਵੇ ਟੈਨੈਂਟ ਨੂੰ ਕੋਰਟ ਵੱਲੋਂ ਐਜੈਕਟਮੈਂਟ ਦਾ, ਜਾਂ ਫਿਰ when notice of the ejectment served under section 45 ਦੇ ਵਿੱਚ ਕੋਈ ਨੋਟਿਸ ਜਾਰੀ ਕੀਤਾ ਗਿਆ ਹੋਵੇ ejectment of the tenant from year to year by the notice। ਜਦੋਂ ejectment ਜਿਹੜਾ ਟੈਨੈਂਟ ਹੈਗਾ ਉਹ year to year ਖੇਤੀ ਕਰ ਰਿਹਾ ਹੈਗਾ, ਠੀਕ ਹੈ, ਉਦੋਂ ejectment ਕਰਵਾਉਣੀ ਹੋਵੇ ਲੈਂਡਲੌਰਡ ਨੇ, ਟੈਨੈਂਟ ਤੋਂ ਜ਼ਮੀਨ ਲੈਣੀ ਹੋਵੇ, ਵਾਪਸ ਲੈਣੀ ਹੋਵੇ, ਉਹਦੇ ਵਿੱਚ ਕੋਈ ਨੋਟਿਸ ਜਾਰੀ ਕੀਤਾ ਗਿਆ ਹੋਵੇ the tenant may apply to the revenue officer। ਤਾਂ tenant ਕੀ ਹੋਏਗਾ? revenue officer ਨੂੰ ਅਪਲਾਈ ਕਰੇਗਾ, ਕਾਹਦੇ ਲਈ ਕਰੇਗਾ? to determine the amount of compensation। ਜੇ ਉਹਨੇ ਕੋਈ ਇੰਪਰੂਵਮੈਂਟ ਕੀਤੀ ਹੈਗੀ ਹੈ ਤਾਂ ਉਹਦੀ ਜਿਹੜੀ ਕੰਪਨਸੇਸ਼ਨ ਅਮਾਉਂਟ ਲੈਣ ਦੀ ਖਾਤਰ ਰੈਵਨਿਊ ਆਫਿਸਰ ਕੋਲ ਅਰਜ਼ੀ ਦੇਵੇਗਾ ਵੀ ਮੇਰੀ ਜਿਹੜੀ ਅਮਾਉਂਟ ਹੈਗੀ ਉਹ ਡਿਟਰਮਿਨ ਕੀਤੀ ਜਾਵੇ। ਰੈਵਨਿਊ ਆਫਿਸਰ ਡਿਟਰਮਿਨ ਦਾ ਅਮਾਉਂਟ, ਰੈਵਨਿਊ ਆਫਿਸਰ ਅਮਾਉਂਟ ਡਿਟਰਮਿਨ ਕਰੇਗਾ ਉਨੀ ਦੇਰ ਤੱਕ ਜਦੋਂ ਤੱਕ ਉਹ ਪੇ ਨਹੀਂ ਕਰ ਦਿੰਦਾ ਲੈਂਡਲੌਰਡ, ਜਦੋਂ ਤੱਕ ਉਹ ਰੈਵਨਿਊ ਕੋਰਟ ਦੇ ਵਿੱਚ ਪੇਮੈਂਟ ਜਿਹੜੀ ਕੰਪਨਸੇਸ਼ਨ ਦੀ ਡਿਟਰਮਿਨ ਕਰ ਦਿੱਤੀ ਰੈਵਨਿਊ ਆਫਿਸਰ ਨੇ ਅੰਡਰ ਉਪਰਲੇ ਸੈਕਸ਼ਨ ਦੇ ਮੁਤਾਬਕ 70 ਦੇ ਮੁਤਾਬਕ ਡਿਟਰਮਿਨ ਕਰ ਦਿੱਤੀ, ਜਦੋਂ ਤੱਕ ਉਹ ਜਿਹੜਾ ਲੈਂਡਲੌਰਡ ਹੈਗਾ ਰੈਵਨਿਊ ਕੋਰਟ ਦੇ ਵਿੱਚ ਅਮਾਉਂਟ ਜਮ੍ਹਾਂ ਨਹੀਂ ਕਰਾਉਂਦਾ ਉਦੋਂ ਤੱਕ ਜਿਹੜਾ ਹੈਗਾ ejectment ਦਾ ਜਿਹੜਾ ਆਰਡਰ ਹੈ ਉਹ ਸਟੇ ਕਰ ਦਿੱਤਾ ਜਾਵੇਗਾ। ਪਰ ਜੇਕਰ ਫਿਰ ਵੀ ਕੋਈ ਏਰੀਅਰਸ ਬਕਾਇਆ ਪਏ ਨੇ ਉਹਦੇ, ਲੈਂਡਲੌਰਡ ਨੇ ਕੋਈ ਅਮਾਉਂਟ ਲੈਣੀ ਹੈਗੀ ਹੈ, ਉਹ ਜਿਹੜੀ ਅਮਾਉਂਟ ਹੈਗੀ ਆ ਉਹ ਕੰਪਨਸੇਸ਼ਨ ਦੇ ਵਿੱਚੋਂ ਘਟਾ ਕੇ ਬਾਕੀ ਜਿਹੜੀ ਅਮਾਉਂਟ ਹੈ ਉਹ ਲੈਂਡਲੌਰਡ ਦੇ ਸਕਦਾ ਕੋਰਟ ਦੇ ਵਿੱਚ। ਨੈਕਸਟ ਸੈਕਸ਼ਨ 72 ਹੈ ਮੈਟਰਸ ਟੂ ਬੀ ਰਿਗਾਰਡਡ ਇਨ ਅਸੈਸਮੈਂਟ ਆਫ ਕੰਪਨਸੇਸ਼ਨ ਫॉर द ਇੰਪਰੂਵਮੈਂਟ। ਕਿਹੜੇ ਮੈਟਰਸ ਹੋਰ ਹੈਗੇ ਆ ਜਿਹੜੇ ਕੰਸੀਡਰ ਕੀਤੇ ਜਾਣੇ ਨੇ ਜਦੋਂ ਅਸੈਸਮੈਂਟ ਕਰਨੀ ਹੈ ਉਹਦੀ ਇੰਪਰੂਵਮੈਂਟ ਦੀ ਕੰਪਨਸੇਸ਼ਨ ਦੀ, ਠੀਕ ਹੈ। ਇਨ ਐਸਟੀਮੇਟਿੰਗ ਦਾ ਕੰਪਨਸੇਸ਼ਨ ਰੈਵਨਿਊ ਆਫਿਸਰ ਹੈਵ ਟੂ ਕੰਸੀਡਰ ਦਾ ਫੋਲੋਇੰਗ ਪੁਆਇੰਟਸ। ਆਹ ਕੁਝ ਹੋਰ ਪੁਆਇੰਟ ਹੈਗੇ ਆ ਜਿਹੜੇ ਰੈਵਨਿਊ ਆਫਿਸਰ ਨੇ ਦੇਖਣੇ ਨੇ ਜਦੋਂ ਕੋਈ ਅਮਾਉਂਟ ਫਿਕਸ ਕਰਨੀ ਹੈ ਜਾਂ ਡਿਟਰਮਿਨ ਕਰਨੀ ਹੈ। ਕਿਹੜੇ ਅਮਾਉਂਟ ਆਫ ਪ੍ਰੋਡਿਊਸ ਇਨਕਰੀਜ਼ਡ, ਕਿੰਨੀ ਕੁ ਅਮਾਉਂਟ ਜਿਹੜੀ ਹੈਗੀ ਹੈ ਇਹ ਹੈਗਾ ਵੀ ਕਿੰਨੀ ਕੁ ਜਿਹੜੀ ਪ੍ਰੋਡਿਊਸ ਵਧੀ ਹੈ ਕੰਪਨਸੇਸ਼ਨ ਕਰਨ ਤੋਂ ਬਾਅਦ। ਕੰਪਨਸੇਸ਼ਨ ਕਰਨ ਤੋਂ ਬਾਅਦ ਉਹਦੀ ਟੈਨੈਂਸੀ ਦੀ ਜਿਹੜੀ ਪ੍ਰੋਡਿਊਸ ਹੈ ਪਹਿਲਾਂ ਨਾਲੋਂ ਇੰਪਰੂਵਮੈਂਟ ਕਰਨ ਤੋਂ ਬਾਅਦ ਕਿੰਨੀ ਕੁ ਵਧੀ ਹੈ। ਕੰਡੀਸ਼ਨ ਆਫ ਦਾ ਇੰਪਰੂਵਮੈਂਟ, ਡਿਊਰੇਸ਼ਨ ਆਫ ਇਟਸ ਇਫੈਕਟ, ਜਿਹੜੀ ਇੰਪਰੂਵਮੈਂਟ ਹੋਈ ਹੈ ਉਹਦੀਆਂ ਕੀ ਸ਼ਰਤਾਂ ਹੈਗੀਆਂ ਨੇ, ਉਹ ਕਿੰਨੀ ਦੇਰ ਤੱਕ ਚੱਲੇਗੀ, ਉਹਦਾ ਇਫੈਕਟ ਕਿੰਨੀ ਦੇਰ ਤੱਕ ਰਹੇਗਾ, 2 ਸਾਲ ਹੀ ਚੱਲੇਗਾ, 3 ਸਾਲ ਹੀ ਚੱਲੇਗੀ, 4 ਸਾਲ ਹੀ ਚੱਲੇਗੀ, ਜਾਂ ਕੋਈ ਇੰਪਰੂਵਮੈਂਟ ਐਸੀ ਹੈ ਜਿਹਦੀ ਲਗਾਤਾਰ 10 ਸਾਲ ਜਿਹੜੀ ਫਸਲ ਹੈਗੀ ਉਹ ਵੱਧ ਹੋਏਗੀ, ਠੀਕ ਹੈ, ਇਹ ਵੀ ਧਿਆਨ 'ਚ ਰੱਖਿਆ ਜਾਏਗਾ। ਤੇ ਫਿਰ ਇੱਕ ਪੁਆਇੰਟ ਇਹ ਵੀ ਹੈ ਲੇਬਰ ਐਂਡ ਕੈਪੀਟਲ ਇਨਕਰਡ, ਕਿੰਨਾ ਕੁ ਖਰਚਾ ਹੋਇਆ ਹੈਗਾ ਟੈਨੈਂਟ ਦਾ, ਕਿੰਨੀ ਕੁ ਲੇਬਰ ਲੱਗੀ ਹੈ ਉਹਨੂੰ ਇੰਪਰੂਵਮੈਂਟ ਕਰਨ ਦੇ ਉੱਪਰ। ਦੈਟ ਪੁਆਇੰਟ ਵਿਲ ਬੀ ਕੰਸੀਡਰ ਬਾਈ ਦਾ ਰੈਵਨਿਊ ਆਫਿਸਰ। ਐਨੀ ਰਿਡਕਸ਼ਨ ਕਿ ਜਿਹੜੀ ਇੰਪਰੂਵਮੈਂਟ ਕੀਤੀ ਗਈ ਹੈ ਟੈਨੈਂਟ ਵੱਲੋਂ, ਜਿਹੜੀ ਇੰਪਰੂਵਮੈਂਟ ਕੀਤੀ ਗਈ ਹੈ ਇਸ ਇੰਪਰੂਵਮੈਂਟ ਕਰਨ ਦੇ ਇਵਜ਼ ਦੇ ਵਿੱਚ ਕੀ ਕੋਈ ਰੈਂਟ ਜਿਹੜਾ ਹੈਗਾ ਮਾਲਕ ਨੇ ਘਟਾਇਆ ਜਾਂ ਕੋਈ ਰਿਮਿਸ਼ਨ ਕੀਤੀ ਹੈ ਮਾਲਕ ਨੇ ਆਪਦੇ ਕਿਰਾਏ ਦੇ ਵਿੱਚ, ਅਦਰ ਐਡਵਾਂਟੇਜ ਕੋਈ ਹੋਰ ਉਹਨੂੰ ਕੋਈ ਐਡਵਾਂਟੇਜ ਅਲਾਉ ਕੀਤੀ ਹੋਵੇ ਟੈਨੈਂਟ ਨੂੰ, ਠੀਕ ਹੈ, ਬਾਈ ਦਾ ਲੈਂਡਲੌਰਡ ਇਨ ਕੰਸੀਡਰੇਸ਼ਨ ਆਫ ਦਾ ਇੰਪਰੂਵਮੈਂਟ। ਉਹਨੇ ਕੋਈ ਇੰਪਰੂਵਮੈਂਟ ਕੀਤੀ ਹੈ ਉਹਦੇ ਇਵਜ਼ ਦੇ ਵਿੱਚ ਕੋਈ ਮਾਮਲਾ, ਕੋਈ ਉਹਦਾ ਰੈਂਟ ਘਟਾਇਆ ਹੋਵੇ ਜਾਂ ਕੋਈ ਉਹਨੂੰ ਹੋਰ ਬੈਨੀਫਿਟ ਦਿੱਤਾ ਹੋਵੇ ਕਿ ਇਦਾਂ ਦਾ ਕੋਈ ਬੈਨੀਫਿਟ ਦਿੱਤਾ ਹੈ, ਠੀਕ ਹੈ। ਇਹ ਵੀ ਇੱਕ ਪੁਆਇੰਟ ਹੈਗਾ ਜਿਹੜਾ ਰੈਵਨਿਊ ਆਫਿਸਰ ਵੱਲੋਂ ਦੇਖਿਆ ਜਾਏਗਾ। ਇਹ ਜਿਵੇਂ ਅਸੀਂ ਪਹਿਲਾਂ ਇਹ ਪੁਆਇੰਟ 'ਚ ਪੜ੍ਹਿਆ ਹੈਗਾ ਵੀ ਕਿੰਨਾ ਕੁ ਪੈਦਾਵਾਰ ਵਧੀ, ਠੀਕ ਹੈ, ਕਿੰਨੇ ਕੁ ਸਾਲ ਲਈ ਵਧੀ, ਕਿੰਨੀ ਕੁ ਖਰਚਾ ਹੋਇਆ,
ਕਿ ਉਸਨੇ ਕੋਈ ਲੈਂਡਲੋਰਡ ਨੇ ਜਿਹੜੀ ਉਹਨੂੰ ਕੋਈ ਬੈਨੀਫਿਟ ਦਿੱਤਾ, ਜਾਂ ਫਿਰ ਇਨ ਕੇਸ ਆਫ ਰੈਕਲੇਮੇਸ਼ਨ, ਜੇ ਕੋਈ ਰੈਕਲੇਮੇਸ਼ਨ ਕੀਤੀ ਗਈ ਹੈ ਉਸ ਜ਼ਮੀਨ ਦੇ ਉੱਪਰ ਟੈਨੈਂਟ ਵੱਲੋਂ, ਜੰਗਲ ਤੋੜ ਕੀਤੀ ਗਈ ਹੈ, ਠੀਕ ਹੈ। ਕਨਵਰਸ਼ਨ ਆਫ ਅਨਇਰੀਗੇਟਡ, ਜੇ ਕੋਈ ਲੈਂਡ ਸੀਗੀ ਅਨਇਰੀਗੇਟਡ ਸੀ ਉਹਨੂੰ ਇਰੀਗੇਟ ਬਣਾਤਾ ਲੈਂਡਲੋਰਡ ਨੇ। ਲੈਂਥ ਆਫ ਟਾਈਮ ਟੈਨੈਂਟ ਹੈਡ ਬੈਨੀਫਿਟ, ਕਿੰਨੇ ਕੁ ਸਮਾਂ ਜਿਹੜਾ ਟੈਨੈਂਟ ਨੇ ਉਹਦਾ ਬੈਨੀਫਿਟ ਖੱਟ ਲਿਆ ਆਪ ਖੁਦ ਇੰਪਰੂਵਮੈਂਟ ਕਰਨ ਦੇ ਵਿੱਚ, ਕਿੰਨੇ ਸਾਲ ਪਹਿਲਾਂ ਇੰਪਰੂਵਮੈਂਟ ਕੀਤੀ ਸੀ, ਕਿੰਨਾ ਕੁ ਸਮਾਂ ਉਹਨੇ ਆਪ ਬੈਨੀਫਿਟ ਲੈ ਲਿਆ। ਇਹ ਜਿਹੜੇ ਪੁਆਇੰਟ ਹੈਗੇ ਆ, ਇਹ 5-6 ਪੁਆਇੰਟ ਜਿਹੜੇ ਦੇਖ ਕੇ ਹੀ ਜਿਹੜੀ ਕੰਪਨਸੇਸ਼ਨ ਹੈਗਾ ਉਹਦੀ ਜਿਹੜੀ ਅਮਾਊਂਟ ਹੈਗੀ ਆ ਉਹ ਰੈਵਨਿਊ ਆਫਿਸਰ ਵੱਲੋਂ ਫਿਕਸ ਕੀਤੀ ਜਾਂਦੀ ਹੈ। ਨੈਕਸਟ ਹੈ ਸੈਕਸ਼ਨ 73 ਫਾਰਮ ਆਫ ਕੰਪਨਸੇਸ਼ਨ, ਕਿ ਕਿਸ ਤਰ੍ਹਾਂ ਦੀ ਕੰਪਨਸੇਸ਼ਨ ਹੋ ਸਕਦੀ ਹੈ। ਬਾਈ ਪੇਮੈਂਟ ਇਨ ਦਾ ਮਨੀ, ਜਾਂ ਤਾਂ ਪੇਮੈਂਟ ਦਵਾਈ ਜਾ ਸਕਦੀ ਹੈ ਮਨੀ ਦੇ ਵਿੱਚ, ਠੀਕ ਹੈ। ਬਾਈ ਮੇਕਿੰਗ ਲੀਜ਼ ਆਫ ਟੈਨੈਂਸੀ, ਜਾਂ ਫਿਰ ਉਹਨੂੰ ਜਿਹੜੀ ਟੈਨੈਂਸੀ ਹੈ ਉਹ ਲੈਂਡ ਹੈ ਉਹਨੂੰ ਲੀਜ਼ ਤੇ ਕੁਝ ਸਮੇਂ ਲਈ ਦਿੱਤੀ ਜਾ ਸਕਦੀ ਹੈ, ਤਾਂ ਕਿ ਜਿਹੜੀ ਕੀਤੀ ਗਈ ਇੰਪਰੂਵਮੈਂਟ ਹੈ ਉਹਦਾ ਬੈਨੀਫਿਟ ਜਿਹੜਾ ਟੈਨੈਂਟ ਲੈ ਸਕੇ। ਜਿਵੇਂ ਕਿ ਐਗਰੀਮੈਂਟ ਹੁੰਦਾ ਦੋ ਪਾਰਟੀਆਂ ਦੇ ਵਿਚਕਾਰ ਵੀ ਕਿੰਨੇ ਸਮੇਂ ਲਈ ਲੀਜ਼ ਤੇ ਮਾਲਕ ਨੇ ਦਿੱਤੀ, ਕਿੰਨੇ ਸਮੇਂ ਲਈ ਟੈਨੈਂਟ ਨੇ ਲਿੱਤੀ, ਦੋ ਪਾਰਟੀਆਂ ਵਿਚਕਾਰ ਕੋਈ ਐਗਰੀਮੈਂਟ ਹੋ ਜਾਏ ਤਾਂ ਜਿਹੜੀ ਮਨੀ ਦੀ ਥਾਂ ਤੇ ਲੀਜ਼ ਵੀ ਕੀਤੀ ਜਾ ਸਕਦੀ ਹੈ ਕੰਪਨਸੇਸ਼ਨ ਕਰਨ ਦੇ ਲਈ। ਕਿ ਪਾਰਟੀ ਐਗਰੀਜ਼, ਜੇਕਰ ਪਾਰਟੀਆਂ ਐਗਰੀ ਹੋ ਜਾਂਦੀਆਂ ਨੇ ਤਾਂ ਰੈਵਨਿਊ ਆਫਿਸਰ ਵੱਲੋਂ ਉਸੇ ਮੁਤਾਬਕ ਜਿਹੜਾ ਹੈਗਾ ਆਰਡਰ ਪਾਸ ਕਰ ਦਿੱਤਾ ਜਾਵੇਗਾ। ਫਿਰ ਸੈਕਸ਼ਨ 74 ਕੀ ਰਿਲੀਫ ਇਨ ਕੇਸ ਆਫ ਐਜੈਕਟਮੈਂਟ ਬਿਫੋਰ ਦਾ ਡਿਟਰਮੀਨੇਸ਼ਨ ਆਫ ਕੰਪਨਸੇਸ਼ਨ, ਡਿਟਰਮੀਨੇਸ਼ਨ ਕਰਨ ਤੋਂ ਪਹਿਲਾਂ ਹੀ ਕਿਸੇ ਟੈਨੈਂਟ ਦੀ ਜਿਹੜੀ ਹੈਗੀ ਐਜੈਕਟਮੈਂਟ ਹੋ ਜਾਂਦੀ ਹੈ, ਠੀਕ ਹੈ, ਕੰਪਨਸੇਸ਼ਨ ਨਹੀਂ ਦਿੱਤਾ ਗਿਆ, ਉਸਨੂੰ ਨਾ ਡਿਟਰਮਿਨ ਹੋਇਆ, ਤੇ ਉਹਨੂੰ ਤਾਂ ਫਿਰ ਉਹਦੀ ਕੀ ਰਿਲੀਫ ਦਿੱਤੀ ਜਾ ਸਕਦੀ ਹੈ। ਇਫ ਡਿਊ ਟੂ ਐਨੀ ਰੀਜ਼ਨ, ਕਿਸੇ ਕਾਰਨ ਦਾ ਅਮਾਊਂਟ ਆਫ ਦਾ ਕੰਪਨਸੇਸ਼ਨ ਆਫ ਇੰਪਰੂਵਮੈਂਟ, ਅਨਕਟ ਕ੍ਰੌਪ, ਕੋਈ ਅਨਕਟ ਕ੍ਰੌਪ ਖੜੀ ਸੀਗੀ, ਠੀਕ ਹੈ, ਤਾਂ ਜਾਂ ਉਹਨੇ ਖੇਤ ਤਿਆਰ ਕਰ ਲਿਆ ਸੀ ਬੀਜਣ ਦੀ ਖਾਤਰ, ਹੈਜ਼ ਨਾਟ ਬੀਨ ਡਿਟਰਮਿਨ, ਉਹਦੀ ਜਿਹੜੀ ਅਮਾਊਂਟ ਹੈਗੀ ਹੈ ਉਹ ਡਿਟਰਮਿਨ ਨਹੀਂ ਕੀਤੀ ਗਈ, ਪਰ ਉਹਨੂੰ ਐਜੈਕਟਮੈਂਟ ਕਰ ਦਿੱਤੀ ਟੈਨੈਂਟ ਦੀ ਬਿਫੋਰ ਦਾ ਟੈਨੈਂਟ ਐਜੈਕਟਡ। ਫਿਰ ਕੀ ਹੈਗਾ, ਦਾ ਐਜੈਕਟਮੈਂਟ ਇਜ਼ ਨਾਟ ਇਨਵੈਲਿਡ, ਤਾਂ ਇਹਦੇ ਵਿੱਚ ਜਿਹੜੀ ਐਜੈਕਟਮੈਂਟ ਹੈ ਉਹ ਵੈਲਿਡ ਸਮਝੀ ਜਾਵੇਗੀ, ਇਨਵੈਲਿਡ ਨਹੀਂ ਹੋਏਗੀ। ਦਾ ਕੋਰਟ ਹੂ ਮੇਡ ਦਾ ਐਜੈਕਟਮੈਂਟ ਇਫ ਦਾ ਐਪਲੀਕੇਸ਼ਨ ਮੇਡ ਬਾਈ ਦਾ, 1 ਸਾਲ ਦੇ ਅੰਦਰ ਅੰਦਰ ਜੇ ਟੈਨੈਂਟ ਹੈਗਾ ਕੋਈ ਐਪਲੀਕੇਸ਼ਨ ਦਿੰਦਾ ਵੀ ਮੇਰੀ ਐਜੈਕਟਮੈਂਟ ਤਾਂ ਹੋਈ ਹੈ ਪਰ ਮੈਨੂੰ ਇਹਦਾ ਕੰਪਨਸੇਸ਼ਨ ਨਹੀਂ ਮਿਲਿਆ ਹੈਗਾ, ਤਾਂ ਜੇਕਰ ਜਸਟੀਫਾਈ ਸਮਝਦਾ ਰੈਵਨਿਊ ਆਫਿਸਰ ਤਾਂ ਜਿਹੜੀ ਉਹਦੀ ਕਰੈਕਸ਼ਨ ਕੀਤੀ ਜਾ ਸਕਦੀ ਹੈ, ਕਰੈਕਟ ਦਾ ਓਮਿਸ਼ਨ ਬਾਈ ਮੇਕਿੰਗ ਆਰਡਰ ਫਾਰ ਦਾ ਪੇਮੈਂਟ, ਤਾਂ ਉੱਥੇ ਵੀ ਜਿਹੜਾ ਹੈਗਾ ਆਰਡਰ ਕੀਤਾ ਜਾ ਸਕਦਾ ਹੈ ਪੇਮੈਂਟ ਕਰਨ ਦਾ ਟੈਨੈਂਟ ਨੂੰ ਬਾਈ ਦਾ ਲੈਂਡਲੋਰਡ। ਇਹਦਾ ਰੈਵਨਿਊ ਆਫਿਸਰ ਡਿਟਰਮਨ, ਜਿੰਨੀ ਰੈਵਨਿਊ ਆਫਿਸਰ ਵੱਲੋਂ ਡਿਟਰਮਨ ਕੀਤੀ ਜਾਂਦੀ ਹੈ। ਇਨ ਆਰਡਰ ਮੇਡ ਅੰਡਰ ਸੈਕਸ਼ਨ 1 ਮੇ ਬੀ ਐਗਜ਼ੀਕਿਊਟਡ, ਜਿਹਦੇ ਇਹ ਆਰਡਰ ਕੀਤਾ ਗਿਆ ਹੈਗਾ ਇਨ ਦਾ ਸੇਮ ਮੈਨਰ ਐਜ਼ ਏ ਡਿਕਰੀ ਆਫ ਮਨੀ ਐਗਜ਼ੀਕਿਊਟਡ ਬਾਈ ਦਾ ਰੈਵਨਿਊ ਆਫਿਸਰ। ਜੇ ਉਹ ਪੇਮੈਂਟ ਦੇ ਦਿੰਦਾ ਤਾਂ ਠੀਕ ਹੈ, ਜੇ ਪੇਮੈਂਟ ਨਹੀਂ ਦਿੰਦਾ ਤਾਂ ਜਿਵੇਂ ਕਿ ਡਿਗਰੀ ਨੂੰ ਅਸੀਂ ਐਗਜ਼ੀਕਿਊਟ ਕਰਦੇ ਹਾਂ ਤਾਂ ਇਸੇ ਤਰੀਕੇ ਦੇ ਨਾਲ ਜਿਹੜੀ ਪੇਮੈਂਟ ਹੈਗੀ ਹੈ ਇਹ ਦਵਾਈ ਜਾ ਸਕਦੀ ਹੈ। ਇਹਦੇ ਨਾਲ ਹੀ ਜਿਹੜਾ ਆਪਣਾ ਅੱਜ ਦਾ ਜਿਹੜਾ ਲੈਕਚਰ ਹੈਗਾ ਉਹ ਖਤਮ ਹੁੰਦਾ ਹੈ। ਕਿਸ ਦਾ ਕੋਈ ਕੁਐਸਚਨ ਹੈਗਾ ਉਹ ਕਰ ਸਕਦਾ ਹੈ। ਕੱਲ ਅਸੀਂ ਪੜਾਂਗੇ ਪੇਪਰ ਨੰਬਰ 4 ਰਜਿਸਟ੍ਰੇਸ਼ਨ ਐਕਟ। ਹੈਲੋ ਸਰ। ਹਾਂਜੀ ਹਾਂਜੀ ਸਰ ਵੈਕਿਊ ਲੈਂਡ ਕੀ ਹੁੰਦੀ ਆਪਣੇ? ਵੈਕਿਊ ਲੈਂਡ ਹੁੰਦੀ ਹੈ ਜਿਹੜੀ ਵੈਕਿਊ ਪ੍ਰਾਪਰਟੀ ਮੁਸਲਮਾਨਾਂ ਵੱਲੋਂ ਜਿਹੜੀ ਛੱਡ ਕੇ ਚਲੇ ਜਾਂਦੇ ਨੇ ਉਹ ਵੈਕਿਊ ਲੈਂਡ ਹੁੰਦੀ ਹੈ। ਜਿਹੜੇ ਮੁਹੰਮਦਨ ਜਦੋਂ ਚਲੇ ਗਏ ਸੀਗੇ ਪਾਕਿਸਤਾਨ, ਜਦੋਂ ਬਣਿਆ ਇੰਡੀਆ ਪਾਕਿਸਤਾਨ ਬਣਿਆ, ਪਾਰਟੀਸ਼ਨ ਆਫ ਕੰਟਰੀ ਸਾਡੇ ਦੀ ਹੋਈ ਹੈ, ਉਦੋਂ ਜਿਹੜੇ ਮੁਹੰਮਦਨ ਸੀਗੇ ਜਿਹੜੇ ਉਹ ਜ਼ਮੀਨ ਛੱਡ ਕੇ ਚਲੇ ਗਏ ਸੀ, ਦੈਟ ਇਜ਼ ਅ ਵੈਕਿਊ ਲੈਂਡ। ਨਹੀਂ ਸਰ ਉਹ ਜ਼ਮੀਨ ਸੀਗੀ ਕਿਹਨਾਂ ਦੀ ਵੈਕਿਊ ਲੈਂਡ, ਜਿਹੜੀ ਸੈਂਟਰ ਗਵਰਨਮੈਂਟ ਜਾਂ ਮਾਲਕਾਂ ਦੀ ਸੀ, ਕਿਦਾਂ? ਮਾਲਕ ਤਾਂ ਉਹੀ ਸੀ ਜਿਹੜੇ ਛੱਡ ਕੇ ਚਲੇ ਗਏ। ਅੱਛਾ ਜੀ। ਹਾਂ ਮਾਲਕ ਤਾਂ ਉਹ ਸੀਗੇ ਜਿਹੜੇ ਛੱਡ ਕੇ ਚਲੇ ਗਏ, ਬਾਅਦ ਚ ਉਹ ਵੈਕਿਊ ਲੈਂਡ ਬਣ ਗਈ, ਸੈਂਟਰ ਗਵਰਨਮੈਂਟ ਕੋਲ ਚਲੀ ਗਈ ਪਹਿਲਾਂ, ਤਾਂ ਬਾਅਦ ਸੈਂਟਰ ਗਵਰਨਮੈਂਟ ਦਾ ਸਟੇਟ ਗਵਰਨਮੈਂਟ ਦੇ ਨਾਲ ਐਗਰੀਮੈਂਟ ਹੋ ਗਿਆ। ਹਾਂਜੀ ਠੀਕ ਹੈ। ਫਿਰ ਉਹ ਸੈਕਸ਼ਨ 1950 ਦੇ ਵਿੱਚ ਜਿਹੜਾ ਐਗਰੀਮੈਂਟ ਹੋਇਆ ਉਹਦੇ ਮੁਤਾਬਕ ਉਹ ਲੋਕਾਂ ਨੂੰ ਅਲਾਟ ਕੀਤੀ ਗਈ। ਕੀ ਕੀਤੀ ਗਈ ਸਰ? ਅਲਾਟਮੈਂਟ ਹੋਈ ਲੋਕਾਂ ਨੂੰ। ਠੀਕ ਹੈ। 1950 ਦਾ ਵੈਕਿਊ ਪ੍ਰਾਪਰਟੀ ਜਿਹੜਾ ਐਕਟ ਹੈਗਾ, ਹਾਂਜੀ ਵੈਕਿਊ ਪ੍ਰਾਪਰਟੀ ਐਕਟ ਹੈ 1950, ਉਹਦੇ ਅਕੋਰਡਿੰਗ ਉਹ ਅਲਾਟਮੈਂਟ ਕੀਤੀ ਗਈ ਲੋਕਾਂ ਨੂੰ। ਠੀਕ ਹੈ। ਐਡਜਸਟਮੈਂਟ ਰਿਹੈਬਿਲਿਟੇਸ਼ਨ ਲੋਕਾਂ ਨੂੰ ਮੁੜ ਬਹਾਲੀ ਕੀਤੀ ਗਈ ਲੋਕਾਂ ਦੀ, ਜਿਹਨਾਂ ਨੂੰ ਜਿਹੜੇ ਉਧਰ ਜ਼ਮੀਨਾਂ ਛੱਡ ਕੇ ਆਏ ਸੀ ਪਾਕਿਸਤਾਨ ਦੇ ਵਿੱਚ, ਇੰਡੀਆ ਆਏ ਸੀਗੇ, ਠੀਕ ਹੈ, ਹਾਂਜੀ, ਉਹ ਉੱਧਰ ਛੱਡ ਕੇ ਆਏ ਸੀ, ਉਹਨਾਂ ਨੂੰ ਦਿੱਤੀ ਗਈ, ਇੱਧਰ ਆ ਕੇ ਦਿੱਤੀ ਗਈ। ਜਿਹੜੇ ਇੱਧਰੋਂ ਚਲੇ ਗਏ ਉਹਨਾਂ ਨੂੰ ਜਾ ਕੇ ਉੱਧਰ ਮਿਲੀ ਉਹਨਾਂ ਦੀਆਂ ਪ੍ਰਾਪਰਟੀਆਂ। ਹਾਂਜੀ ਠੀਕ ਹੈ ਨਾ। ਉਹਦੀ ਰਿਪੋਰਟ ਮੰਗੀ ਨਾ ਸਰਕਾਰ ਨੇ ਵੈਕਿਊ ਲੈਂਡ ਦੀ। ਹਾਂਜੀ ਵੈਕਿਊ ਲੈਂਡ ਤਾਂ ਹੁਣ ਕਿਹੜੀਆਂ ਹੋਣੀਆਂ ਤੁਹਾਡੇ ਕੋਲ, ਜੇ ਕੋਈ ਹੈਗੀਆਂ ਤਾਂ ਦੇ ਦਿਓ, ਵੈਸੇ ਤਾਂ ਸਾਰੀਆਂ ਅਲਾਟਮੈਂਟ ਹੋ ਚੁੱਕੀਆਂ ਆਲਮੋਸਟ। ਠੀਕ ਹੈ। ਨਹੀਂ ਉਹ ਫਿਰ ਪੰਜਾਬ ਸਰਕਾਰ ਦੀ ਹੋਊਗੀ ਜਾਂ ਸੈਂਟਰ ਗਵਰਨਮੈਂਟ ਦੀ?
ਹੁਣ ਪੰਜਾਬ ਸਰਕਾਰ ਦੀ ਹੈ। ਸੈਂਟਰ ਜੀ। ਗਵਰਨਮੈਂਟ ਨੇ ਤਾਂ ਦੇਤੀ ਸੀ, ਸਾਰੀ ਸੈਂਟਰ ਸਟੇਟ ਗਵਰਨਮੈਂਟ ਨੂੰ ਦੇਤੀ। ਹਾਂ ਸਰ, ਹਾਂਜੀ ਸਰ, ਮੇਰੇ ਨਾ ਇੱਕ ਗੱਲ ਚੜਿਆ, ਪਹਿਲਾਂ ਮਾਲਕ ਸੀਗੇ, ਮਾਲਕਾਂ ਤੋਂ ਬਾਅਦ ਫਿਰ ਉਸ ਸੇਲਸ ਚੀਜ਼ਾਂ ਨੇ ਆਪਣੇ ਇਹਨਾਂ ਨਾਲ ਕਰਤੀ ਪੰਜਾਬ ਸਰਕਾਰ ਨਾਲ। ਨੈਚੁਰਲੀ ਹੈ, ਹੋਣੀ ਸੀ। ਮਾਲਕ ਤਾਂ ਉਹੀ ਹੁਣ ਹਾਂਜੀ, ਜਿਹੜੇ ਘਰਾਂ ਵਾਲੇ ਮਾਲਕ ਸੀ ਪਾਕਿਸਤਾਨੀ ਸੀ ਜਿਹੜੇ ਛੱਡ ਕੇ ਚਲੇ ਗਏ, ਉਹਨਾਂ ਮਾਲਕਾਂ ਦੇ ਨਾਂ ਤੇ ਤਾਂ ਹੈ ਹੀ ਸੀਗੀਆਂ, ਮਾਲਕਾਂ ਤੋਂ ਹੀ ਟ੍ਰਾਂਸਫਰ ਹੋ ਕੇ ਸਰਕਾਰ ਦੇ ਨਾਂ ਤੇ ਆਈ, ਪਹਿਲਾਂ ਸੈਂਟਰ ਗਵਰਨਮੈਂਟ ਦੇ ਨਾਂ ਤੇ ਆਈ, ਫਿਰ ਉਹ ਜਿਹੜਾ ਹੈਗਾ ਵੈਕਿਊ ਜਿਹੜਾ ਇੱਕ ਉਹ ਐਗਰੀਮੈਂਟ ਹੋਇਆ ਸੀ ਸੈਂਟਰ ਗਵਰਨਮੈਂਟ ਦਾ ਤੇ ਸਟੇਟ ਗਵਰਨਮੈਂਟ ਦਾ ਆਪਸ ਦੇ ਵਿੱਚ, ਉਹਦੇ ਹਾਂਜੀ। ਐਕਟ ਦੇ ਤਹਿਤ ਉਹ ਜਿਹੜੀਆਂ ਪ੍ਰਾਪਰਟੀ ਸਾਰੀਆਂ ਸੀਗੀਆਂ ਪੈਕੇਜ ਡੀਲ ਐਕਟ ਜਿਹਨੂੰ ਕਹਿੰਦੇ ਆਪਾਂ, ਉਹਦੇ ਅਧੀਨ ਜਿਹੜੀਆਂ ਪ੍ਰਾਪਰਟੀ ਸਾਰੀਆਂ ਉਹ ਸਟੇਟ ਗਵਰਨਮੈਂਟ ਕੋਲੇ ਟ੍ਰਾਂਸਫਰ ਹੋ ਗਈਆਂ ਸੀਗੀਆਂ। ਮਤਲਬ ਪੰਜਾਬ ਸਰਕਾਰ ਦੇ ਨਾਂ ਜਿਹੜੀ ਮਾਲਕਾਂ ਹੋਈ ਇਹ ਵੈਕਿਊ ਲੈਂਡ ਹੀ ਆ। ਨਹੀਂ, ਇਹ ਨਹੀਂ ਕਹਿ ਸਕਦੇ ਵੀ ਇਹ ਵੈਕਿਊ ਲੈਂਡ ਹੈ ਜੀ ਪੰਜਾਬ ਸਰਕਾਰ ਦੇ, ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰਾਪਰਟੀ ਨੇ, ਇਹਦਾ ਬੈਕ ਦਿਖਣਾ ਪੈਂਦਾ ਹੈ ਪਹਿਲਾਂ ਕਿਹਦੀ ਕੋਲ ਸੀ, ਕੌਣ ਮਾਲਕ ਸੀ। ਠੀਕ ਹੈ, ਠੀਕ। ਮਤਲਬ ਪਿੱਛੋਂ ਆਪਣੇ ਮਾਲਕ ਪਿੱਛੋਂ ਦੇਖਣੀ ਪੰਜਾਬ ਸਰਕਾਰ ਦੇ ਨਾਲ ਤਾਂ ਨਜ਼ੂਲ ਲੈਂਡ ਵੀ ਹੈਗੀਆਂ ਨੇ, ਪੰਜਾਬ ਸਰਕਾਰ ਦੇ ਨਾਲ ਤਾਂ ਸਰਪਲਸ ਲੈਂਡ ਵੀ ਹੈਗੀਆਂ ਨੇ, ਠੀਕ ਹੈ, ਪੰਜਾਬ ਸਰਕਾਰ ਦੇ ਨਾਲ ਵੈਕਿਊ ਲੈਂਡ ਵੀ ਹੈਗੀਆਂ ਨੇ, ਇਹ ਦੇਖਣੀ ਪੈਂਦੀ ਹੈ ਬੈਕ ਦੇ ਜਾ ਕੇ ਵੀ ਪਹਿਲਾਂ ਇਹਦਾ ਮਾਲਕ ਕੌਣ ਸੀਗਾ। ਠੀਕ ਹੈ, ਠੀਕ ਹੈ। ਠੀਕ ਹੈ ਜੀ, ਅੱਜ ਦਾ ਲੈਕਚਰ ਖਤਮ ਹੁੰਦਾ ਇੱਥੇ, ਕਲਾਸ ਇਜ਼ ਓਵਰ, ਥੈਂਕ ਯੂ ਵੈਰੀ ਮਚ। ਹਾਂ, ਗੱਲ ਕਲੀਅਰ ਆ, ਇਹਨਾਂ ਇਹ ਕਹਿ ਨਹੀਂ ਸਕਦੇ